N24 ਦੇ ਖਰੇ ਸਮੂਹ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਦਾਸ ਦਲਵੀਰ ਸਿੰਘ ਨਿੱਜਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਵੀ ਹਰ ਸ਼ੁੱਕਰਵਾਰ ਫਰਾਈਡੇ ਦਾਸ ਭਗਤ ਦੇ ਮੁੱਦੇ ਲੈ ਕੇ ਤੁਹਾਡੇ ਰੂਬਰੂ ਹੁੰਦਾ। ਪੰਜਾਬ ਤੋਂ ਸਰਦਾਰ ਬਖਤੌਰ ਸਿੰਘ ਢਿੱਲੋਂ ਆਪਣੇ ਨਾਲ ਫੋਨ ਲਾਈਨ ਤੇ ਜੁੜਦੇ ਤੇ ਉਸ ਜਿਹੜਾ ਲੇਟੈਸਟ ਖਬਰਾਂ ਹੁੰਦੀਆਂ ਉਹਨਾਂ ਨੂੰ ਬੜੇ ਛਾਣਬੀਣ ਕਰਕੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਆ ਵੀ ਜੋ ਸੱਚਾਈ ਹੋਵੇ ਉਹ ਪੇਸ਼ ਕੀਤੀ ਜਾਵੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰੋਤਿਓ, ਤੁਸੀਂ ਬਹੁਤ ਸਾਥ ਦਿੰਦੇ ਹੋ। ਸੋ ਤੁਹਾਨੂੰ ਪਤਾ ਇਸ ਵੇਲੇ ਜਿਹੜੀ ਮਹਾਮਾਰੀ ਚੱਲ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਦਾ ਵੀ ਬਹੁਤ ਮੰਦਾ ਹਾਲ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਜੀ ਉਸ ਪਰਮਾਤਮਾ ਦੇ ਦਾਤੇ ਅੱਗੇ ਅਰਦਾਸ ਕਰਦੇ ਹਾਂ ਵੀ ਜਿਹੜੀ ਮਹਾਮਾਰੀ ਆ ਇਹਦਾ ਖਾਤਮਾ ਹੋਵੇ ਤੇ ਜਿਹੜੇ ਪਰਿਵਾਰ ਆ ਇੱਕ ਦੂਜੇ ਨਾਲ ਰਿਸ਼ਤੇਦਾਰ ਆ ਜਿਹੜੇ ਇੱਕ ਦੂਜੇ ਦੇ ਘਰਾਂ ਤੋਂ ਆਉਣ 'ਚੋਂ ਵੀ ਆਵਾਚਾਰ ਹੋਏ ਪਏ ਆ। ਬਹੁਤੇ ਲੋਕਾਂ ਨੂੰ ਡਿਪਰੈਸ਼ਨ ਵੀ ਹੋ ਗਈ ਅੰਦਰ ਬੈਠ ਕੇ ਘਰਾਂ ਤੋਂ ਹੀ ਕੰਮ ਕਰਨਾ, ਸੋ ਤਾਂ ਕਿ ਉਹ ਬਾਹਰ ਆ ਸਕਣ। ਅਤੇ ਸਾਡਾ ਵੀ ਫਰਜ਼ ਬਣਦਾ ਜੀ, ਇੱਦਾਂ ਦੀਆਂ ਮਹਾਂਮਾਰੀਆਂ ਉਦੋਂ ਹੀ ਆਉਂਦੀਆਂ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ। ਤਾਂ ਪਰ ਕਈ ਵਾਰੀ ਸਾਇੰਸ ਕਹਿੰਦੀ ਆ ਸਾਰਾ ਕੁਛ ਮੈਂ ਹੀ ਹਾਂ, ਪਰ ਉਹ ਸਭ ਤੋਂ ਵੱਡਾ ਜਿਹੜਾ ਸ਼ਕਤੀਮਾਨ ਜਿਹਦੇ ਵਿੱਚ ਪਾਵਰ ਹੈ, ਜਿਨ੍ਹਾਂ ਨੇ ਸਾਡੀ ਸੋਚਣ ਸ਼ਕਤੀ ਦਿਮਾਗ ਦਿੱਤਾ ਸਾਨੂੰ, ਉਹਦੇ ਅੱਗੇ ਸਾਰਾ ਕੁਝ ਸਾਇੰਸ ਵੀ ਫੇਲ ਹੋ ਜਾਂਦੀ ਹੈ। ਸਾਲ ਤੋਂ ਉੱਤੇ ਹੋ ਗਿਆ ਜੀ, ਹਾਲੇ ਤੱਕ ਠੀਕ ਆ ਜਿਹੜਾ ਵੈਕਸੀਨ ਬਣਿਆ ਉਹ ਸਾਡੇ ਸਰੀਰ ਨੂੰ ਹੁਣ ਸਿਸਟਮ ਨੂੰ ਤਾਂ ਸਟਰੋਂਗ ਕਰਦਾ ਆ, ਪਰ ਅਜੇ ਤੱਕ ਜਿਹੜੀ ਇਸ ਬਿਮਾਰੀ ਦੀ ਕਾਢ ਕੋਈ ਦਵਾਈ ਨਹੀਂ ਨਿਕਲੀ। ਸੋ ਇਸ ਕਰਕੇ ਸਾਨੂੰ ਜੋ ਦੇਸ਼ਾਂ ਦੀਆਂ ਸਰਕਾਰਾਂ ਹੁੰਦੀਆਂ, ਲੋਕਲ ਸਰਕਾਰਾਂ ਹੁੰਦੀਆਂ, ਜੋ ਉਹਨਾਂ ਵੱਲੋਂ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਜਾਂਦੀਆਂ ਸਾਨੂੰ ਉਹਨਾਂ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ। ਸੋ ਅਸੀਂ ਅਰਦਾਸ ਕਰ ਦਿੰਦੇ ਜਿਹੜੇ ਪਰਿਵਾਰਾਂ ਦੇ ਜੀ ਵਿਛੜ ਗਿਆ ਇਸ ਮਹਾਮਾਰੀ ਕਾਰਨ, ਅਸੀਂ ਅਰਦਾਸ ਕਰਦੇ ਵਾਹਿਗੁਰੂ ਅੱਗੇ, ਹੇ ਸੱਚੇ ਪਾਤਸ਼ਾਹ ਉਹਨਾਂ ਨੂੰ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ, ਤਾਂ ਪਿੱਛੇ ਪਰਿਵਾਰ ਨੂੰ ਭਾਣਾ ਬੱਲਣ ਦਾ ਬਲ ਬਖਸ਼ੀ, ਅਤੇ ਜਿਹੜੀ ਮਹਾਮਾਰੀ ਦਾ ਖਾਤਮਾ ਕਰ ਤਾਂ ਕਿ ਪਰਿਵਾਰ ਜਿਹੜਾ ਆਪਣਾ ਕਾਰੋਬਾਰ ਆਪਣੇ ਪਰਿਵਾਰਾਂ ਦਾ ਸਹੀ ਤਰ੍ਹਾਂ ਸਹੀ ਢੰਗ ਦੇ ਨਾਲ ਪਾਰ ਪੋਸ਼ਣ ਕਰ ਸਕਣ। ਸੋ ਢਿੱਲੋਂ ਵੀਰ ਜੀ ਸਾਡੇ ਨਾਲ ਜੁੜ ਗਿਆ ਜੀ ਫੋਨ ਲਾਈਨ 'ਤੇ। ਸਭ ਤੋਂ ਪਹਿਲਾਂ ਕਰਦੇ ਸਵਾਗਤ ਢਿੱਲੋਂ ਵੀਰ ਜੀ। ਢਿੱਲੋਂ ਵੀਰ ਜੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਢਿੱਲੋਂ ਵੀਰ ਜੀ ਮੈਂ ਜਿਹੜੀ ਗੱਲ ਕੀਤੀ ਆ, ਬੜੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਦੇ ਆ, ਬਹੁਤ ਮੰਦਾ ਹਾਲ ਦਿੱਲੀ ਦਾ, ਗੁਜਰਾਤ ਦਾ, ਉਹਦੇ ਬਾਰੇ ਦੱਸੋ ਲੇਟੈਸਟ ਕਿਹੋ ਜਿਹੇ ਹਾਲਾਤ ਹੈ। ਸਰਕਾਰਾਂ ਕੋਲ ਕਹਿੰਦੇ ਆਕਸੀਜਨ ਦੀ ਵੀ ਘਾਟ ਹੈ, ਆਕਸੀਜਨ ਹੀ ਹੈ ਨਹੀਂ ਇੰਡੀਆ ਦੇ ਕੋਲ, ਅਤੇ ਹੋਰ ਵੀ ਜਿਹੜੇ ਹਸਪਤਾਲ ਜਿਹੜੇ ਸਪੈਸ਼ਲ ਸਰਕਾਰੀ ਹਸਪਤਾਲ ਆ ਬਹੁਤ ਮੰਦਾ ਹਾਲ ਆ। ਥੋੜ੍ਹੇ ਚੰਦ ਮਿੰਟਾਂ ਜ਼ਰੂਰ ਇਸ ਬਾਰੇ ਚਾਨਣਾ ਪਾਓ ਸਰੋਤਿਆਂ ਨੂੰ। ਨਾ ਸਿਰਫ ਸਰਕਾਰੀ ਹਸਪਤਾਲਾਂ ਦਾ ਮੰਦਾ ਹਾਲ ਹੈ ਜੀ, ਪ੍ਰਾਈਵੇਟ ਹਸਪਤਾਲਾਂ ਦਾ ਵੀ ਮੰਦਾ ਹਾਲ ਜੀ। ਦਾ ਕਾਰਨ ਇਹ ਹੈ ਕਿ ਇਮੀਡੀਏਟ ਜਿਹੜੀ ਰਿਲੀਫ ਦੇਣੀ ਹੈ ਲੋਕਾਂ ਨੂੰ ਉਹਨਾਂ ਦੀ ਜਾਨ ਬਚਾਉਣ ਵਾਸਤੇ, ਉਹਦੇ ਵਿੱਚ ਆਕਸੀਜਨ ਦੀ ਭੂਮਿਕਾ ਬਹੁਤ ਜ਼ਿਆਦਾ ਹੁੰਦੀ ਹੈ ਜੀ। ਆਕਸੀਜਨ ਇਸ ਵੇਲੇ ਨਹੀਂ ਮਿਲਦੀ, ਬਹੁਤ ਘੱਟ ਮਿਲ ਰਹੀ ਹੈ। ਕਾਰਨ ਇਹਦਾ ਇਹ ਹੈ ਕਿ ਜਿੰਨੀ ਆਕਸੀਜਨ ਅਸੀਂ ਪਹਿਲਾਂ ਬਾਹਰਲੇ ਮੁਲਕਾਂ ਨੂੰ ਭੇਜਦੇ ਹੁੰਦੇ ਸੀ ਜੀ, ਸਮੇਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਮੋਦੀ ਸਰਕਾਰ ਨੇ ਉਹਨੂੰ ਡਬਲ ਕਰਕੇ ਦੁੱਗਣੀ ਬਾਹਰਲੇ ਮੁਲਕਾਂ ਨੂੰ ਭੇਜ ਦਿੱਤਾ ਜੀ। ਇਹ ਅੰਦਾਜ਼ਾ ਨਹੀਂ ਲਾਇਆ ਜਾਂ WHO ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਸੀ ਉਹਦੇ ਤੇ ਅਮਲ ਨਹੀਂ ਕੀਤਾ ਕਿ ਅਸੀਂ ਭੰਡਾਰ ਆਪਣੇ ਕੋਲੇ ਵੀ ਰੱਖ ਲਈਏ ਜੀ, ਤਾਂ ਆਪਣੇ ਲੋਕਾਂ ਨੂੰ ਲੋੜ ਪੈਣ ਦੇ ਉੱਤੇ ਸਪਲਾਈ ਕੀਤੀ ਜਾ ਸਕੇ। ਹਾਂਜੀ। ਇਹਦੇ ਅਗਲੀ ਗੱਲ ਇੱਕ ਇਹ ਹੈ ਕਿ ਮਨੁੱਖੀ ਜਾਨਾਂ ਨੂੰ ਬਚਾਉਣ ਵਾਸਤੇ ਜਿਹੜੀ ਆਕਸੀਜਨ ਰਿਜ਼ਰਵ ਰੱਖਣੀ ਚਾਹੀਦੀ ਸੀ ਜਾਂ ਜਿਹੜੀ ਡਿਵੀਜ਼ਨ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਜੀ। ਸਗੋਂ ਜ਼ਿਆਦਾਤਰ ਆਕਸੀਜਨ ਜਿਹੜੀ ਹੈਗੀ ਹੈ ਉਹ ਇੰਡਸਟਰੀ ਨੂੰ ਦਿੱਤੀ ਜਾ ਰਹੀ ਹੈ। ਮਨੁੱਖੀ ਜਾਨਾਂ ਨੂੰ ਬਚਾਉਣ ਵਾਸਤੇ 10-15% ਤੇ 85-90% ਜਿਹੜੀ ਹੈਗੀ ਹੈ ਉਹ ਇੰਡਸਟਰੀ ਨੂੰ ਦਿੱਤੀ ਜਾ ਰਹੀ ਹੈ। ਇਹਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈ ਰਿਹਾ। ਇਸ ਕਰਕੇ ਹਾਲਾਤ ਜਿਹੜੇ ਹੈ ਨਾ ਸਿਰਫ ਸਰਕਾਰੀ ਹਸਪਤਾਲ ਸਗੋਂ ਪ੍ਰਾਈਵੇਟ ਹਸਪਤਾਲਾਂ ਦੀ ਵੀ ਬੜੀ ਮਾੜੀ ਹੈ ਜੀ। ਦੂਜੇ ਪਾਸੇ ਜੇ ਅਸੀਂ ਦੇਖੀਏ ਤਾਂ ਜਿਹੜਾ ਟੀਕਾਕਰਨ ਹੈ ਜੀ, ਵੈਕਸੀਨੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਜੀ। ਉਹ ਪ੍ਰੋਬਲਮ ਇਸ ਕਰਕੇ ਆ ਰਹੀ ਹੈ ਕਿ ਦੋ ਸਾਡੀਆਂ ਕੰਪਨੀਆਂ ਨੇ ਜਿਹੜਾ ਉਤਪਾਦਨ ਕਰਨਾ ਸ਼ੁਰੂ ਕੀਤਾ ਹੈ, ਵਿਦੇਸ਼ੀ ਕੰਪਨੀਆਂ ਨੇ ਜਿਹੜੀਆਂ ਰਿਸਰਚ ਕੀਤੀ ਹੈ ਜੀ, ਉਸ ਰਿਸਰਚ ਦੇ ਰਿਜ਼ਲਟ ਵਗੈਰਾ ਜਦੋਂ ਇੱਥੇ ਭਾਰਤ ਦੇ ਵਿੱਚ ਟੈਸਟਿੰਗ ਕਰਕੇ ਦੇਖੀ ਜੀ, ਉਹਦੇ ਐਕਸਪੈਰੀਮੈਂਟ ਕਰਕੇ ਦੇਖੇ ਤਾਂ ਉਹ ਠੀਕ ਆਏ। ਹਾਂਜੀ। ਭਾਰਤ ਦੇ ਮੁਤਾਬਕ ਕੋਵਾਸ਼ੀਲਡ ਹੋਵੇ ਚਾਹੇ ਕੋਵੈਕਸਿਨ ਹੋਵੇ ਉਹ ਬਹੁਤ ਵਧੀਆ ਉਹਨੂੰ ਵੈਕਸੀਨ ਸਮਝਿਆ ਗਿਆ ਜੀ। ਲੇਕਿਨ ਉੱਥੇ ਵੀ ਆਪਣੀ ਭੱਲ ਬਣਾਉਣ ਵਾਸਤੇ ਦੁਨੀਆ ਦੇ ਵਿੱਚ ਆਪਣੀ ਬੱਲੇ ਬੱਲੇ ਕਰਵਾਉਣ ਵਾਸਤੇ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ, ਇਹਨਾਂ ਨੇ ਦਵਾਈ ਹੈ ਜਿਹੜੀ ਉਹ ਬਾਹਰ ਭੇਜਣੀ ਸ਼ੁਰੂ ਕਰ ਦਿੱਤੀ। ਹਾਂਜੀ। ਇਹ ਮਹਾਮਾਰੀ ਜਿਹੜੀ ਹੈ ਇਹਨੇ ਬੜਾ ਵਿਕਰਾਲ ਰੂਪ ਧਾਰਨ ਕਰ ਰਿਹਾ ਹੈ।
ਜੀ ਤਾਂ ਸਾਡੀ ਹਾਲਤ ਇਹ ਹੈ ਕਿ ਤਾਲੋਂ ਖੁੱਤੀ ਦੂਮਣੀ ਗਾਵੇ ਆਲ ਬਤਾਲ। ਜੀ ਹੁਣ ਅਸੀਂ ਅੱਕੀ ਪਰਾਹੀ ਹੱਥ ਮਾਰਦੇ ਫਿਰਦੇ ਹਾਂ ਕਿ ਆਹ ਕਰੀਏ ਤੇ ਆਹ ਕਰੀਏ। ਉਹ ਤੋਂ ਵੱਡੀ ਗੱਲ ਇਹ ਹੈ ਜੀ, ਜਿਹੜੀ ਕਾਣੀ ਵੰਡ ਬੜੀ ਹੋ ਰਹੀ ਹੈ। ਜੀ ਮੈਂ ਮਮਤਾ ਬੈਨਰਜੀ ਦਾ ਇੱਕ ਬਿਆਨ ਪੜ੍ਹ ਕੇ ਹਟਿਆ। ਕੱਲ ਜਿਹੜੀ ਪ੍ਰਧਾਨ ਮੰਤਰੀ ਨੇ ਆਲ ਪਾਰਟੀ ਮੀਟਿੰਗ ਬੁਲਾਈ ਸੀ, ਹਾਂਜੀ ਉਹਦੇ ਮਮਤਾ ਬੈਨਰਜੀ ਨਹੀਂ ਸੀ ਗਈ ਤੇ ਕੁਝ ਲੋਕਾਂ ਨੇ ਨੁਕਤਾਚੀਨੀ ਵੀ ਕੀਤੀ ਕਿ ਮਮਤਾ ਬੈਨਰਜੀ ਨੂੰ ਆਪ ਜਾਣਾ ਚਾਹੀਦਾ ਸੀ, ਹਾਲਾਂਕਿ ਵਰਚੁਅਲ ਮੀਟਿੰਗ ਹੋ ਗਈ ਸੀ। ਜੀ ਉਹਨੇ ਆਪਣੇ ਚੀਫ ਸੈਕਟਰੀ ਨੂੰ ਕਿਉਂ ਭੇਜਿਆ? ਜੀ ਔਰ ਇੱਥੇ ਮਮਤਾ ਬੈਨਰਜੀ ਨੇ ਜਵਾਬ ਦਿੱਤਾ ਹੈ ਕਿ ਅਸਲ ਦੇ ਵਿੱਚ ਮੈਨੂੰ ਬੁਲਾਇਆ ਹੀ ਨਹੀਂ ਗਿਆ ਸੀ, ਮੇਰੀ ਸਰਕਾਰ ਨੂੰ ਜਿਹੜਾ ਸੱਦਾ ਦਿੱਤਾ ਸੀ, ਸਰਕਾਰ ਦਾ ਪ੍ਰਤੀਨਿਧ ਚੀਫ ਸੈਕਟਰੀ ਨੇ ਆਪਦੀ ਗੱਲ ਕਹਿ ਦਿੱਤੀ। ਜੀ ਪਰ ਨਾਲ ਮਮਤਾ ਬੈਨਰਜੀ ਨੇ ਜਿਹੜਾ ਸਵਾਲ ਉਠਾਇਆ ਉਹ ਬੜਾ ਇੰਪੋਰਟੈਂਟ ਹੈ। ਜੀ ਉਹਨੇ ਕਿਹਾ ਕਿ ਦਵਾਈਆਂ ਤੇ ਆਕਸੀਜਨ ਦੀ ਜਿਹੜੀ ਡਿਵੀਜ਼ਨ ਹੈ, ਹਾਂਜੀ ਉਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਹੈਗੀ ਹੈ ਤਰਫਦਾਰੀ ਕੀਤੀ ਜਾ ਰਹੀ ਹੈ। ਜੀ ਉਹਦੇ ਤੇ ਬਿਕਰੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਸਰਕਾਰਾਂ ਨਾਲ ਜਿਹੜੀਆਂ ਸਰਕਾਰਾਂ ਆਪੋਜੀਸ਼ਨ ਪਾਰਟੀਆਂ ਦੇ ਨਾਲ ਸੰਬੰਧਿਤ ਹੈ। ਜੀ ਮਮਤਾ ਬੈਨਰਜੀ ਦਾ ਦੋਸ਼ ਇਹ ਹੈ ਕਿ ਟੋਟਲ ਆਕਸੀਜਨ ਤੇ ਦਵਾਈਆਂ ਜਿਹੜੀਆਂ ਉਹਦਾ 60% ਸਿਰਫ ਗੁਜਰਾਤ ਨੂੰ ਦਿੱਤਾ ਜਾ ਰਿਹਾ ਹੈ। ਜੀ ਬਾਕੀ 40% ਜਿਹੜਾ ਹੈਗਾ ਉਹ ਬਾਕੀ ਭਾਰਤ ਨੂੰ ਦਿੱਤਾ ਜਾ ਰਿਹਾ ਹੈ। ਗੁਜਰਾਤ ਤੇ ਭਾਰਤ ਜੇ ਕੰਪੇਅਰ ਕਰੀਏ ਤਾਂ ਫਰਕ ਬਹੁਤ ਵੱਡਾ ਹੈ। ਜੀ ਇਹ ਦੇਖੀਏ, ਚਾਹੇ ਉੱਤਰ ਪ੍ਰਦੇਸ਼ ਹੈ ਚਾਹੇ ਮੱਧ ਪ੍ਰਦੇਸ਼ ਹੈ, ਇਹ ਰਾਜ ਉਹ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰ ਹੈ। ਜੀ ਲੇਕਿਨ ਇਹ ਜਿਹੜੀ ਹੈ ਉਹ ਗੁਜਰਾਤ ਨੂੰ ਦਿੱਤੀ ਜਾ ਰਹੀ ਹੈ ਇਸ ਕਰਕੇ ਕਿਉਂਕਿ ਗੁਜਰਾਤ ਪ੍ਰਧਾਨ ਮੰਤਰੀ ਦਾ ਵੀ ਸੂਬਾ ਤੇ ਗ੍ਰਹਿ ਮੰਤਰੀ ਦਾ ਵੀ ਸੂਬਾ ਹੈ। ਹਾਂਜੀ ਇਹ ਹਾਕਮੀ ਮੁਲਕ ਦਾ ਰਾਜਾ ਜੀ ਇਸ ਤਰ੍ਹਾਂ ਪਰਜਾ ਨਾਲ ਵਿਤਕਰੇਬਾਜ਼ੀ ਕਰਨ ਲੱਗੇ ਤਾਂ ਜੋ ਹਾਲਾਤ ਸਿਰ ਹੁੰਦੇ ਜੀ ਅਸੀਂ ਉਹ ਚੱਲ ਰਹੇ ਹਾਂ, ਉਹਨਾਂ ਨੂੰ ਅਸੀਂ ਭੁਗਤ ਰਹੇ ਹਾਂ। ਔਰ ਇਹ ਜਿਹੜਾ ਪਬਲਿਕ ਜਿਹੜੀ ਹੈ ਜੋ ਕੁਝ ਭੁਗਤ ਰਹੀ ਹੈ, ਇਹਦੇ ਵਿੱਚ ਜ਼ਿਆਦਾਤਰ ਚਲੋ ਠੀਕ ਹੈ ਕੁਦਰਤ ਆਪਣੀ ਥਾਂ ਦੇ ਉੱਤੇ ਹੈ, ਲੇਕਿਨ ਜਿਹੜੀ ਮਿਸਮੈਨੇਜਮੈਂਟ ਹੈ, ਜੀ ਜਿਹੜੀ ਗਲਤ ਪ੍ਰਬੰਧਨ ਹੈ, ਗਲਤ ਪ੍ਰਬੰਧ ਕੀਤਾ ਗਿਆ ਠੀਕ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ, ਜਿਹੜਾ ਜਦੋਂ ਜਾਗਣ ਦਾ ਵੇਲਾ ਸੀ ਉਦੋਂ ਅਸੀਂ ਜਾਗੇ ਨਹੀਂ ਸੀ, ਸੁੱਤੇ ਰਹੇ ਹਾਂ, ਤੇ ਹੁਣ ਜਦੋਂ ਸਾਰਾ ਕੁਝ ਪਾਣੀ ਸਿਰ ਦੇ ਉੱਤੋਂ ਦੀ ਟੱਪਿਆ ਤੇ ਅਸੀਂ ਫਿਰ ਜਾਗ ਰਹੇ ਹਾਂ। ਹੁਣ ਤਾਂ ਕਹਿੰਦੇ ਜੀ ਆਕਸੀਜਨ ਪਲਾਂਟ ਲਾਉਣ ਵਾਸਤੇ ਜਰਮਨ ਤੋਂ ਜਹਾਜ਼ਾਂ ਦੇ ਰਾਹੀਂ ਮਸ਼ੀਨਰੀ ਬਣਾਈ ਜਾ ਰਹੀ ਹੈ। ਜੀ ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਸਾਡੀ ਸਰਕਾਰ ਦਾ ਜਿਹੜਾ ਪ੍ਰੋਜੈਕਟ ਜਿਹੜਾ ਟੀਚਾ ਸੀ, ਜੀ ਟੀਚਾ ਇਹ ਸੀ ਕਿ 162 ਜਿਹੜੇ ਹੈਗੇ ਆ ਪ੍ਰੋਜੈਕਟ ਨਵੇਂ ਲਾਉਣੇ ਆ ਆਕਸੀਜਨ ਪੈਦਾ ਕਰਨ ਵਾਸਤੇ। ਜੀ ਲੇਕਿਨ ਸਥਿਤੀ ਇਹ ਹੈ ਕਿ ਸਿਰਫ ਤੇ ਸਿਰਫ ਅਜੇ ਤੱਕ 32 ਪ੍ਰੋਜੈਕਟ ਤਿਆਰ ਹੋਏ ਹੈ। ਹਾਂਜੀ ਬਾਕੀ ਤੇ ਹੈਗੇ ਜੇ ਅੰਡਰ ਕੰਸਟਰਕਸ਼ਨ ਹੈ ਤੇ ਕੁਝ ਤਾਂ ਕੰਮ ਸ਼ੁਰੂ ਨਹੀਂ ਹੋਇਆ। ਇਹਦਾ ਕਾਰਨ ਵੀ ਦੇਖੀਏ ਜਲਦੀ ਆਪਣਾ ਮੇਜਰ ਸਾਹਿਬ ਤੇ ਇਹਦਾ ਵੱਡਾ ਕਾਰਨ ਇਹ ਹੈ ਕਿ ਵਕਤ ਦੇ ਟੈਂਡਰ ਹੀ ਨਹੀਂ ਅਲਾਟ ਕੀਤੇ ਗਏ। ਜੀ ਸਰਕਾਰ ਕਰ ਕੀ ਰਹੀ ਹੈ? ਵੈਸੇ ਤਾਂ ਸਾਡੀ ਸਰਕਾਰ ਇਹ ਗੱਲ ਕਰੀਏ, ਮੋਦੀ ਜੀ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ, ਜੀ ਪਰ ਜਿੱਥੇ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਸਵਾਲ ਹੋ ਜੇ ਉੱਥੇ ਇਹ ਸਰਕਾਰ ਫੇਲ ਹੋਈ ਹੈ ਤੇ ਇਹ ਮੁਮਕਿਨ ਦੀ ਬਜਾਏ ਨਾਮੁਮਕਿਨ ਹੋ ਕੇ ਰਹਿ ਗਈ ਹੈ। ਜੀ ਬਿਲਕੁਲ ਢਿੱਲੋਂ ਜੀ, ਇਹਦੇ ਨਾਲ ਹੀ ਮੈਂ ਸੋਸ਼ਲ ਮੀਡੀਆ ਕਾਫੀ ਦੇਖਿਆ, ਭਾਵੇਂ ਕਿ ਬੜੀ ਨੁਕਤਾਚੀਨੀ ਕੀਤੀ ਜਾਂਦੀ ਆ ਜਿਹੜੀਆਂ ਚੈਰਿਟੀਆਂ ਆ ਸੇਵਾ ਕਰਦੀਆਂ, ਜਿਵੇਂ ਕਿ ਮੇਰਾ ਇਸ਼ਾਰਾ ਭਾਈ ਰਵੀ ਸਿੰਘ ਵੱਲ ਆ ਜੀ, ਖਾਲਸਾ ਏਡ ਵੱਲ। ਉਹਨਾਂ ਨੇ ਦਿੱਲੀ ਦੇ ਵਿੱਚ ਕਹਿੰਦੇ ਕੋਸ਼ਿਸ਼ ਕੀਤੀ ਆ, ਕਈ ਮਰੀਜ਼ ਆਕਸੀਜਨ ਤੋਂ ਬਗੈਰ ਜਿਹੜੇ ਮਰ ਰਹੇ ਆ, ਤਾਂ ਉਹਨਾਂ ਨੇ ਕਿਸੇ ਗੁਰਦੁਆਰੇ ਸਾਹਮਣੇ ਵੀ ਆਕਸੀਜਨ ਸਿਲੰਡਰ ਰੱਖੇ ਤਾਂ ਗੱਡੀਆਂ ਦੇ ਵਿੱਚ ਮਰੀਜ਼ਾਂ ਨੂੰ ਪਾ ਕੇ ਤਾਂ ਆਕਸੀਜਨ ਪੂਰੀ ਕੀਤੀ ਜਾ ਰਹੀ ਆ, ਤੇ ਇਸ ਵੱਲ ਉਪਰਾਲਾ ਕਾਫੀ ਕੀਤਾ ਜਾਂਦਾ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਹੋਰ ਵੀ ਇਦਾਂ ਦੀਆਂ ਚੈਰਿਟੀਆਂ ਆਉਣ, ਕਿਉਂਕਿ ਸਾਨੂੰ ਢਿੱਲੋਂ ਜੀ ਨੇ ਦੱਸ ਹੀ ਦਿੱਤਾ ਜੋ ਸਰਕਾਰ ਦੇ ਦਾਅਵੇ ਸੀ ਖੋਖਲੇ ਨਿਕਲੇ ਆ। ਜਿਵੇਂ ਬੱਲੇ ਬੱਲੇ ਕਰਾਉਣ ਵਾਸਤੇ ਬਾਹਰ ਨੂੰ ਬ੍ਰਾਜ਼ੀਲ ਨੂੰ ਦਵਾਈ, ਹੋਰ ਦੇਸ਼ਾਂ ਨੂੰ ਦਵਾਈ ਦਿੱਤੀ, ਆਕਸੀਜਨ ਵੀ ਦਿੱਤੀ, ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਹਮੇਸ਼ਾ ਮਾਰਦੇ। ਕਿ ਸਿਆਣੇ ਸੱਚ ਕਹਿੰਦੇ ਵੀ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ, ਵਾਕਿਆ ਹੀ ਮੋਦੀ ਦੇ ਦੀਵੇ ਦੇ ਥੱਲੇ ਹਮੇਸ਼ਾ ਹਨੇਰਾ ਹੀ ਹੁੰਦਾ। ਹਰ ਗੱਲ ਨੂੰ ਓਵਰ ਕੰਫੀਡੈਂਸ ਹੋ ਲੈਂਦਾ। ਹਮੇਸ਼ਾ ਉਹਨਾਂ ਕੀ ਗੱਲ ਕਰਨੀ ਚਾਹੀਦੀ ਜਿੰਨਾ ਕਿ ਤੁਸੀਂ ਪਕਾ ਸਕਦੇ ਹੋ ਜਾਂ ਕਰ ਸਕਦੇ ਹੋ। ਸੋ ਅਗਰ ਜੇ ਤੁਸੀਂ ਪ੍ਰਧਾਨ ਮੰਤਰੀ, ਲੋਕਾਂ ਨੇ ਤੁਹਾਨੂੰ ਚੌਕੀਦਾਰ ਬਣਾਇਆ, ਤੇ ਜੇ ਤੁਸੀਂ ਚੌਕੀਦਾਰਾ ਸਹੀ ਤਰ੍ਹਾਂ ਕਰ ਨਹੀਂ ਸਕਦੇ ਤਾਂ ਤੁਹਾਨੂੰ ਲਾਂਭੇ ਹੋ ਜਾਣਾ ਚਾਹੀਦਾ। ਅਸਲ 'ਚ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ। ਮੈਂ ਤਾਂ RSS ਅੱਗੇ ਵੀ ਬੇਨਤੀ ਕਰਦਾ, ਭਾਈ ਵੀ ਤੁਸੀਂ ਕਿਸੇ ਹੋਰ ਨੂੰ ਮੌਕਾ ਦਿਓ। ਇਹ ਪ੍ਰਧਾਨ ਮੰਤਰੀ ਇਸ ਵੇਲੇ ਫੇਲ ਹੋਇਆ ਹਰ ਪਲੇਟਫਾਰਮ ਤੇ। ਸੋ ਪਰ ਉਹ ਵੀ RSS ਦੀ ਮਜਬੂਰੀ ਆ ਜੀ, ਕਿਉਂਕਿ ਕਾਰਪੋਰੇਟ ਘਰਾਣਿਆਂ ਦਾ ਹੱਥ ਮੋਦੀ ਤੇ ਆ। ਦੋ ਵੱਡੇ ਘਰਾਣੇ ਜਿਹੜੇ ਅੰਬਾਨੀ ਤੇ ਅਡਾਨੀ ਆ, ਉਹ ਗੁਜਰਾਤ ਨੂੰ ਬਿਲੋਂਗ ਕਰਦੇ ਆ। ਤੇ ਜਦੋਂ ਹਾਲਾਤ ਸੀਗੇ ਭਾਜਪਾ ਦੇ, ਜਦੋਂ ਇਹਨਾਂ ਕੋਲ ਪੈਸਾ ਨਹੀਂ ਸੀ, ਤੇ ਉਦੋਂ ਪੈਸਾ ਇਕੱਠਾ ਕਰਕੇ ਇਹ ਮੋਦੀ ਲੈ ਕੇ ਆਇਆ ਸੀ, ਪਿੱਛੇ ਥਾਪੜਾ ਸੀ ਉਹਨਾਂ ਦਾ, ਤਾਂ ਕਰਕੇ ਇਹਨੂੰ ਪ੍ਰਧਾਨ ਮੰਤਰੀ ਬਣਾਇਆ। ਸੋ ਢਿੱਲੋਂ ਜੀ, ਇਹਦੇ ਨਾਲ ਹੀ ਅਗਲੀ ਖਬਰ ਆਪਾਂ ਸਾਂਝੀ ਕਰ ਲਈਏ। ਕਰੋਨਾ ਆਕਸੀਜਨ ਦੀ ਕਮੀ ਕਾਰਨ ਸਰ ਗੰਗਾ ਰਾਮ ਹਸਪਤਾਲ ਦੇ 25 ਮਰੀਜ਼ਾਂ ਦੀ ਮੌਤ। ਬਿਲਕੁਲ ਜੀ, ਕੱਲ ਸਵੇਰੇ 8 ਵਜੇ
ਜਿਹੜਾ ਇੱਕ ਬੁਲੇਟਿਨ ਜਾਰੀ ਕੀਤਾ ਹੈ ਜੀ ਸਰ ਗੰਗਾ ਹਸਪੀਟਲ ਵਾਲਿਆਂ ਨੇ, ਉਹਦੇ ਵਿੱਚ ਉਹਨਾਂ ਨੇ ਦੱਸਤਾ ਸੀ ਕਿ ਕਰੋਨਾ ਨਾਲ ਰਿਲੇਟਡ ਜਿਹੜੇ 25 ਮਰੀਜ਼ ਹੈ ਆਕਸੀਜਨ ਦੀ ਸਪਲਾਈ ਜਿਹੜੀ ਹੈ ਘੱਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਜੀ। ਔਰ 60 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦੀ ਹਾਲਤ ਬਹੁਤ ਹੀ ਕ੍ਰਿਟੀਕਲ ਹੈ। ਹਾਂਜੀ ਇਹ ਵੀ ਦੱਸਿਆ ਸੀ ਸਰ ਗੰਗਾ ਰਾਮ ਹਸਪੀਟਲ ਵਾਲਿਆਂ ਨੇ ਕਿ ਸਾਡੇ ਕੋਲੇ ਆਕਸੀਜਨ ਜਿਹੜੀ ਹੈ ਸਿਰਫ ਘੰਟੇ 2 ਘੰਟੇ ਦੀ ਰਹਿ ਗਈ ਹੈ ਜੀ ਤੇ ਜਿਹੜੀ ਆਕਸੀਜਨ ਹੈ ਵੀ ਉਹਦਾ ਪ੍ਰੈਸ਼ਰ ਇੰਨਾ ਘੱਟ ਹੈ ਕਿ ਉਹ ਮਰੀਜ਼ਾਂ ਦੇ ਫੇਫੜਿਆਂ ਤੱਕ ਨਹੀਂ ਜਾਂਦੀ। ਜੀ ਕਿਉਂਕਿ ਜਾਣਦੇ ਆ ਕਿ ਆਕਸੀਜਨ ਜੇ ਬੰਦਾ ਠੀਕ ਹੋਵੇ ਤੰਦਰੁਸਤ ਹੋਵੇ ਤਾਂ ਫਿਰ ਉਹ ਓਪਨ ਹਵਾ ਦੇ ਵਿੱਚ ਵੀ ਆਕਸੀਜਨ ਲੈ ਲੈਂਦਾ ਹੈ। ਜੀ ਆਕਸੀਜਨ ਕਿਸੇ ਬੰਦੇ ਨੂੰ ਉਦੋਂ ਹੀ ਚੜਾਉਣੀ ਪੈਂਦੀ ਹੈ ਤੇ ਪ੍ਰੈਸ਼ਰ ਨਾਲ ਦੇਣੀ ਪੈਂਦੀ ਹੈ ਜਦੋਂ ਉਹਦਾ ਜਿਹੜਾ ਅੰਦਰੂਨੀ ਸਿਸਟਮ ਹੈ ਉਹ ਕੰਮ ਨਾ ਕਰੇ। ਜੀ ਤਮੀਕਾਰ ਉਹਨਾਂ ਨੇ ਕਿਹਾ ਸੀ ਕਿ ਜੀ 60 ਬੰਦੇ ਹੋਰ ਮਰ ਸਕਦੇ ਆ ਤੇ ਸਰਕਾਰ ਇਹਦੇ ਵਾਸਤੇ ਕੋਈ ਪ੍ਰਬੰਧ ਕਰੇ। ਜੀ ਇੱਕ ਸਰਕਾਰ ਜਿਵੇਂ ਕਿ ਸੁੱਤੀ ਹੋਈ ਹੈ, ਪ੍ਰਧਾਨ ਮੰਤਰੀ ਸਾਹਿਬ ਦੀ ਤਾਂ ਹਾਲਤ ਇਹ ਬਣੀ ਹੋਈ ਸੀ ਕਿ ਉਹ ਇਹ ਗੱਲ ਨੂੰ ਭੁੱਲ ਹੀ ਗਏ ਕਿ ਉਹ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਜੀ ਦੇਸ਼ ਵੋਟਰਾਂ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਦੇਸ਼ ਦੇ ਲੋਕਾਂ ਦੀ ਸੇਵਾ ਕਰਨ, ਦੇਸ਼ ਦੇ ਲੋਕਾਂ ਦਾ ਖਿਆਲ ਰੱਖਣ। ਜੀ ਲੇਕਿਨ ਉਹ ਇਸ ਚੀਜ਼ ਨੂੰ ਭੁੱਲ ਕੇ ਇੱਕੇ ਗੱਲ ਦੇ ਉੱਤੇ ਹੋ ਗਏ ਕਿ ਮੈਂ ਤਾਂ ਬੀਜੇਪੀ ਦੀ ਸੇਵਾ ਕਰਨੀ ਹੈ ਤੇ ਆਰਐਸਐਸ ਦੀ ਸੇਵਾ ਕਰਨੀ ਹੈ। ਜੀ ਕਿਤੇ ਸਾਡੀਆਂ ਸਰਕਾਰਾਂ ਨਹੀਂ ਬਣੀਆਂ ਉੱਥੋਂ ਦੀਆਂ ਸਰਕਾਰਾਂ ਨੂੰ ਤੋੜ ਕੇ ਆਪਦੀਆਂ ਸਰਕਾਰਾਂ ਬਣਾਉਣਗੇ। ਜੀ ਜਿੱਥੇ ਕਿ ਚੋਣਾਂ ਹੋਣਗੀਆਂ ਉੱਥੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਦੰਡ ਭੇਦ ਸਾਮ ਦਾਮ ਜੋ ਵੀ ਸਾਰਾ ਕੁਛ ਹੈ ਜੀ ਉਹਦੀ ਵਰਤੋਂ ਕਰਕੇ ਤੇ ਉੱਥੇ ਆਪਾਂ ਆਪਣੀਆਂ ਸਰਕਾਰਾਂ ਬਣਾਉਣਗੇ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਗੁਜਰਾਤ ਤੋਂ ਲੈ ਕੇ ਮੱਧ ਪ੍ਰਦੇਸ਼ ਤੱਕ ਜੋ ਹੋਇਆ ਜੀ ਆਪੋਜੀਸ਼ਨ ਸਰਕਾਰਾਂ ਨੂੰ ਡੀਸਟੇਬਲਾਈਜ਼ ਕਰਕੇ ਇਹਨਾਂ ਨੇ ਆਪਣੀ ਸਰਕਾਰ ਬਣਾਈ ਹੈ। ਹਾਂਜੀ ਤੇ ਜਿਹੜੀ ਹੈਗੀ ਸਾਰੀ ਮਸ਼ੀਨਰੀ ਲੈ ਕੇ ਸਾਰੀ ਸਰਕਾਰ, ਸਾਰੀ ਕੇਂਦਰੀ ਕੈਬਨਿਟ, ਜੀ ਸਾਰੀਆਂ ਚਾਹੇ ਉਹ ਇਨਕਮ ਟੈਕਸ ਹੈ, ਚਾਹੇ ਉਹ ਈਡੀ ਹੈ, ਚਾਹੇ ਉਹ ਸੀਬੀਆਈ ਹੈ, ਚਾਹੇ ਉਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਜੀ ਉਹਨਾਂ ਨੂੰ ਸਾਰੇ ਦਾ ਸਾਰਾ ਹੈੱਡਕੁਆਟਰ ਸਰਕਾਰ ਨੇ ਆਪਣਾ ਕਲਕੱਤੇ ਬਣਾਇਆ ਹੋਇਆ ਹਾਂਜੀ ਤਾਂ ਕਿ ਦਾਲ ਵਾਲੀ ਜਿਹੜੀ ਹੈ ਚੋਣ ਜਿੱਤੀ ਜਾਵੇ। ਜੀ ਇੱਥੋਂ ਤੱਕ ਕਿ ਮੁਲਕ ਦੀ ਜਿਹੜੀ ਆਬਰੂ ਹੈ ਉਹਨੂੰ ਵੀ ਦਾਅ ਤੇ ਲਾ ਦਿੱਤਾ। ਜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੰਗਲਾਦੇਸ਼ ਦੇ ਆਜ਼ਾਦੀ ਦਿਵਸ ਦੇ ਮੌਕੇ ਬੰਗਲਾਦੇਸ਼ ਦੇ ਵਿੱਚ ਗਏ ਸੀ, ਢਾਕੇ ਗਏ ਸੀ ਜੀ ਔਰ ਉੱਥੇ ਜਾ ਕੇ ਵੀ ਇਹਨਾਂ ਨੇ ਜੋ ਕੁਝ ਕੀਤਾ ਸੀ ਉੱਥੇ ਇੱਕ ਮੰਦਿਰ ਸੀ ਔਰ ਉਹ ਮੰਦਿਰ ਜਿਹੜਾ ਹੈਗਾ ਉਹ ਮਟੂਆ ਕਮਿਊਨਿਟੀ ਦਾ ਹੈ। ਜੀ ਮਟੂਆ ਕਮਿਊਨਿਟੀ ਦੀਆਂ ਕਾਫੀ ਸਾਰੀਆਂ ਵੋਟਾਂ ਬੰਗਾਲ ਦੇ ਵਿੱਚ ਹੈ ਕਿਉਂਕਿ ਚਾਹੇ ਬੰਗਲਾਦੇਸ਼ ਹੋਵੇ ਤੇ ਚਾਹੇ ਇਹ ਬੰਗਾਲ ਹੋਵੇ। ਜੀ ਪਹਿਲਾਂ ਇਹ ਵਾਲੇ ਬੰਗਾਲ ਨੂੰ ਪੱਛਮੀ ਬੰਗਾਲ ਕਿਹਾ ਜਾਂਦਾ ਸੀ ਤੇ ਬੰਗਲਾਦੇਸ਼ ਨੂੰ ਪੂਰਬੀ ਬੰਗਾਲ, ਬੰਗਲਾਦੇਸ਼ ਵਾਲੇ ਨੂੰ ਪੂਰਬੀ ਬੰਗਾਲ ਕਿਹਾ ਜਾਂਦਾ ਸੀ। ਜੀ ਲੇਕਿਨ ਤੋਂ ਦੇਸ਼ ਦੀ ਡਿਵੀਜ਼ਨ ਹੋ ਗਈ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸੀ ਤੇ ਸਾਡਾ ਜਿਹੜਾ ਹੈਗਾ ਇੰਡੀਆ ਦਾ ਰਹਿ ਗਿਆ। ਜੀ ਫਿਰ ਤੋਂ 1971 ਦੀ ਜੰਗ ਹੋਈ। 1971 ਦੀ ਜੰਗ ਦੇ ਵਿੱਚ ਇਹ ਇੱਕ ਨਵਾਂ ਦੇਸ਼ ਹੋਂਦ ਵਿੱਚ ਆ ਗਿਆ। ਜੀ ਲੇਕਿਨ ਭਾਈਚਾਰਾ ਜਿਵੇਂ ਆਪਾਂ ਦੇਖਦੇ ਆ ਕਿ ਜਿਵੇਂ ਪੰਜਾਬੀ ਬੋਲਦੇ ਅਸੀਂ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ ਬੈਠੇ ਆ ਤੇ ਲਹਿੰਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਬੈਠੇ ਆ। ਜੀ ਉੱਥੇ ਵੀ ਭਾਵੇਂ ਉਹਨਾਂ ਦੀ ਸ਼ਾਹਮੁਖੀ ਹੈ ਤੇ ਸਾਡੀ ਗੁਰਮੁਖੀ ਹੈ, ਜੀ ਲੇਕਿਨ ਜਦੋਂ ਬੋਲਦੇ ਸੁਣਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਤੇ ਉਹਨਾਂ ਦੀ ਪੰਜਾਬੀ ਸਾਡੇ ਨਾਲੋਂ ਕਿਤੇ ਸ਼ੁੱਧ ਹੈ। ਜੀ ਇਹੀ ਸਥਿਤੀ ਜਿਹੜੀ ਹੈ ਬੰਗਾਲਾਂ ਦੀ ਹੈ ਦੋਨਾਂ ਦੀ। ਜੀ ਤੋਂ ਪ੍ਰਧਾਨ ਮੰਤਰੀ ਸਾਹਿਬ ਗਏ, ਮਟੂਆ ਕਮਿਊਨਿਟੀ ਦਾ ਇੱਕ ਲੀਡਰ ਵੀ ਇਹਨਾਂ ਦੇ ਨਾਲ ਸੀ। ਜੀ ਸਰਕਾਰੀ ਜਹਾਜ਼ ਵਿੱਚ ਗਿਆ ਤੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਉੱਥੇ ਕੋਈ ਸ਼ਰਧਾ ਭੇਟ ਕਰਨੀ ਸੀ ਜਾਂ ਕੋਈ ਤੇ ਪੂਜਾ ਪਾਠ ਕਰਨਾ ਸੀ, ਜੀ ਉਹਦੇ ਨਾਲ ਨਾਲ ਬੰਗਾਲ ਦੀਆਂ ਚੋਣਾਂ ਦਾ ਜ਼ਿਕਰ ਕੀਤਾ। ਜੀ ਧਰਤੀ ਤੋਂ ਜਾ ਕੇ ਬੰਗਾਲ ਦੀਆਂ ਚੋਣਾਂ ਦਾ ਜ਼ਿਕਰ ਕਰਨਾ ਤੇ ਵੋਟਾਂ ਵਾਸਤੇ ਲੋਕਾਂ ਨੂੰ ਇੱਕ ਕਿਸਮ ਦੀ ਅਪੀਲ ਕਰਨੀ ਟੇਢੇ ਢੰਗ ਦੇ ਨਾਲ। ਜੀ ਇਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸੀ ਲੇਕਿਨ ਇਹਦਾ ਨੋਟਿਸ ਨਹੀਂ ਲਿਆ ਦੇਸ਼ ਦੇ ਚੋਣ ਕਮਿਸ਼ਨ ਨੇ। ਜੀ ਸੋ ਕਹਿ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਦੀ ਹਾਲਤ ਤਾਂ ਇਹ ਹੈ ਤੇ ਗ੍ਰਹਿ ਮੰਤਰੀ ਦੀ ਹਾਲਤ ਇਹ ਹੈ ਕਿ ਉਹਨਾਂ ਨੂੰ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ। ਜੀ ਆਖਰੀ ਨਾਲ ਜੇ ਆਪਾਂ ਦੇਖੀਏ ਮੇਜਰ ਸਾਹਿਬ ਜਿਹੜਾ ਸਰ ਗੰਗਾ ਰਾਮ ਹਸਪੀਟਲ ਹੈ, ਹਾਂਜੀ ਸਰ ਗੰਗਾ ਰਾਮ ਹਸਪੀਟਲ ਕੋਈ ਛੋਟਾ ਮੋਟਾ ਹਸਪੀਟਲ ਨਹੀਂ। ਜੀ ਕਦੇ ਕਦੇ ਇਹਦਾ ਜ਼ਿਕਰ ਇਸ ਕਰਕੇ ਆਉਂਦਾ ਸਰ ਗੰਗਾ ਰਾਮ ਹਸਪੀਟਲ ਦਾ ਕਿਉਂਕਿ ਵੱਡੇ ਵੱਡੇ ਲੋਕ ਇੱਥੇ ਜਾ ਕੇ ਦਾਖਲ ਹੋ ਜਾਂਦੇ। ਜੀ ਸੋਨੀਆ ਗਾਂਧੀ ਦੀ ਕਾਂਗਰਸ ਪਾਰਟੀ ਦੀ ਪ੍ਰਧਾਨ ਹੈ ਇਸ ਵੇਲੇ ਅਸੀਂ ਉਹਦਾ ਦੇਖਦੇ ਹਾਂ ਕਿ ਕਈ ਵਾਰੀ ਉਹਦੀ ਸਥਿਤੀ ਵੈਸੇ ਉਹ ਬਿਮਾਰ ਰਹਿੰਦੀ ਹੈ। ਜੀ ਅਕਸਰ ਜਦੋਂ ਸਾਹ ਲੈਣ ਦੀ ਤਕਲੀਫ ਆਉਂਦੀ ਹੈ ਤੇ ਉਦੋਂ ਉੱਥੇ ਦਾਖਲ ਕਰਾਇਆ ਜਾਂਦਾ ਜਾਂ ਤਾਂ ਸਰ ਗੰਗਾ ਰਾਮ ਹਸਪੀਟਲ ਦੀਆਂ ਉਦੋਂ ਜਿਹੜੀਆਂ ਖਬਰਾਂ ਅਖਬਾਰਾਂ ਚ ਲੱਗਦੀਆਂ। ਜੀ ਵੈਸੇ ਅਸੀਂ ਦੇਖੀਏ ਉਹ ਹਸਪੀਟਲ ਹਰ ਪੱਖੋਂ ਨਿਪੁੰਨ ਹੈ, ਉਹਦੇ ਕੋਲੇ ਹਰ ਕਿਸਮ ਦੀਆਂ ਜਿਹੜੀਆਂ ਹੈਗੀਆਂ ਫੈਸਿਲਿਟੀਜ਼ ਹੈਗੀਆਂ ਔਰ ਬੜੇ ਤਕੜੇ ਡਾਕਟਰ ਜਿਹੜੇ ਹੈਗੇ ਉਸ ਹਸਪੀਟਲ ਦੇ ਵਿੱਚ ਹੈ। ਜੀ ਸੰਸਾਰ ਸਿੱਧ ਆਰਥੋ ਦੇ ਡਾਕਟਰ ਜਿਹੜੇ ਮਤਲਬ ਟੁੱਟ ਭੱਜ ਦੇ ਬੜੇ ਵੱਡੇ ਡਾਕਟਰ ਹੈ ਜਿਨ੍ਹਾਂ ਦਾ ਨਾਂ ਰਿਹਾ ਡਾਕਟਰ PS ਮੈਨੀ, ਜੀ ਉਹ ਵੀ ਗੰਗਾ ਹਸਪੀਟਲ ਦੇ ਵਿੱਚ ਕੰਮ ਕਰਦੇ ਰਹੇ ਹੈ।
ਔਰ ਇਹ ਆਪਾਂ ਨੂੰ ਮੰਨਣਾ ਚਾਹੀਦਾ ਕਿ ਜੀ ਐਡੇ ਵੱਡੇ ਹਸਪਤਾਲ ਦੀ ਹਾਲਤ ਇਹ ਹੈ ਕਿ ਆਕਸੀਜਨ ਵੱਲੋਂ ਉੱਥੋਂ ਬੰਦੇ ਮਰ ਰਹੇ ਹੈ ਜੀ ਤੇ ਫਿਰ ਬਾਕੀ ਭਾਰਤ ਦੀ ਦੂਰ ਦਰਾਡੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਜਿਹੜੇ ਜੰਗਲਾਂ 'ਚ ਰਹਿੰਦੇ ਆ, ਜਿਹੜੇ ਬਹੁਤ ਪਿਛੜੇ ਹੋਏ ਲੋਕਾਂ ਏਰੀਏ 'ਚ ਰਿਮੋਟ ਕੰਟਰੋਲ 'ਚ ਰਹਿੰਦੇ ਆ, ਜਿੱਥੇ ਟੈਲੀਫੋਨ ਦੀ ਫੈਸਿਲਿਟੀ ਹੈ ਨਹੀਂ, ਜੀ ਜਿੱਥੇ ਗੱਡੀ ਆਉਣ ਜਾਣ ਦਾ ਪ੍ਰਬੰਧ ਹੈ ਨਹੀਂ, ਪਿੰਡਾਂ ਦੇ ਵਿੱਚ ਕਾਰਾਂ ਹੈ ਨਹੀਂ, ਉੱਥੋਂ ਦੇ ਲੋਕਾਂ ਦੀ ਸਥਿਤੀ ਕੀ? ਜਿਹੜੇ ਸਾਡੇ ਕੋਲੇ ਅੰਕੜੇ ਆ ਰਹੇ ਆ, ਕੱਲ 3 ਲੱਖ ਤੇ 14,000 ਦਾ ਅੰਕੜਾ ਸੀ, ਅੱਜ ਇਹ ਅੰਕੜਾ ਜਿਹੜਾ ਹੈਗਾ 3 ਲੱਖ ਤੋਂ 20,000 ਨੂੰ ਵੀ ਪਾਰ ਕਰ ਗਿਆ ਜੀ। ਇਹ ਅੰਕੜੇ ਉਹ ਹੈ ਜਿਹੜੇ ਅੰਕੜੇ ਸਰਕਾਰੀ ਤੌਰ ਦੇ ਉੱਤੇ ਹਸਪਤਾਲਾਂ 'ਚੋਂ ਮਿਲਦੇ ਆ ਕਿ ਇੰਨੇ ਮਰੀਜ਼ ਆ ਗਏ ਜੀ ਤੇ ਇਹ ਜਿਹੜੇ ਸਭ ਬਹੁਤ ਸਾਰੇ ਮਰੀਜ਼ ਤਾਂ ਵਿਚਾਰੇ ਉਹ ਹੈ ਜਿਹੜੇ ਘਰਾਂ 'ਚ ਹੀ ਮਰ ਜਾਂਦੇ ਆ। ਜੀ ਪਰਿਵਾਰਕ ਲੋਕ ਜਿਹੜੇ ਹੈਗੇ ਦੱਸਦੇ ਤੱਕ ਵੀ ਨਹੀਂ ਕਿ ਸਾਡੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋ ਗਈ, ਉਹ ਕਹਿੰਦੇ ਦਵਾ ਦਵਾ ਸੰਸਕਾਰ ਕਰ ਦਿਓ। ਜੀ ਪਿੰਡਾਂ ਦੇ ਵੀ ਡਰਦੇ ਆ ਕਿ ਕੰਟੇਨਮੈਂਟ ਜ਼ੋਨ ਨਾ ਬਣਾ ਦੇਣ, ਕਿਤੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਅਮਲਾ ਫੈਲਾ ਆ ਕੇ ਸਾਡੇ ਪਿੰਡ ਦੀ ਘੇਰਾਬੰਦੀ ਨਾ ਕਰ ਦੋ। ਜੀ ਇਹੋ ਜਿਹੇ ਮਰੀਜ਼ਾਂ ਦੀ ਜੇ ਗਿਣਤੀ ਦੇਖੀਏ ਤਾਂ ਉਹ ਤਾਂ ਫਿਰ ਕੋਈ ਰਿਕਾਰਡ ਹੀ ਨਹੀਂ ਦਿੰਦਾ। ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਹੈਗੇ ਆ ਮਰ ਰਹੇ ਹੈ, ਜੀ ਕਿੰਨੇ ਕੁ ਲੋਕ ਇਸ ਬਿਮਾਰੀ ਤੋਂ ਜਿਹੜੇ ਹੈਗੇ ਪੀੜਿਤ ਹੈ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਰ ਰਹੇ ਲੋਕਾਂ ਨੂੰ ਹਸਪਤਾਲਾਂ ਦੇ ਬਚਾਉਣ ਵਾਸਤੇ ਜਿਹੜੀ ਚੀਜ਼ ਚਾਹੀਦੀ ਅਸੀਂ ਉਹ ਚੀਜ਼ ਮੁਹੱਈਆ ਨਹੀਂ ਕਰ ਰਹੇ। ਉਹ ਮਰਨ ਦੇ ਸਰ ਗੰਗਾ ਰਾਮ ਹਸਪੀਟਲ ਦੇ ਵਿੱਚ 24 ਘੰਟਿਆਂ ਦੇ ਵਿੱਚ ਇੰਨੀਆਂ ਮੌਤਾਂ ਹੋ ਜਾਣੀਆਂ, 25 ਮੌਤਾਂ ਹੋ ਜਾਣੀਆਂ, 60 ਬੰਦਿਆਂ ਦੀ ਹਾਲਤ ਪਤਾ ਨਹੀਂ ਅਜੇ ਤੱਕ ਇਸ ਵੇਲੇ ਦੀ ਕੀ ਹੈ। ਉੱਥੇ ਸਰਕਾਰ ਦੀ ਕੋਈ ਮਤਲਬ ਜਿਹੜੀ ਹੈ ਰਹਿਮ ਦੀ ਨਿਗਾਹ ਹੋਈ ਹੈ ਕਿ ਨਹੀਂ ਹੋਈ, ਉਸ ਹਸਪੀਟਲ ਨੂੰ ਭੇਜੀ ਹੈ ਆਕਸੀਜਨ ਕਿ ਨਹੀਂ। ਮੈਕਸ ਹਸਪੀਟਲ ਲੈ ਲਓ ਤੁਸੀਂ, ਵੱਡੇ ਵੱਡੇ ਹਸਪੀਟਲ ਆ ਜਿਹੜੇ, ਸਾਰੇ ਹੀ ਹਸਪੀਟਲਾਂ ਦੇ ਵਿੱਚ ਇਸ ਵੇਲੇ ਆਕਸੀਜਨ ਦੀ ਬਹੁਤ ਵੱਡੀ ਕਮੀ ਸੀ। ਬਿਲਕੁਲ ਢਿੱਲੋਂ ਵੀਰ ਜੀ, ਅਸਲ 'ਚ ਤਾਂ ਜਿਹੜੇ ਜਾਗਦੀ ਜ਼ਮੀਰ ਵਾਲੇ ਹੁੰਦੇ ਆ ਲੋਕ, ਉਹ ਹਮੇਸ਼ਾ ਜ਼ਿੰਮੇਵਾਰੀ ਕਬੂਲ ਲੈਂਦੇ ਆ। ਜੇ ਵਧੀਆ ਕੰਮ ਕੀਤਾ ਤਾਂ ਵੀ, ਤੇ ਜੇ ਉਹਨਾਂ ਤੋਂ ਕੋਈ ਗਲਤੀ ਹੋਈ ਤਾਂ ਵੀ। ਪਰ ਸਾਡੇ ਇੰਡੀਆ ਦਾ ਬਹੁਤ ਮੰਦਾ ਹਾਲ ਜੀ, ਕੁਰਸੀ ਨਾਲ ਏਡਸੇ ਚੁੰਬੜ ਜਾਂਦੇ ਆ ਤੇ ਉਹ ਚਾਹੁੰਦੇ ਵੀ ਸਾਡੀ ਸਿਵਿਆਂ ਤੱਕ ਵੀ ਕੁਰਸੀ ਜਾਵੇ। ਅਸਲ 'ਚ ਤਾਂ ਲੋਕਾਂ ਨੂੰ ਵੀ ਜਾਗਣਾ ਪੈਣਾ। ਜਦੋਂ ਅੰਨੇ ਬਾਸੀ ਅੰਨੇ ਭਗਤ ਬਣ ਜਾਂਦੇ ਆ ਤਾਂ ਵੋਟਾਂ ਪਾ ਕੇ ਉਹਨਾਂ ਲੋਕਾਂ ਨੂੰ ਲੈ ਆਉਂਦੇ ਆ ਜਿਨ੍ਹਾਂ ਦੀ ਗ੍ਰੈਜੂਏਸ਼ਨ ਵੀ ਐਡੀ ਖਾਸ ਨਹੀਂ ਹੁੰਦੀ ਤੇ ਜਿਹੜੇ ਦੂਰ ਅੰਦੇਸ਼ੀ ਦੇ ਲੋਕ ਨਹੀਂ ਹੁੰਦੇ। ਮੇਰੇ ਹਿਸਾਬ ਨਾਲ ਤਾਂ ਇਸ ਵੇਲੇ ਜਿਹੜੇ ਹਾਲਾਤ ਬਣੇ ਆ, ਜਿਹੜੇ ਥੋੜ੍ਹੇ ਦਿਨ ਪਹਿਲਾਂ ਹੀ ਟੀਵੀ ਤੇ ਹੱਬ ਕੇ ਬਿਆਨ ਦਿੰਦੇ ਸੀ ਜੀ ਇੰਡੀਆ ਨੇ ਵੈਕਸੀਨ ਬਾਹਰ ਦੇ ਦਿੱਤਾ, ਕੈਨੇਡਾ ਨੂੰ ਦੇ ਕੇ ਜਦੇ ਪੋਸਟ ਪਾਸ ਸੀ ਮੋਦੀ ਨੇ। ਅੱਜ ਭਾਵੇਂ ਕੇਜਰੀਵਾਲ ਤੇ ਇਲਜ਼ਾਮ ਲਾਉਂਦਾ, ਜ਼ਰੂਰ ਪ੍ਰੋਟੋਕਾਲ ਦੀ ਲੰਘਣਾ ਨਹੀਂ ਹੋਣੀ ਚਾਹੀਦੀ। ਸੋ ਮੈਂ ਕਹਿੰਦਾ ਵੀ ਇੱਥੇ ਹੈਲਥ ਮਿਨਿਸਟਰ ਤੇ ਪ੍ਰਧਾਨ ਮੰਤਰੀ ਨੂੰ ਆਪਣੇ ਆਪ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਹੋਇਆ ਵੀ ਅਸੀਂ ਫੇਲ ਹੋਏ ਆ ਇਸ ਮਹਾਮਾਰੀ ਦੇ ਵਿੱਚ। ਲੋਕਾਂ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਦੇਣ ਵਾਸਤੇ ਇੱਕ ਆਕਸੀਜਨ ਹੀ ਨਹੀਂ ਅਸੀਂ ਦੇ ਸਕੇ। ਇੱਕ ਹਸਪਤਾਲ ਦੀ ਗੱਲ ਹੈ, 24 ਮਰੀਜ਼ ਮਰ ਗਏ। ਖਰੇ ਕਿੱਦਾਂ ਦੇ ਇੱਦਾਂ ਦੇ ਕਿੰਨੇ ਮਰੀਜ਼ ਲੋਕਾਂ ਦੇ ਪਰਿਵਾਰਾਂ ਦੇ ਜਿਹੜੇ ਮੈਂਬਰ ਚਲ ਗਏ ਹੋਣੇ ਆਕਸੀਜਨ ਤੋਂ ਬਗੈਰ ਹੀ। ਸੋ ਇਹਨਾਂ ਨੂੰ ਇਸ ਵੇਲੇ ਆਵਾਮ ਤੋਂ ਮਾਫੀ ਮੰਗ ਕੇ ਤਾਂ ਮੈਨੂੰ ਲੱਗਦਾ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਤੇ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ। ਸੋ ਢਿੱਲੋਂ ਵੀਰ ਜੀ, ਆਪਾਂ ਅਗਲੀ ਖਬਰ ਤੇ ਚੱਲੀਏ। ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੇ ਵੇਰਵੇ ਪ੍ਰਸਾਰਿਤ ਕਰਨ ਤੇ ਵਿਵਾਦ। ਬਿਲਕੁਲ ਜੀ, ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਦੇ ਉਹਨਾਂ ਮੁੱਖ ਮੰਤਰੀਆਂ ਦੇ ਨਾਲ ਗੱਲ ਕੀਤੀ ਸੀ ਜਿਨ੍ਹਾਂ ਸੂਬਿਆਂ ਦੀ ਹਾਲਤ ਬਹੁਤ ਮਾੜੀ ਜੀ। ਔਰ ਮੀਟਿੰਗ ਜਿਹੜੀ ਹੈ ਵਰਚੁਅਲ ਕੀਤੀ ਸੀ। ਪ੍ਰਧਾਨ ਮੰਤਰੀ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ ਸੀ, ਵੱਖ-ਵੱਖ ਜਿਹੜੇ ਹੈਗੇ ਸੂਬਿਆਂ ਦੇ ਮੁੱਖ ਮੰਤਰੀ ਉਹ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਜੀ। ਉਹਨਾਂ ਮੀਟਿੰਗ ਦਾ ਤਰੀਕਾਕਾਰ ਜਿਹੜਾ ਹੈ ਜੀ ਉਹ ਡਿਜੀਟਲ ਸੀਗਾ। ਇਹਦੇ ਰਾਹੀਂ ਚੱਲਦੀ ਸੀ ਗੱਲ ਆਪਣੇ ਤੁਹਾਡੇ ਤਰੰਗਾਂ ਰਾਹੀਂ ਨਾਲ ਗੱਲ ਕਰਦੇ ਸੀਗੇ। ਇਸ ਕਰਕੇ ਆਮਣੇ ਸਾਹਮਣੇ ਤਾਂ ਹੁੰਦੇ ਨਹੀਂ, ਕੋਈ ਪਤਾ ਨਹੀਂ ਲੱਗਦਾ ਕਿ ਕੀ ਕੁਛ ਹੋ ਰਿਹਾ ਜੀ। ਜਦ ਕੇਜਰੀਵਾਲ ਦੀ ਵਾਰੀ ਆਈ ਤਾਂ ਕੇਜਰੀਵਾਲ ਨੇ 2 ਵਾਰੀ ਹੱਥ ਬੰਨੇ, ਪ੍ਰਧਾਨ ਮੰਤਰੀ ਦੀ ਮਿਹਨਤ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇ। ਉੱਥੇ ਭਾਰਤੀ ਜਨਤਾ ਪਾਰਟੀ ਦੇ ਹਕੂਮਤ ਵਾਲੇ ਕੁਝ ਸੂਬਿਆਂ ਦੇ ਉੱਤੇ ਇਲਜ਼ਾਮ ਵੀ ਲਾਇਆ ਸੀ ਕਿ ਦਿੱਲੀ ਦੀ ਸਰਕਾਰ ਨੂੰ ਜਾਂ ਦਿੱਲੀ ਦੇ ਰਾਜ ਨੂੰ ਜਿਹੜੀ ਆਕਸੀਜਨ ਹੋਣੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ, ਉਹ ਆਕਸੀਜਨ ਇਸ ਕਰਕੇ ਨਹੀਂ ਮਿਲ ਰਹੀ ਕਿਉਂਕਿ ਜਿੱਥੇ ਇਹਨਾਂ ਦਾ ਉਤਪਾਦਨ ਹੁੰਦਾ ਹੈ ਉਤਪਾਦਨ ਵਾਲੇ ਥਾਵਾਂ ਦੇ ਉੱਤੇ ਜਿਹੜੀਆਂ ਹੈਗੀਆਂ, ਖਾਸ ਕਰਕੇ ਜਿਵੇਂ ਪਾਣੀਪਤ ਹਰਿਆਣੇ 'ਚ ਹੈ, ਪੰਜਾਬ ਦੀ ਸ਼ਿਕਾਇਤ ਵੀ ਉਸ ਸ਼ਿਕਾਇਤ ਵੀ ਹੈ, ਉੱਥੋਂ ਦੂਜੇ ਸੂਬਿਆਂ ਨੂੰ ਜਾਣ ਲਈ ਆਕਸੀਜਨ ਨੂੰ ਤੇ ਨਿਕਾਸੀ ਦਾ ਪ੍ਰਬੰਧ ਹੀ ਨਹੀਂ ਕੀਤਾ ਜਾ ਰਿਹਾ। ਜਿਨ੍ਹਾਂ ਕੈਂਟਰਾਂ ਦੇ ਵਿੱਚ ਆਕਸੀਜਨ ਭਰੀ ਹੋਈ ਹੈ ਉਹਨਾਂ ਕੈਂਟਰਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਹੁਣ ਇਹ ਵਾਲਾ ਬੰਦ ਫਿਰ ਪ੍ਰਧਾਨ ਮੰਤਰੀ ਨੂੰ ਇਹ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਸਾਨੂੰ ਉੜੀਸਾ ਤੋਂ ਜਿਹੜੀ ਹੈਗੀ ਹੈ ਆਕਸੀਜਨ ਦਾ ਪ੍ਰਬੰਧ ਕਰ। ਪ੍ਰਧਾਨ ਮੰਤਰੀ ਨੇ ਕਿਹਾ, ਨਰਿੰਦਰ ਮੋਦੀ ਨੇ ਕਿਹਾ ਜੀ ਇਹਦੇ ਤੇ ਕੰਮ ਚੱਲ ਰਿਹਾ, ਉੜੀਸਾ ਨਾਲ ਗੱਲਬਾਤ ਹੋ ਰਹੀ, ਤੁਹਾਨੂੰ ਉੜੀਸਾ ਜਿਹੜੀ ਹੈਗੀ ਆ ਉਹ ਮਿਲ ਜਾਣੀ। ਇਹ ਤੋਂ ਗੱਲਬਾਤ ਚੱਲਦੀ ਸੀ ਤੇ ਆਪਣੇ ਦਫ਼ਤਰ ਦੇ ਵਿੱਚੋਂ ਬੈਠੇ ਸੀ, ਉਹਨਾਂ ਨੇ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਸੀ ਲਾਈਵ ਕਰ ਦਿੱਤਾ। ਕੁਝ
ਟੈਲੀਵਿਜ਼ਨ ਚੈਨਲਾਂ ਦੇ ਉੱਤੇ ਇਹ ਖਬਰਾਂ ਚੱਲਣੀਆਂ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਮਿਲ ਗਈ ਜੀ ਫਿਰ ਪ੍ਰਧਾਨ ਮੰਤਰੀ ਨੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਜਿਹੜੀ ਮੀਟਿੰਗ ਹੋ ਰਹੀ ਹੈ ਜੀ ਇਹ ਦੇ ਵੇਰਵੇ ਜਨਤਕ ਨਹੀਂ ਹੋਣੇ ਚਾਹੀਦੇ। ਮੀਟਿੰਗ ਹੋਣ ਤੋਂ ਬਾਅਦ ਜਿਹੜੀ ਕੋਈ ਚੀਜ਼ ਹੈ, ਕੋਈ ਪ੍ਰੈਸ ਨੋਟ ਜਾਰੀ ਕਰਨਾ ਹੁੰਦਾ, ਪ੍ਰੈਸ ਬਿਆਨ ਜਾਰੀ ਕਰਨਾ ਹੁੰਦਾ, ਉਹ ਕੀਤਾ ਜਾਂਦਾ ਹੁੰਦਾ। ਆਮ ਤੌਰ ਤੇ ਨਿਯਮ ਇਹ ਬਣੇ ਵੀ ਹੈ ਜੀ ਲੇਕਿਨ ਇਹ ਵੱਖ-ਵੱਖ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਹੈ ਉਹ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਆ। ਤੁਹਾਨੂੰ ਪਤਾ ਆਪਣੇ ਕਿੰਨੇ ਸੂਬੇ ਹੈ, ਬਿਲਕੁਲ ਜੀ ਸਾਰੇ ਸੂਬੇ ਦੇ ਵਿੱਚੋਂ ਜੇ ਲਾਈਵ ਹੋਣ ਸ਼ੁਰੂ ਹੋ ਜਾਏ ਤਾਂ ਇੱਕ ਕਿਸਮ ਦੀ ਅਨਾਰਕੀ ਪੈ ਜਾਂਦੀ। ਜੀ ਹਾਂ, ਇਹਦੇ ਵਿੱਚ ਰਾਜਨੀਤੀ ਜ਼ਰੂਰ ਹੁੰਦੀ ਹੈ ਕਿਉਂਕਿ ਦਿੱਲੀ ਦੇ ਲੋਕਾਂ ਨੂੰ ਕੇਜਰੀਵਾਲ ਨੇ ਇਹ ਦੱਸਣਾ ਸੀ ਕਿ ਭਾਈ ਤੁਹਾਡਾ ਮੁੱਖ ਮੰਤਰੀ ਸੁਚੇਤ ਹੈ, ਜੀ ਤੁਹਾਡਾ ਮੁੱਖ ਮੰਤਰੀ ਤੁਹਾਡੇ ਹਿੱਤਾਂ ਦੀ ਗੱਲ ਕਰਦਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਜਿਹੜੀ ਆ ਬੇਨਤੀ ਕੀਤੀ ਹੈ ਤੁਹਾਡੇ ਸਾਹਮਣੇ ਦੇਖ ਲਓ ਕੀਤੀ ਹੋਈ ਹੈ ਜੀ ਔਰ ਮੈਂ ਸ਼ਿਕਾਇਤ ਕੀਤੀ ਹੈ ਬੀਜੇਪੀ ਦੀ ਹਕੂਮਤ ਵਾਲੇ ਸੂਬਿਆਂ ਦੀ, ਉਹ ਆਪਣੀ ਥਾਂ ਦੇ ਉੱਤੇ ਲੋਕਾਂ ਦੇ ਵਿੱਚ ਜਿਹੜੀ ਉਹ ਗੱਲ ਲੈ ਕੇ ਜਾਣੀ ਚਾਹੁੰਦਾ ਸੀ, ਇਹਦੇ ਵਿੱਚ ਉਹ ਕਾਮਯਾਬ ਹੋ ਗਿਆ। ਜੀ ਇਹਦੇ ਵਿੱਚ ਆਪਣੀ ਜਿਹੜਾ ਦਾ ਪੋਲੀਟੀਕਲ ਮਕਸਦ ਸੀ, ਪੋਲੀਟੀਕਲ ਮਕਸਦ ਤਾਂ ਉਹਨੇ ਹਾਸਲ ਕਰ ਲਿਆ। ਜੀ ਲੇਕਿਨ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਫਿਰ ਉਹਨੂੰ ਕ੍ਰਿਟੀਸਾਈਜ਼ ਕੀਤਾ ਜੀ ਕਿ ਜਿਹੜੀਆਂ ਰਵਾਇਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਜੀ ਤੇ ਕੇਜਰੀਵਾਲ ਨੇ ਫਿਰ ਕਿਹਾ ਕੋਈ ਗੱਲ ਨਹੀਂ ਜੀ, ਜੇ ਮੈਥੋਂ ਗਲਤੀ ਹੋਈ ਹੈ, ਜੇ ਇਹ ਕਿਸੇ ਕਿਸਮ ਦੀ ਰਵਾਇਤਾਂ ਦੀ ਉਲੰਘਣਾ ਹੋਈ ਹੈ ਤਾਂ ਮੈਂ ਮਾਫੀ ਮੰਗਦਾ। ਜੀ ਮਾਫੀ ਮੰਗ ਲਈ ਲੇਕਿਨ ਕੰਨ ਸਿੱਧਾ ਨਹੀਂ ਫੜਿਆ, ਪੁੱਠਾ ਫੜਿਆ। ਜੀ ਪਰ ਜਿਵੇਂ ਤੁਸੀਂ ਗੱਲ ਕਹੀ ਹੈ ਕਿਉਂਕਿ ਪਬਲਿਸਿਟੀ ਦਾ ਯੁੱਗ ਹੈ, ਜੀ ਹਰ ਚੀਜ਼ ਜਿਹੜੀ ਹੈਗੀ ਹੈ ਸੱਚ ਨੂੰ ਝੂਠ ਬਣਾ ਕੇ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਸਾਡੇ ਸਿਆਸਤਦਾਨਾਂ ਦਾ ਅੱਜ ਇੱਕ ਜਿਹੜਾ ਹੈਗਾ ਮੁੱਖ ਜਿਹੜਾ ਕੰਮ ਬਣ ਕੇ ਰਹਿ ਗਿਆ। ਜੀ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲਦੇ ਆ ਕਿੰਨਾ ਕੁਛ ਬੋਲਦੇ ਹੈ, ਉਹ ਵੀ ਤਾਂ ਜਿਹੜੀ ਹੈਗੀ ਹੈ ਜਿਹੜਾ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ, ਇਹ ਵੀ ਉਸੇ ਤਰ੍ਹਾਂ ਇਹਨੂੰ ਅਸੀਂ ਪਰੰਪਰਾ ਦੀ ਉਲੰਘਣਾ ਦੀ ਬਜਾਏ ਇੱਕ ਮੰਗੇਗੇ ਤਾਂ ਬਹੁਤ ਵੱਡਾ ਅਪਰਾਧ ਹੈ। ਜੀ ਤੁਹਾਡੇ ਧਿਆਨ ਦੇ ਵਿੱਚ ਹੋਣਾ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਵਾਰਾਣਸੀ ਦੀ ਦਾ ਜ਼ਿਕਰ ਕੀਤਾ ਜੀ ਤੇ ਵਾਰਾਣਸੀ ਦਾ ਜ਼ਿਕਰ ਕਰਦੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਸੰਤ ਕਬੀਰ, ਗੁਰੂ ਨਾਨਕ ਦੇਵ ਸਾਹਿਬ ਤੇ ਗੋਰਖਨਾਥ ਜੀ ਇਹਨਾਂ ਨੇ ਬੈਠ ਕੇ ਇੱਥੇ ਵਾਰਾਣਸੀ ਦੀ ਧਰਤੀ ਦੇ ਉੱਤੇ ਗੋਸ਼ਟੀ ਕੀਤੀ। ਜੀ ਸਾਨੂੰ ਇਹ ਪਤਾ ਹੈ ਕਿ ਕਬੀਰ ਜੀ ਜਿਹੜੇ ਹੈਗੇ ਉੱਥੇ ਗਏ ਸੀ, ਕਬੀਰ ਜੀ ਉੱਥੇ ਰਹੇ ਹੈ ਔਰ ਕਬੀਰ ਪੰਥੀ ਲੋਕਾਂ ਦਾ ਕਾਫੀ ਵੱਡਾ ਬੋਲਬਾਲਾ ਉੱਥੇ ਉਹਨਾਂ ਦਾ ਵੋਟ ਬੈਂਕ ਹੈਗਾ। ਜੀ ਲੇਕਿਨ ਆਪਾਂ ਹਿਸਟਰੀ ਨੂੰ ਕੱਢ ਕੇ ਦੇਖੀਏ, ਗੁਰੂ ਨਾਨਕ ਦੇਵ ਸਾਹਿਬ, ਕਬੀਰ ਜੀ ਜਾਂ ਜਿਹੜੇ ਹੈਗੇ ਆ ਗੋਰਖਨਾਥ, ਜੀ ਇਹਨਾਂ ਦਾ ਜੇ ਆਪਾਂ ਪੀਰੀਅਡ ਦੇਖੀਏ ਤਾਂ ਕੋਈ 100 ਸਾਲ ਪਹਿਲਾਂ ਹੋਇਆ, ਕੋਈ 100 ਸਾਲ ਪਿੱਛੋਂ ਹੋਇਆ ਤੇ ਗੋਸ਼ਟੀ ਕਿਹੜੇ ਵੇਲੇ ਹੋਗੀ। ਜੀ ਇਹ ਪ੍ਰਧਾਨ ਮੰਤਰੀ ਇਸ ਕਿਸਮ ਦਾ ਪ੍ਰਚਾਰ ਪ੍ਰਸਾਰ ਕਰਦਾ ਹੈ, ਜੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸਾਇੰਟਿਸਟਾਂ ਦੀ ਮੀਟਿੰਗ ਦੇ ਵਿੱਚ, ਸਾਇੰਟਿਸਟਾਂ ਦੀ ਕਾਨਫਰੰਸ ਦੇ ਵਿੱਚ ਜੀ ਕਿ ਕਿਸ ਜ਼ਮਾਨੇ ਦੇ ਵਿੱਚ ਸਾਡਾ ਅਜਰ ਵਿਗਿਆਨ ਜਿਹਨੂੰ ਅਸੀਂ ਦੇਸੀ ਆਪਣਾ ਪੈਚੀ ਕਹਿ ਦਿੰਦੇ ਆ, ਜੀ ਸਾਡਾ ਅਸਲ ਵਿਗਿਆਨ ਐਡਾ ਮਜ਼ਬੂਤ ਸੀ ਕਿ ਅਸੀਂ ਉਸ ਵੇਲੇ ਹਾਥੀ ਦਾ ਸਿਰ ਵੱਢ ਕੇ ਬੰਦੇ ਦੇ ਸਿਰ ਦੇ ਉੱਤੇ ਲਾ ਦਿੱਤਾ ਸੀ। ਜੀ ਇਸ ਦਾ ਜਿਹੜਾ ਦੁਸ਼ਟ ਪ੍ਰਚਾਰ ਦੇ ਪ੍ਰਧਾਨ ਮੰਤਰੀ ਕਰਦਾ ਤਾਂ ਫਿਰ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਿਹੋ ਜੀ ਕੋਕੋ ਜੀ ਉਹੋ ਜਿਹੇ ਕੋਕ ਦੇ ਬੱਚੇ, ਕਿਉਂਕਿ ਜੋ ਲੋਕਾਂ ਨੇ ਪ੍ਰਭਾਵ ਹਾਸਲ ਕਰਨਾ ਲੋਕਾਂ ਨੇ ਆਪ ਤੋਂ ਉਤਲੇ ਵੱਲ ਦੇਖ ਰਹੇ। ਜੀ ਜੇ ਆਮ ਲੋਕਾਂ ਨੂੰ ਅਸੀਂ ਕਹਿੰਦੇ ਕਿ ਲੋਕ ਆਪਣੇ ਐਮਐਲਏ ਵੱਲ ਦੇਖਦੇ ਆ, ਉਹ ਐਮਐਲਏ ਤੋਂ ਸੇਧ ਲੈਂਦੇ ਆ, ਜੀ ਐਮਪੀਆਂ ਤੋਂ ਸੇਧ ਲੈਂਦੇ ਆ, ਵਜ਼ੀਰਾਂ ਤੋਂ ਸੇਧ ਲੈਂਦੇ ਆ, ਜੀ ਤਾਂ ਵਜ਼ੀਰ ਮੁੱਖ ਮੰਤਰੀਆਂ ਤੋਂ ਸੇਧ ਲੈਂਦੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਲੈਂਦੇ ਆ। ਜੀ ਇਹ ਹਰ ਗੱਲ ਨੂੰ ਪ੍ਰਧਾਨ ਮੰਤਰੀ ਵੀ ਆਪਣੀ ਪਾਰਟੀ ਦੀ ਪਬਲਿਸਿਟੀ ਵਾਸਤੇ ਇਸਤੇਮਾਲ ਕਰਨਾ ਹੈ। ਜੀ ਕਿਤੇ ਕੁਝ ਜਾਣਾ ਜਾ ਕੇ ਉਹਨੇ ਮਤਲਬ ਜਿਵੇਂ ਆਪਾਂ ਦੇਖੀਏ ਚੋਣਾਂ ਦੇ ਵਿੱਚ ਤਾਂ ਲੋਕ ਕਰਦੇ ਹੀ ਕਰਦੇ ਆ, ਜੀ ਚੋਣਾਂ ਤੋਂ ਬਗੈਰ ਵੀ ਬਾਹਰ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਰੈਲੀਆਂ ਕੀਤੀਆਂ, ਜਦੋਂ ਅਮਰੀਕਾ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਗਏ ਤੇ ਨਿੱਜਰ ਸਾਹਿਬ ਤੁਹਾਡੇ ਧਿਆਨ ਚ ਹੋਣਾ, ਉਸ ਵੇਲੇ ਜਾ ਕੇ ਉਹਨਾਂ ਨੇ ਇੱਕ ਵੱਡੀ ਰੈਲੀ ਕੀਤੀ ਸੀ ਉੱਥੇ ਤੇ ਉਸ ਰੈਲੀ ਦੇ ਵਿੱਚ ਟਰੰਪ ਵੀ ਉਹਨਾਂ ਦੇ ਨਾਲ ਸੀ। ਜੀ ਜਾ ਕੇ ਸ਼ਰੇਆਮ ਕਹਿ ਦਿੱਤਾ ਸੀ ਕਿ ਅਬ ਕੀ ਵਾਰ ਟਰੰਪ ਸਰਕਾਰ। ਜੀ ਮਤਲਬ ਇਹ ਦੇਸ਼ ਦੇ ਵਿੱਚ ਜਾ ਕੇ ਵੀ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਤੁਸੀਂ ਪਬਲਿਸਿਟੀ ਲੈਂਦੇ ਹੋ ਜੀ ਤਾਂ ਕੁਦਰਤ ਜੇ ਤੁਸੀਂ ਜਿਹੜੀਆਂ ਹੈਗੀਆਂ ਇੱਕ ਜਿਹੜੀ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਤਾਂ ਮੁੱਖ ਮੰਤਰੀ ਵੀ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੇ। ਜੀ ਇਹ ਅਸੀਂ ਆਪਣੇ ਬੱਚਿਆਂ ਨੂੰ ਠੀਕ ਰਸਤੇ ਤੇ ਦਿਖਾਉਣਾ ਹੈ ਤਾਂ ਮੇਰੇ ਉਹ ਕਹਾਵਤ ਯਾਦ ਆਉਂਦੀ ਹੈ ਕਿ ਇੱਕ ਵਾਰੀ ਕੋਈ ਆਪਣੀ ਮਾਂ ਆਪਣੇ ਬੱਚੇ ਨੂੰ ਲੈ ਕੇ ਇੱਕ ਸਾਧ ਕੋਲੇ ਚਲੀ ਗਈ, ਜੀ ਕਹਿੰਦੀ ਬਾਬਾ ਗੁੜ ਖਾਂਦਾ ਤੇ ਇਹਨੂੰ ਗੁੜ ਖਾਣ ਤੋਂ ਹਟਾਓ। ਜੀ ਤਾਂ ਉਹ ਸਾਧ ਨੇ ਕਿਹਾ ਕਿ ਬੀਬਾ ਅੱਜ ਨਹੀਂ ਇਹਨੂੰ ਤੂੰ ਕੱਲ ਨੂੰ ਲੈ ਕੇ ਆਈ ਤੇ ਕੱਲ ਨੂੰ ਮੈਂ ਇਹਨੂੰ ਦਵਾਈ ਦੇਊਂਗਾ। ਜੀ ਅਗਲੇ ਦਿਨ ਉਹ ਲੈ ਕੇ ਚਲੀ ਗਈ ਤੇ ਸਾਧ ਨੇ ਕਿਹਾ ਵੀ ਕਾਕਾ ਗੁੜ ਨਹੀਂ ਖਾਂਦੇ ਹੁੰਦੇ, ਇਹਦੇ ਨਾਲ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਜੀ ਲੋੜ ਤੋਂ ਜ਼ਿਆਦਾ ਚੀਜ਼ ਨਹੀਂ ਖਾਣੀ ਚਾਹੀਦੀ ਤੇ ਹੁਣ ਤੂੰ ਠੀਕ ਹੈ ਤੇ ਸਾਰਾ ਹੁਣੇ ਤੋਂ ਬਾਅਦ ਗੁੜ ਨਾ ਖਾਈ। ਜੀ ਉਹਦੀ ਮਾਂ ਨੇ ਪੁੱਛਿਆ ਕਿ ਬਾਬਾ ਜੀ ਇਹ ਗੱਲ ਤੁਸੀਂ ਕੱਲ ਵੀ ਕਹਿ ਸਕਦੇ ਸੀ, ਜਦੋਂ ਮੈਂ ਕੱਲ ਲੈ ਕੇ ਆਈ ਸੀ, ਤੁਸੀਂ ਅੱਜ ਕਿਉਂ ਕਹੀ? ਉਹਦਾ ਬੀਬੀ ਮੈਂ ਕੱਲ ਕਹਿਣ ਦੇ ਸਮਰੱਥ ਨਹੀਂ ਸੀ, ਮੇਰੀ ਜਿਹੜਾ ਮੇਰਾ ਇਖਲਾਕ ਹੈ ਉਹ ਮੈਨੂੰ ਇਜਾਜ਼ਤ ਨਹੀਂ ਦਿੰਦਾ ਸੀ ਕਿ ਮੈਂ ਇਹਨੂੰ ਕਹਾਂ, ਜੀ ਕਿਉਂਕਿ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੁੜ ਖਾ ਕੇ ਹਟਿਆ ਸੀ ਜੀ ਔਰ ਮੇਰੇ ਦੇ ਵਿੱਚ ਗੁੜ ਦਾ ਅਸਰ ਸੀ
ਜਿੰਨੀ ਦੇਰ ਇਹ ਅਸਰ ਖਾਰਜ ਨਹੀਂ ਹੋ ਸਕਦਾ ਉਨੀ ਦੇਰ ਤੱਕ ਮੈਨੂੰ ਇਹ ਹੱਕ ਨਹੀਂ ਕਿ ਮੈਂ ਕਿਸੇ ਹੋਰ ਬੰਦੇ ਨੂੰ ਪ੍ਰੇਰਾਂ, ਉਹਨੂੰ ਮੈਂ ਸਿੱਖਿਆ ਦੇਵਾਂ ਜੀ। ਹੁਣ ਮੈਂ ਬਿਲਕੁਲ ਨਾਰਮਲ ਆ, ਮੇਰੇ ਵਿੱਚ ਗੁੜ ਦਾ ਅਸਰ ਨਹੀਂ ਰਿਹਾ, ਇਸ ਕਰਕੇ ਮੈਂ ਬੇਨਤੀ ਕਰਦਾ। ਸੋ ਇਹ ਗੁੜ ਹੈ ਜੀ, ਜਿਹੜਾ ਗੁੜ ਦਾ ਅਸਰ ਹੈ ਜਿਹੜਾ, ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣੇ ਆਪ ਨੂੰ ਸ਼ੁੱਧ ਕਰਨਾ ਪੈਣਾ ਤੇ ਫਿਰ ਜਿਹੜੇ ਬਾਕੀ ਜਿਹੜੇ ਚੀਫ ਮਿਨਿਸਟਰ ਹੈ ਉਹ ਉਹਨਾਂ ਤੋਂ ਪ੍ਰੇਰਨਾ ਲੈਣਗੇ ਤੇ ਉਹ ਵੀ ਸ਼ੁੱਧੀਕਰਨ ਦੇ ਰਸਤੇ ਤੇ ਪੈਣਗੇ। ਸ਼ੁੱਧ ਇਸ ਕਰਕੇ ਨਹੀਂ ਕਰਨਾ ਜਿਵੇਂ ਆਪਣੇ ਆਪ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਾਂ ਦਾ ਟਾਈਮ ਹੁੰਦਾ ਹੈ ਉਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਹਿੰਦੇ ਹੁੰਦੇ ਆ ਕਿ ਚਲੋ ਜੀ ਅਸੀਂ ਦਲਿਤ ਭਾਈਚਾਰੇ ਦੇ ਘਰਾਂ ਦੇ ਵਿੱਚ ਜਾ ਕੇ ਤੇ ਲੰਗਰ ਪਾਣੀ ਉੱਥੇ ਛਕਦੇ ਜੀ। ਉਹ ਪਬਲਿਸਿਟੀ ਉਹਦੀ ਪੂਰੀ ਹੁੰਦੀ ਹੈ, ਨਾਲ ਹੁੰਦਾ ਕਿ ਜਾ ਕੇ ਬਹਿੰਦੇ ਜ਼ਰੂਰ ਦਲਿਤ ਭਾਈਚਾਰੇ ਦੇ ਘਰਾਂ ਦੇ ਵਿੱਚ ਉੱਥੇ ਤੱਪੜ ਵੀ ਵਿਸ਼ੇ ਹੁੰਦੇ ਹੈ ਜੀ, ਉੱਥੇ ਹੱਥ ਵਗੈਰਾ ਧੋਤੇ ਜਾਂਦੇ ਆ, ਲੇਕਿਨ ਪਿਛਲੇ ਪਾਸੋਂ ਜਿਹੜੀ ਉਹਨਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ ਉਹ ਖਾਣਾ ਉਹਨਾਂ ਦੇ ਘਰੇ ਨਹੀਂ ਬਣਿਆ ਹੁੰਦਾ, ਉਹ ਪਕਵਾਨ ਕਿਤੋਂ ਹੋਰ ਆਏ ਹੁੰਦੇ ਜੀ। ਦਿਖਾਵਾ ਜਿਹੜਾ ਹੈਗਾ, ਦਿਖਾਵੇ ਦੇ ਤੌਰ ਤੇ ਕੁਝ ਹੋਰ ਹੁੰਦਾ, ਅਸਲੀਅਤ ਕੁਝ ਹੋਰ ਹੁੰਦੀ ਹੈ ਜੀ। ਸੋ ਕੁਝ ਕੱਲ ਕੇਜਰੀਵਾਲ ਨੇ ਕੀਤਾ, ਮੈਂ ਠੀਕ ਨਹੀਂ ਸਮਝਦਾ ਇਹਨੂੰ, ਪਰ ਨਾਲ ਦੀ ਨਾਲ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਹਰ ਮੌਕੇ ਨੂੰ ਆਪਣੇ ਸਿਆਸੀ ਹਿੱਤਾਂ ਲਈ ਇਸਤੇਮਾਲ ਕਰਨਗੇ ਤਾਂ ਫਿਰ ਮੁੱਖ ਮੰਤਰੀ ਕਿਉਂ ਨਾ ਕਰਨ ਜੀ। ਬਿਲਕੁਲ ਢਿੱਲੋਂ ਵੀਰ ਜੀ, ਵਾਕਿਆ ਉੱਥੇ ਮਰਜ਼ਾਦਾ ਦੀ ਜਿਹੜੀ ਬਹੁਤ ਜ਼ਿਆਦਾ ਲੰਘਣਾ ਹੁੰਦੀ ਆ। ਜਿਵੇਂ ਤੁਸੀਂ ਕਿਹਾ ਕਿ ਮੋਦੀ ਅਮਰੀਕਾ ਆਇਆ ਸੀ ਤੇ ਉਹਨੇ ਕਿਹਾ ਅਬ ਕੀ ਬਾਰ ਟਰੰਪ ਸਰਕਾਰ, ਮੈਨੂੰ ਲੱਗਦਾ ਵੀ ਦਾਤੇ ਨੇ ਦੇਖ ਲਿਆ ਪੁੱਠਾ, ਉਹ ਗੱਲ ਸਮਝੀ, ਉਹਨੇ ਕਿਹਾ ਵੀ ਐਤੀ ਟਰੰਪ ਦੀ ਵਾਰੀ ਆ, ਚਾਰ ਆਉਣ ਵਾਲੀ ਟਰਮ 'ਚ ਮੋਦੀ ਦੀ ਵਾਰੀ ਹੋਵੇ ਤੇ ਦੋਨੇ ਇਕੱਠੇ ਹੋ ਕੇ ਫਿਰ ਜ਼ਰੂਰ ਗੱਲਾਂ ਬਾਤਾਂ ਕਰਿਆ ਕਰਨਗੇ ਜੀ। ਸੋ ਅਸੀਂ ਤਾਂ ਅਰਦਾਸ ਕਰਦੇ ਹਾਂ, ਬਹੁਤ ਵੱਡਾ ਦੇਸ਼ ਆ ਜੀ ਜਿਹਨੂੰ ਬਹੁਤ ਵੱਡੀ ਡੈਮੋਕ੍ਰੇਸੀ ਕਹਿੰਦੇ ਆ, ਤੇ ਪਰ ਉੱਥੇ ਜਿਹੜੇ ਇਸ ਵੇਲੇ ਜੀਵੋ ਗਰੀਬੀ ਜਿਹੜੇ ਸਾਡੇ ਪੋਲੀਟੀਕਲ ਲੀਡਰ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਆ, ਜਿਨ੍ਹਾਂ ਨੇ ਇਸ ਵੇਲੇ ਸੱਤਾ ਦਾ ਸੁੱਖ ਭੋਗ ਰਹੇ ਆ, ਉਹ ਬਸ ਕਾਰਪੋਰੇਟ ਘਰਾਣਿਆਂ ਦੇ ਹੀ ਬਣ ਕੇ ਰਹਿ ਗਏ ਆ। ਤੇ ਮੈਂ ਇੱਥੇ ਮੋਦੀ ਨੂੰ ਬੇਨਤੀ ਕਰਦਾ ਵੀ ਜੇ ਤੁਸੀਂ ਕਿਸਾਨਾਂ ਦਾ ਸਾਰਾ ਕੁਝ ਖੋ ਕੇ ਕਾਰਪੋਰੇਟ ਘਰਾਣੇ ਨੂੰ ਦੇਣ ਨੂੰ ਫਿਰਦੇ, ਹੁਣ ਬੇਨਤੀ ਕਰੋ ਕਾਰਪੋਰੇਟ ਘਰਾਣੇ ਅੱਗੇ, ਅੰਬਾਨੀ ਡਾਨੀ ਅੱਗੇ, ਕਿ ਉਹ ਦੁਨੀਆ ਨੂੰ ਆਕਸੀਜਨ ਮੁਹੱਈਆ ਕਰਾਉਣ। ਹੁਣ ਕਿੱਥੇ ਗਏ ਉਹ? ਇੱਦਾਂ ਦੀਆਂ ਮਹਾਂਮਾਰੀਆਂ ਦੇ ਟਾਈਮ ਇੱਦਾਂ ਦੇ ਅੰਬਾਨੀਆਂ ਡਾਨੀਆਂ ਨੂੰ ਲੋੜ ਹੈ, ਜਿੱਥੇ ਖਾਲਸਾ ਏਡ ਜਾ ਕੇ ਹਰ ਜਗ੍ਹਾ ਸੇਵਾ ਕਰਨ ਦੀ ਕੋਸ਼ਿਸ਼ ਕਰਦਾ। ਤੇ ਮੈਂ ਕਹਿੰਦਾ ਹਰ ਹਸਪਤਾਲ ਦੇ ਵਿੱਚ ਇਹਨਾਂ ਦਾ ਫਰਜ਼ ਬਣਦਾ ਕਾਰਪੋਰੇਟ ਘਰਾਣੇ ਵਾਲਿਆਂ ਦਾ ਇਸ ਵੇਲੇ ਪਬਲਿਕ ਨੂੰ ਆਕਸੀਜਨ ਮੁਹੱਈਆ ਕਰਾਉਣ, ਨਾ ਕਿ ਇਹ ਆ ਵੀ ਸਾਰਾ ਕੁਝ ਪਬਲਿਕ ਤੋਂ ਖੋਣਾ। ਜੇ ਪਬਲਿਕ ਤੋਂ ਖੋਣਾ ਤੁਸੀਂ ਉਹਨਾਂ ਤੇ ਰਾਜ ਕਰਨਾ ਤੇ ਉਹਨਾਂ ਨੂੰ ਸਰਵਿਸ ਵੀ ਦਿਓ। ਸੋ ਮੈਂ ਬੇਨਤੀ ਕਰਦਾ ਜਿਹੜੇ ਕਾਰਪੋਰੇਟ ਘਰਾਣੇ ਵਾਲੇ ਵੀ ਅੱਜ ਸੁਣਦੇ ਹੋਣ ਤੇ ਉਹ ਜ਼ਰੂਰ ਸਾਡੇ ਜਿਹੜੇ ਲੋਕ ਮਰ ਰਹੇ ਆਕਸੀਜਨ ਤੋਂ ਉਹਨਾਂ ਨੂੰ ਕੋਸ਼ਿਸ਼ ਕਰਨ ਆਕਸੀਜਨ ਮੁਹੱਈਆ ਕਰਾਉਣ। ਸੋ ਢਿੱਲੋਂ ਜੀ ਅਗਲੀ ਖਬਰ ਤੇ ਚੱਲੀਏ। ਸੁਪਰੀਮ ਕੋਰਟ ਵੱਲੋਂ ਹਰੀਸ਼ ਸਾਲਵੇ ਨੂੰ ਕਰੋਨਾ ਦੇ ਕੇਸ ਤੋਂ ਹਟਣ ਦੀ ਇਜਾਜ਼ਤ। ਹਰੀਸ਼ ਸਾਲਵੇ ਬਹੁਤ ਵੱਡੇ ਵਕੀਲ ਹੈ ਜੀ ਜੀ, ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਕੋਰੋਨਾ ਦੇ ਮੁੱਦੇ ਨੂੰ ਲੈ ਕੇ ਸੁਣਵਾਈ ਸ਼ੁਰੂ ਕੀਤੀ ਸੀ ਜੀ, ਉਹ ਸੁਪਰੀਮ ਕੋਰਟ ਨੂੰ ਅਸਿਸਟ ਕਰਨ ਵਾਸਤੇ, ਸੁਪਰੀਮ ਕੋਰਟ ਦੀ ਸਹਾਇਤਾ ਕਰਨ ਵਾਸਤੇ ਆਮ ਆਪਾਂ ਦੇਖਿਆ ਕਿ MS ਕੁਐਰੀ ਜੀ ਨੂੰ ਕਹਿ ਦਿੰਦੇ ਆ, ਕਈ ਵਾਰੀ ਉਹਨੂੰ ਜੇ ਪੰਜਾਬੀ 'ਚ ਕਹੀਏ ਤਾਂ ਅਦਾਲਤੀ ਮਿੱਤਰ ਕਹਿ ਦਿੰਦੇ ਜੀ। ਅਦਾਲਤੀ ਮਿੱਤਰ ਨੇ ਅਦਾਲਤ ਦੀ ਮਦਦ ਕਰਨੀ ਹੁੰਦੀ ਹੈ ਕਾਨੂੰਨੀ ਤੌਰ ਤੇ, ਕਿਉਂਕਿ ਜੱਜ ਕਿੱਡਾ ਹੀ ਸਿਆਣਾ ਹੋਵੇ, ਜੱਜ ਕਿੱਡਾ ਹੀ ਵੱਡਾ ਹੋਵੇ ਜੀ, ਲੇਕਿਨ ਉਹ ਪਰਪੱਕ ਨਹੀਂ ਹੁੰਦਾ। ਬੰਦਾ ਕੋਈ ਵੀ ਸੰਪੂਰਨ ਨਹੀਂ ਹੁੰਦਾ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹ ਜੋਤ ਨਹੀਂ ਸਮਾਉਂਦਾ, ਉਹਦੀ ਮੌਤ ਨਹੀਂ ਹੋ ਜਾਂਦੀ, ਕਿਉਂਕਿ ਉਸ ਤੋਂ ਬਾਅਦ ਗੱਲ ਰਹਿੰਦੀ ਨਹੀਂ। ਹਰ ਬੰਦੇ ਦਾ ਆਪੋ ਆਪਣਾ ਬ੍ਰੇਨ ਹੁੰਦਾ। ਅਦਾਲਤਾਂ ਨੂੰ ਵੀ ਮਦਦ ਲੈਣੀ ਪੈਂਦੀ ਹੈ ਵਕੀਲਾਂ ਦੀ, ਤੇ ਜਿਹੜੀਆਂ ਅਦਾਲਤਾਂ ਦੇ ਫੈਸਲੇ ਆਉਂਦੇ ਹੈ ਆਮ ਤੌਰ ਤੇ ਆਪਾਂ ਫੈਸਲੇ ਦੇਖਦੇ ਹਾਂ ਕਿ ਉੱਥੇ ਦੋਨਾਂ ਤਰ੍ਹਾਂ ਦੇ ਵਕੀਲ ਜਿਹੜੇ ਹੈਗੇ ਆਪੋ ਆਪਣੀ ਬਹਿਸ ਕਰਦੇ ਹੈ। ਉਹਦੇ ਵਿੱਚੋਂ ਬਹਿਸ ਦੇ ਵਿੱਚੋਂ ਜੋ ਕੁਛ ਉਹ ਫਿਰ ਜਿਸ ਨਤੀਜੇ ਤੇ ਪਹੁੰਚਦੀ ਹੈ ਅਦਾਲਤ ਤੇ ਉਹ ਫੈਸਲਾ ਦਿੰਦੀ ਹੈ, ਤੇ ਉਹ ਫੈਸਲੇ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਮਦਈ ਦੇ ਵਕੀਲ ਨੇ ਆਹ ਗੱਲ ਕਹੀ ਤੇ ਡਿਫੈਂਸ ਧਿਰ ਦੇ ਵਕੀਲ ਨੇ ਆਹ ਗੱਲ ਕਹੀ ਵਗੈਰਾ। ਇਸ ਤਰੀਕੇ ਨਾਲ ਕਿਉਂਕਿ ਜਿੱਥੇ ਸੂਮੋਟੋ ਨੋਟਿਸ ਲਿਆ ਜਾਂਦਾ, ਸੁਪਰੀਮ ਕੋਰਟ ਆਪਣੇ ਪੱਧਰ ਦੇ ਉੱਤੇ ਕਿਸੇ ਚੀਜ਼ ਨੂੰ ਲੈਂਦੀ ਹੈ ਤੇ ਉਦੋਂ ਵਕੀਲ ਦੀ ਲੋੜ ਪੈਂਦੀ। ਉੱਥੇ ਹਰੀਸ਼ ਸਾਲਵੇ ਨੂੰ ਆਪਣਾ ਵਕੀਲ ਨਿਯੁਕਤ ਕਰ ਦਿੱਤਾ, ਅਦਾਲਤੀ ਮਿੱਤਰ ਨਿਯੁਕਤ ਕਰ ਦਿੱਤਾ ਕਿ ਸਾਲਵੇ ਸਾਹਿਬ ਤੁਸੀਂ ਸਾਡੀ ਸਪੋਰਟ ਕਰੋ। ਇਹ ਜਿਹੜੀ ਕੱਲ ਜਿਹੜੀ ਗੱਲਬਾਤ ਹੋਈ ਹੈ ਉਹ ਗੱਲਬਾਤ ਇਸ ਕਰਕੇ ਹੋਈ ਕਿਉਂਕਿ ਜਿਹੜੀ ਪਰਸੋਂ ਕੱਲ ਰਿਟਾਇਰ ਹੋਏ ਆ ਸਾਡੇ ਚੀਫ ਜਸਟਿਸ ਆਫ ਇੰਡੀਆ ਮਿਸਟਰ S.A. ਬੋਬੜੇ ਸਾਹਿਬ, ਔਰ ਦੇਸ਼ ਦੀਆਂ ਵੱਖ-ਵੱਖ ਜਿਹੜੀਆਂ ਹਾਈ ਕੋਰਟਾਂ, 6 ਹਾਈ ਕੋਰਟਾਂ ਦੇ ਵਿੱਚ ਕੋਰੋਨਾ ਦੇ ਮੁੱਦੇ ਨੂੰ ਲੈ ਕੇ ਸੁਣਵਾਈ ਚੱਲ ਰਹੀ ਜੀ। ਕਈ ਜਿਹੜੀਆਂ ਅਦਾਲਤਾਂ, ਉਹਨਾਂ ਅਦਾਲਤਾਂ ਨੇ ਭਾਰਤ ਸਰਕਾਰ ਦੀ ਬਹੁਤ ਵੱਡੀ ਖਿਚਾਈ। ਜਿਵੇਂ ਦਿੱਲੀ ਦੀ ਹਾਈ ਕੋਰਟ ਨੇ ਇੱਕ ਗੱਲ ਕਹੀ ਹੈ, ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜੀ ਹੈਗੀ ਆਕਸੀਜਨ ਚਾਹੀਦੀ ਹੈ, ਲੋਕਾਂ ਨੂੰ ਦਵਾਈ ਚਾਹੀਦੀ ਹੈ, ਇਹਦੇ ਵਾਸਤੇ ਚਾਹੇ ਤੁਸੀਂ ਭੀਖ ਮੰਗੋ,
ਚਾਹੇ ਤੁਸੀਂ ਕਿਸੇ ਤੋਂ ਉਧਾਰ ਲਓ ਜੀ ਤੇ ਚਾਹੇ ਚੋਰੀ ਕਰੋ, ਸਾਨੂੰ ਨਹੀਂ ਇਸ ਗੱਲ ਨਾਲ ਮਕਸਦ। ਸਾਨੂੰ ਤਾਂ ਇਹ ਹੈ ਕਿ ਆਪਣੇ ਨਾਗਰਿਕਾਂ ਨੂੰ ਬਚਾਓ। ਜੀ ਜਿੱਥੋਂ ਤੱਕ ਬੰਬੇ ਹਾਈ ਕੋਰਟ ਹੈ, ਉਹਦਾ ਇੱਕ ਬੈਂਚ ਹੈ ਨਾਗਪੁਰ। ਜੀ ਨਾਗਪੁਰ ਵਾਲੇ ਬੈਂਚ ਨੇ ਜਿਹੜੀ ਗੱਲ ਕਹੀ ਹੈ, ਉਹ ਬਹੁਤ ਸਿਰੇ ਦੀ ਗੱਲ ਕਹਿ ਦਿੱਤੀ ਉਹਨਾਂ ਨੇ। ਜੀ ਉਹਨਾਂ ਨੇ ਕਿਹਾ ਕਿ ਅਸੀਂ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ, ਇਸ ਸਮਾਜ ਦੇ ਵਿੱਚ ਰਹਿ ਕੇ ਜੇ ਅਸੀਂ ਲੋਕਾਂ ਨੂੰ ਦਵਾਈ ਨਹੀਂ ਪ੍ਰੋਵਾਈਡ ਕਰ ਸਕਦੇ, ਜੀ ਜੇ ਅਸੀਂ ਨੂੰ ਆਕਸੀਜਨ ਨਹੀਂ ਪ੍ਰੋਵਾਈਡ ਕਰ ਸਕਦੇ, ਜੀ ਜੇ ਹਸਪਤਾਲਾਂ ਦੇ ਵਿੱਚ ਮੈਡੀਸਨ ਵਕਤ ਸਿਰ ਨਹੀਂ ਪਹੁੰਚਦੀ, ਜੀ ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਨਾਗਰਿਕਾਂ ਦੀ, ਆਪਣੇ ਮਰੀਜ਼ਾਂ ਦੀ, ਜਿਹੜੇ ਉਹਨਾਂ ਦੇ ਬੁਨਿਆਦੀ ਅਧਿਕਾਰ ਹੈ, ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟ ਹੈ, ਅਸੀਂ ਉਹਨਾਂ ਦੀ ਉਲੰਘਣਾ ਕਰਦੇ ਜੀ ਅਸੀਂ ਉਲੰਘਣਾ ਕਰਦੇ ਹਾਂ। ਜਿਹੜਾ ਸਮਾਜ ਆਪਣੇ ਲੋਕਾਂ ਦੇ ਮਨੁੱਖੀ ਅਧਿਕਾਰ, ਮਨੁੱਖੀ ਹੱਕਾਂ ਦੀ ਉਲੰਘਣਾ ਕਰ ਰਿਹਾ ਹੈ, ਜੀ ਉਹ ਸਮਾਜ ਕਦੇ ਸਿਹਤਮੰਦ ਨਹੀਂ ਹੁੰਦਾ, ਉਹ ਸਮਾਜ ਕਦੇ ਵਧੀਆ ਨਹੀਂ ਹੁੰਦਾ। ਔਰ ਉਹਨਾਂ ਨੇ ਕਿਹਾ ਕਿ ਇਹ ਸਮਾਜ ਜਿਹੜਾ ਹੈਗਾ, ਇਹ ਬੁਰਾ ਸਮਾਜ ਹੈ ਤੇ ਇਹ ਦੁਸ਼ਟ ਸਮਾਜ ਹੈ। ਜੀ ਬਹੁਤ ਸ਼ਬਦ ਵਰਤੇ ਹੈ, ਤੁਸੀਂ ਦੇਖੋ ਜਿਹੜੇ ਹੈਗੇ ਨਾਗਪੁਰ ਬੈਂਚ ਦੇ, ਬੰਬੇ ਹਾਈ ਕੋਰਟ ਦੇ ਨੇ, ਹਾਂਜੀ ਕਿ ਇਹ ਬੁਰਾ ਸਮਾਜ ਹੈ ਤੇ ਇਹ ਦੁਸ਼ਟ ਸਮਾਜ ਹੈ। ਜੀ ਇਸ ਸਮਾਜ ਦਾ ਅਸੀਂ ਜਿਹੜਾ ਹੈਗਾ ਹਿੱਸਾ ਹੋਣ ਦੇ ਨਾਤੇ, ਕਿਉਂਕਿ ਅਸੀਂ ਵੀ ਇਹਦੇ ਵਿੱਚੋਂ ਆਉਂਦੇ ਹਾਂ, ਜੀ ਅਸੀਂ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰਦੇ ਹਾਂ। ਇਹ ਸਾਰੀਆਂ ਗੱਲਾਂ ਜਦੋਂ ਉਹਨਾਂ ਨੇ ਵੱਖ-ਵੱਖ ਹਾਈ ਕੋਰਟਾਂ ਨੇ ਕਹੀਆਂ, ਤੁਸੀਂ ਦੇਖਿਆ ਹੋਣਾ ਕਿ ਜਿਹੜੀ ਇਲਾਹਾਬਾਦ ਹਾਈ ਕੋਰਟ ਹੈ, ਯੂਪੀ ਦੀ ਹਾਈ ਕੋਰਟ, ਜੀ ਇਲਾਹਾਬਾਦ ਹਾਈ ਕੋਰਟ ਨੇ ਯੂਪੀ ਦੇ 5 ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਲਾਕਡਾਊਨ ਦਾ ਆਰਡਰ ਕਰਤਾ ਸੀ। ਜੀ ਕਿਉਂਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਉਧਰ ਧਿਆਨ ਨਹੀਂ ਦੇ ਰਹੀ ਸੀ। ਯੋਗੀ ਆਦਿੱਤਿਆਨਾਥ ਜੀ ਤਾਂ ਬੰਗਾਲ ਦੇ ਵਿੱਚ ਹੀ ਫਿਰਦਾ ਸੀ। ਜੀ ਹਾਲਤ ਵੱਧ ਤੋਂ ਬਦਤਰ ਹੋ ਗਈ ਸੀ, ਲੋਕ ਮਰ ਰਹੇ ਹੈ। ਜੀ ਔਰ ਉਦੋਂ ਜਿਹੜੀ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਅਸੀਂ ਚੁੱਪ ਕਰਕੇ ਨਹੀਂ ਦੇਖ ਸਕਦੇ, ਅੱਖਾਂ ਮੀਟ ਕੇ ਨਹੀਂ ਬੈਠ ਸਕਦੇ। ਅਦਾਲਤਾਂ ਦਾ ਕੰਮ ਹੈ ਜੀ। ਕਿ ਲੋਕ ਬਚੇ, ਕਿ ਲੋਕ ਮਰਦੇ, ਇਹ ਚੀਜ਼ਾਂ ਦੇਖਣੀਆਂ। ਜੀ ਇਹ ਸਾਰਾ ਕੁਝ ਜਦੋਂ ਹੋ ਰਿਹਾ ਸੀ, ਇਹਦੇ ਵਿੱਚ ਬੜੀ ਜਿਹੜੀ ਹੈਗੀ ਹੈ ਭਾਰਤ ਸਰਕਾਰ ਦੀ ਕਿਰਕਰੀ ਹੋ ਰਹੀ ਸੀ। ਜੀ ਕਿਉਂਕਿ 6 ਹਾਈ ਕੋਰਟਾਂ ਦੇ ਵਿੱਚੋਂ ਭਾਰਤ ਸਰਕਾਰ ਨੂੰ ਬਹੁਤ ਜਿਹੜਾ ਹੈਗਾ ਬੁਰੇ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ ਸੀ। ਜੀ ਇੰਨੀ ਨੁਕਸਾਨੀ ਪਹਿਲਾਂ ਕਦੇ ਨਹੀਂ ਹੋਈ ਭਾਰਤ ਦੇ ਵਿੱਚ। ਮੈਂ ਇੱਕ ਗੱਲ ਦੱਸ ਦਵਾਂ ਨਜ਼ਰ ਸਾਹਿਬ, ਜੀ ਕਿ ਆਮ ਤੌਰ ਤੇ ਤੁਸੀਂ ਅਸੀਂ ਵੀ ਗੱਲਾਂ ਕਰਦੇ ਤੇ ਹੋਰ ਵੀ ਬਹੁਤ ਸਾਰੇ ਲੋਕ ਕਰਦੇ ਆ ਕਿ ਭਾਰਤ ਦੀ ਜੁਡੀਸ਼ਰੀ ਹੈ ਜਿਹੜੀ, ਜੀ ਜਿਹੜੇ ਫਰਜ਼ ਉਹਨੇ ਆਪਣੇ ਅਦਾ ਕਰਨੇ, ਉਹ ਆਪਣੇ ਫਰਜ਼ ਅਦਾ ਕਰਨ ਦੇ ਵਿੱਚ ਜਿਹੜੀ ਹੈ ਫੇਲ ਹੋ ਰਹੀ ਹੈ। ਜੀ ਖਾਸ ਕਰ ਸੁਪਰੀਮ ਕੋਰਟ ਬਾਰੇ ਇਹ ਗੱਲ ਕਹੀ ਜਾ ਰਹੀ ਕਿ ਸੁਪਰੀਮ ਕੋਰਟ ਨਿਆਂ ਨਹੀਂ ਕਰਦੀ। ਜੀ ਉਹ ਫੈਸਲੇ ਕਰਦੀ ਹੈ ਤੇ ਫੈਸਲੇ ਉਹ ਹੈ ਜਿਹੜੇ ਸੱਤਾਧਾਰੀਆਂ ਨੂੰ ਰਾਜਨੀਤਿਕ ਤੌਰ ਤੇ ਫਿੱਟ ਬੈਠਦੇ ਹੋਣ, ਉਹ ਅਜਿਹੇ ਫੈਸਲੇ ਕਰਦੀ ਹੈ। ਜੀ ਪਰ ਇਹਦੇ ਉੱਤੇ ਜੇ ਅਸੀਂ ਹਾਈ ਕੋਰਟਾਂ ਦੀ ਸਥਿਤੀ ਦੇਖੀਏ ਤਾਂ ਹਾਈ ਕੋਰਟਾਂ ਦੇ ਫੈਸਲੇ ਜਿਹੜੇ ਹੈਗੇ ਆ, ਉਹ ਲੋਕਾਂ ਦੇ ਹੱਕ ਚ ਆ ਰਹੇ। ਜੀ ਹਾਈ ਕੋਰਟ, ਕਈ ਹਾਈ ਕੋਰਟ ਹੈ ਜਿਨ੍ਹਾਂ ਹਾਈ ਕੋਰਟਾਂ ਦਾ ਆਪਾਂ 6 ਹਾਈ ਕੋਰਟਾਂ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਹੋਰ ਵੀ ਹਾਈ ਕੋਰਟ ਹੈ, ਚਾਹੇ ਮਦਰਾਸ ਹਾਈ ਕੋਰਟ ਹੈ, ਚਾਹੇ ਤੁਹਾਡੀ ਹੈਦਰਾਬਾਦ ਦੀ ਹਾਈ ਕੋਰਟ ਆ, ਆਂਧਰਾ ਪ੍ਰਦੇਸ਼ ਦੀ। ਉਹਨਾਂ ਨੇ ਕਦੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ, ਮਤਲਬ ਹੈ ਵੀ ਠੀਕ ਤਰੀਕੇ ਨਾਲ ਉਹ ਆਪਣੇ ਫੈਸਲੇ ਕਰਦੇ ਆ, ਲੋਕਾਂ ਨੂੰ ਵੀ ਕਿਸੇ ਨਾ ਕਿਸੇ ਕਿਸਮ ਦੀ ਰਾਹਤ ਮਿਲੇ। ਜੀ ਤਾਂ ਸੁਪਰੀਮ ਕੋਰਟ ਨੇ ਜਦੋਂ ਇਹ ਮਾਮਲਿਆਂ ਦੇ ਉੱਤੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ, ਅਖਬਾਰਾਂ 'ਚ ਜੋ ਖਬਰਾਂ ਆਈਆਂ ਜੀ ਕਿ ਮਾਨਯੋਗ ਐਸਏ ਬੋਬਡੇ ਸਾਹਿਬ ਨੇ ਕਹਿਤਾ ਕਿ ਇਹ ਕੇਸ ਅਸੀਂ ਇਸ ਕਰਕੇ ਡੀਲ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਵੱਖ-ਵੱਖ ਹਾਈ ਕੋਰਟਾਂ ਦੇ ਵੱਖ-ਵੱਖ ਫੈਸਲੇ ਹੋਣਗੇ, ਜੀ ਉਹ ਕੰਟਰਾਡਿਕਟ ਹੋਣਗੇ, ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ ਹੋਣਗੇ। ਫਿਰ ਇੱਕ ਨਵੀਂ ਸਮੱਸਿਆ ਹੋਊਗੀ ਤੇ ਉਸ ਸਮੱਸਿਆ ਦੇ ਆਧਾਰ ਦੇ ਉੱਤੇ ਅਸੀਂ ਫਿਰ ਇਹਦੀ ਸੁਣਵਾਈ ਹੈ ਜਿਹੜੀ ਇੱਥੇ ਕਰਨੀ ਚਾਹੁੰਦੇ ਹਾਂ। ਇਹਦੇ ਤੇ ਕਿੰਤੂ ਪਰੰਤੂ ਹੋਏ। ਜੀ ਵਕੀਲ ਭਾਈ ਇਹਦੇ ਵਿੱਚ ਵੀ ਗੱਲ ਹੋਈ ਕਿ ਗੱਲ ਹੋ ਕੀ ਰਹੀ ਹੈ। ਜੀ ਇਹਦਾ ਮਤਲਬ ਇਹ ਹੈ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਭਾਰਤ ਸਰਕਾਰ ਨੂੰ ਬਚਾਉਣਾ ਚਾਹੁੰਦੀ ਹੈ। ਜੀ ਭਾਰਤ ਸਰਕਾਰ ਨੂੰ ਜਿਸ ਨੁਕਤਾਚੀਨੀ ਦਾ ਵੱਖ-ਵੱਖ ਹਾਈ ਕੋਰਟਾਂ 'ਚੋਂ ਸਾਹਮਣਾ ਕਰਨਾ ਪੈਂਦਾ ਹੈ, ਉਹ ਤੋਂ ਬਚਾਉਣ ਵਾਸਤੇ ਉਹ ਚਾਹੁੰਦੀ ਹੈ ਕਿ ਭਾਰਤ ਸਰਕਾਰ ਨੂੰ ਟਾਈਮ ਦਿੱਤਾ ਜਾਏ। ਜੀ ਔਰ ਉਹਨਾਂ ਨੇ ਵਕੀਲ ਵੀ ਉਸ ਬੰਦੇ ਨੂੰ, ਹਰੀਸ਼ ਸਾਲਵੇ ਨੂੰ ਨਿਯੁਕਤ ਕਰ ਲਿਆ, ਜੀ ਜਿਹੜਾ ਸਾਲਵੇ ਭਾਰਤ ਦਾ ਨਾਗਰਿਕ ਵੀ ਹੈ। ਜੀ ਉਹ ਬੰਦਾ ਇੰਗਲੈਂਡ ਦੇ ਵਿੱਚ ਰਹਿੰਦਾ, ਲੰਡਨ ਦੇ ਵਿੱਚ ਰਹਿੰਦਾ ਹੈ। ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਉਹਨੇ ਇੱਕ ਨਵੀਂ ਸ਼ਾਦੀ ਕਰਵਾਈ ਹੈ ਤੇ ਉਹ ਸ਼ਾਦੀ ਵੀ ਜਿਹੜੀ ਹੈਗੀ ਹੈ ਕਿਸੇ ਇੰਗਲੈਂਡ ਦੀ ਬੀਬੀ ਨਾਲ, ਗੋਰੀ ਨਾਲ ਸ਼ਾਦੀ ਕਰਵਾਈ ਹੈ। ਸਾਨੂੰ ਸ਼ਾਦੀ ਤੇ ਇਤਰਾਜ਼ ਨਹੀਂ, ਜੀ ਲੇਕਿਨ ਜਿਹੜਾ ਬੰਦਾ ਭਾਰਤ ਦੇ ਵਿੱਚ ਰਹਿੰਦਾ ਨਹੀਂ, ਔਰ ਪਿਛਲੇ ਸਮੇਂ ਦੇ ਵਿੱਚ ਦੇਖੀਏ ਉਹ ਹਰ ਕੇਸ ਦੇ ਵਿੱਚ ਭਾਰਤ ਸਰਕਾਰ ਵੀ ਮਦਦ ਕਰਦਾ ਰਿਹਾ ਹੈ, ਜੀ ਮੋਦੀ ਸਰਕਾਰ ਵੀ ਮਦਦ ਕਰਦਾ ਰਿਹਾ। ਉਸ ਬੰਦੇ ਨੂੰ ਇਹਨਾਂ ਨੇ ਆਪਣਾ ਮਿੱਤਰ ਬਣਾ ਲਿਆ। ਜੀ ਉਹਦੀ ਨੁਕਤਾਚੀਨੀ ਹੋਈ ਕਿ ਇਸ ਬੰਦੇ ਨੂੰ ਮਿੱਤਰ ਕਿਉਂ ਬਣਾਇਆ। ਜੀ ਨਾਲ ਹੀ ਫਿਰ ਇਸ ਗੱਲ ਦੇ ਉੱਤੇ ਵੀ ਨੁਕਤਾਚੀਨੀ ਹੋ ਗਈ ਜੀ ਕਿ ਇਸ ਮਾਮਲੇ ਜਿਹੜੇ ਹੈਗੇ ਆ ਇਹਨਾਂ ਨੇ ਆਪਣੇ ਕੋਲੇ ਕਿਉਂ ਲੈ ਲਈ। ਖਾਸ ਕਰਕੇ ਉਦੋਂ ਜਦੋਂ ਇਹ ਪਤਾ ਹੈ ਕਿ ਇੱਕ ਦਿਨ ਬਾਅਦ ਤਾਂ ਰਿਟਾਇਰ ਹੀ ਹੋ ਜਾਣੇ। ਜੀ ਪਰਸੋਂ ਕੋਲੇ ਮਾਮਲੇ ਸੀ, ਕੱਲ ਉਹ ਰਿਟਾਇਰ ਹੋ ਗਏ। ਜੀ ਜਿਹੜੀ ਉਹਨਾਂ ਨੇ ਟਾਈਮ ਬਾਈ ਕਰਨ ਵਾਲੀ ਗੱਲ ਕਹੀ ਸੀ ਕਿ ਭਾਰਤ ਸਰਕਾਰ ਨੂੰ ਇਹ ਟਾਈਮ ਦਿੱਤਾ ਜਾ ਰਿਹਾ। ਜੀ ਤੇ ਕੱਲ ਜਦੋਂ ਫਿਰ ਸਰਕਾਰੀ ਵਕੀਲ ਨੇ, ਭਾਰਤ ਸਰਕਾਰ ਦੇ ਵਕੀਲ ਨੇ ਕਹਿ ਦਿੱਤਾ ਜੀ ਸਾਨੂੰ ਟਾਈਮ ਦੇ ਦਿਓ, ਜੀ ਤੇ ਉਸ ਮਤਲਬ ਮਾਨਯੋਗ ਸੁਪਰੀਮ ਕੋਰਟ ਨੂੰ ਟਾਈਮ ਦੇਣਾ ਹੀ ਪੈਣਾ ਸੀ। ਕਿਉਂਕਿ ਜਦੋਂ ਪਹਿਲੀ ਅਪੀਅਰੈਂਸ ਹੁੰਦੀ ਹੈ, ਆਪਾਂ ਪਹਿਲੀ ਪੇਸ਼ੀ ਤੇ ਜਾਂਦੇ ਆ, ਜੀ ਉਹਦੇ ਵਿੱਚ
ਸਾਨੂੰ ਜੋ ਸਮਣ ਆਉਂਦੇ ਉੱਤੇ ਲਿਖੇ ਹੁੰਦੇ ਕਿ ਅਸਾਲਤਨ ਜਾਂ ਵਕਾਲਤਨ ਪੇਸ਼ ਹੋਇਆ ਜਾਵੇ ਜੀ ਉਹ ਬੰਦਾ ਜਾ ਕੇ ਪੇਸ਼ ਹੁੰਦਾ ਪਹਿਲਾਂ ਵੀ ਆ ਲਓ ਜੀ ਮੈਂ ਪੇਸ਼ ਹੋ ਗਿਆ ਹੁਣ ਮੈਨੂੰ ਤੁਸੀਂ ਸਮਾਂ ਦੇ ਦਿਓ ਮੈਂ ਇਹਨੂੰ ਪੜ੍ਹੂੰਗਾ ਤੇ ਮੈਂ ਇਹਦਾ ਜਵਾਬ ਦੇ ਦੂੰਗਾ। ਸੋ ਜਿਹੜੀ ਸੁਣਵਾਈ ਇਹਨਾਂ ਨੇ ਕੱਲ ਵਾਸਤੇ ਰੱਖੀ ਸੀ ਉਹ ਸੁਣਵਾਈ ਹੁਣ ਮੁਲਤਵੀ ਹੋ ਗਈ ਹੈ ਜੀ। ਬੋਬਡੇ ਸਾਹਿਬ ਭਾਵੇਂ ਰਿਟਾਇਰ ਹੋ ਗਏ ਤੇ ਉਹ ਮੁਲਤਵੀ ਹੋ ਕੇ ਚਲੀ ਕਦੋਂ ਤੱਕ ਗਈ ਉਹ ਚਲੀ ਗਈ ਮੰਗਲਵਾਰ ਤੇ ਜੀ ਮਤਲਬ 27 ਅਪ੍ਰੈਲ ਤੇ ਉਹ ਚੀਜ਼ ਚਲੀ। 27 ਅਪ੍ਰੈਲ ਤੇ ਚੀਜ਼ ਚਲੀ ਗਈ ਜੀ। ਇੰਨੇ ਸਮੇਂ ਦੇ ਵਿੱਚ ਨਿੱਜਰ ਸਾਹਿਬ ਤੁਸੀਂ ਦੇਖੋ ਕਿੰਨੇ ਲੋਕ ਮਰ ਗਏ ਜੀ। ਜੇ ਆਪਾਂ ਗੰਗਾ ਰਾਮ ਹਸਪੀਟਲ ਦੀ ਗੱਲ ਕਰਕੇ ਹਟੇ ਆ ਕਿ 25 ਬੰਦੇ ਮਰ ਗਏ ਜੀ ਤੇ 60 ਜਿਹੜੇ ਹੈਗੇ ਹਾਲਤ ਉਹਨਾਂ ਦੀ ਬੜੀ ਕ੍ਰਿਟੀਕਲ ਉਹ ਮਰ ਸਕਦੇ ਹੈ ਜੀ। ਉਹਨਾਂ ਨੂੰ ਨਾ ਆਕਸੀਜਨ ਮਿਲਦੀ ਹੈ ਨਾ ਉਹਨਾਂ ਨੂੰ ਮੈਡੀਸਨ ਜਿਹੜੀ ਹੈਗੀ ਹੈ ਮਿਲਦੀ ਹੈ ਹਸਪਤਾਲ ਹੱਥ ਨਹੀਂ ਖੜੇ ਹੈ ਜੀ। ਉਹ ਚੀਕਾ ਮਾਰ ਜਾਂਦੇ ਕਿ ਸਾਨੂੰ ਸਪਲਾਈ ਨਹੀਂ ਦਿੰਦੀ ਜੀ ਤੇ ਸੁਪਰੀਮ ਕੋਰਟ ਨੇ ਉਹ ਮਾਮਲਾ ਕਹਿੰਦਾ ਇਹਦੀ ਨੁਕਤਾਚੀਨੀ ਨਹੀਂ ਹੋਣੀ। ਜੀ। ਸਾਲਵੇ ਨੂੰ ਲੈ ਕੇ ਵੀ ਬੜੀ ਨੁਕਤਾਚੀਨੀ ਹੋਈ ਕਿ ਸਾਲਵੇ ਨੂੰ ਜਿਹੜਾ ਭਾਰਤ ਸਰਕਾਰ ਨੂੰ ਬਚਾਉਣ ਵਾਲਾ ਵਕੀਲ ਹਰ ਥਾਂ ਦੇ ਉੱਤੇ ਉਹਨਾਂ ਦੇ ਹੱਕ ਵਿੱਚ ਖੜਾ ਹੁੰਦਾ ਹੈ ਜੀ। ਉਹ ਚਾਹੇ ਅਰਨਬ ਗੋਸਵਾਮੀ ਦਾ ਮਾਮਲਾ ਹੋਵੇ ਕੋਈ ਮਾਮਲਾ ਹੋਵੇ ਜੀ। ਉਸ ਬੰਦੇ ਨੂੰ ਜਿਹੜਾ ਹੈਗਾ ਮਿੱਤਰ ਅਦਾਲਤ ਤੱਕ ਕਿਉਂ ਬਣਾਇਆ। ਜੀ। ਤੇ ਕੱਲ ਫਿਰ ਸਾਲਵੇ ਨੇ ਦੇਖਿਆ ਕਿ ਜਦੋਂ ਮੇਰੀ ਕਾਨੂੰਨੀ ਭਾਈਚਾਰੇ ਚ ਵਕੀਲ ਭਾਈਚਾਰੇ ਦੇ ਵਿੱਚੋਂ ਇੰਨੀ ਨਿਖੇਧੀ ਹੋ ਰਹੀ ਹੈ ਮੁਖਾਲਫਤ ਹੋ ਰਹੀ ਹੈ ਜੀ। ਉਹਨੇ ਆਪਣੇ ਕਹਿ ਦਿੱਤਾ ਜੀ ਮੈਨੂੰ ਰੁਖਸਤ ਕਰ ਦਿਓ ਮੈਨੂੰ ਵਿਹਲਾ ਕਰ ਦਿਓ ਤੇ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ 3 ਮੈਂਬਰੀ ਬੈਂਚ ਸੀ ਕਿ ਜੀ ਤੁਸੀਂ ਹੁਣ ਜਾ ਸਕਦੇ ਹੋ ਸਾਨੂੰ ਤੁਹਾਡੀ ਲੋੜ ਨਹੀਂ। ਪਰ ਨਾਲ ਹੀ ਫਿਰ ਸੁਪਰੀਮ ਕੋਰਟ ਨੇ ਸਫਾਈ ਵੀ ਦੇ ਜੀ। ਬੋਬੜੇ ਸਾਹਿਬ ਮੈਂ ਤਾਂ ਇਹ ਕਿਹਾ ਹੀ ਨਹੀਂ ਜੀ। ਤੁਸੀਂ ਸਾਡਾ ਆਰਡਰ ਪੜ੍ਹੇ ਹੀ ਨਹੀਂ। ਆਰਡਰ ਪੜ੍ਹੇ ਤੋਂ ਬਗੈਰ ਤੁਸੀਂ ਸਾਡੀ ਨੁਕਤਾਚੀਨੀ ਕਿਵੇਂ ਕਰੀ ਜਾਂਦੇ ਹੋ ਵਕੀਲਾਂ ਨੂੰ ਕਿਹਾ ਉਹਨਾਂ ਨੇ। ਜੀ। ਕਈ ਵਾਰੀ ਆਪਾਂ ਦੇਖਦੇ ਕਿ ਆਰਡਰ ਲਿਖਿਆ ਨਹੀਂ ਜਾਂਦਾ। ਜੀ। ਆਰਡਰ ਬਗੈਰ ਲਿਖੇ ਤੋਂ ਭਾਵਨਾ ਅਦਾਲਤਾਂ ਦੀਆਂ ਦੇਖੀਆਂ ਜਾਂਦੀਆਂ ਕਿ ਭਾਵਨਾ ਕੀ ਹੈ ਜੇ ਥੱਲੇ ਕੇਸ ਚੱਲਦਾ ਸੀ ਜੀ। ਥੱਲੇ ਚੱਲਦੇ ਕੇਸਾਂ ਤੋਂ ਸੁਪਰੀਮ ਕੋਰਟ ਆਪਣੇ ਆਪ ਵਿੱਚ ਕਿਵੇਂ ਆ ਗਈ। ਜੀ। ਹੁਣ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਮਿਸਟਰ ਨਗੇਸ਼ਵਰ ਰਾਓ ਜਿਹੜੇ ਸਾਡੇ ਹੋਰ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਹੈ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਸੁਪਰੀਮ ਕੋਰਟ ਹਾਈ ਕੋਰਟਾਂ ਦੇ ਮਾਮਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੂਗੀ। ਜਿਹੜੀਆਂ ਹਾਈ ਕੋਰਟਾਂ ਸੁਣਵਾਈ ਕਰਦੀਆਂ ਸੁਣਵਾਈ ਕਰੀ ਜਾਂਦੀਆਂ ਉਹ ਕਰਨ ਔਰ ਉਹਨਾਂ ਨੇ ਜਿਹੜੀਆਂ ਹਦਾਇਤਾਂ ਦੇਣੀਆਂ ਉਹ ਆਪਣੀਆਂ ਹਦਾਇਤਾਂ ਦੇ ਸਕਦੇ ਹੈ। ਅਸੀਂ ਹਾਈ ਕੋਰਟਾਂ ਨੂੰ ਰੋਕ ਨਹੀਂ ਰਹੇ ਔਰ ਇਸ ਮੁੱਦੇ ਨੂੰ ਲੈ ਕੇ ਜਿਹੜੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਉਹਦੇ ਚ ਵੀ ਵਕੀਲਾਂ ਦੀਆਂ ਕਈ ਜਥੇਬੰਦੀਆਂ ਉਹਨਾਂ ਨੇ ਵੀ ਵਿਰੋਧ ਕੀਤਾ ਹੈ ਲੇਕਿਨ ਸੁਪਰੀਮ ਕੋਰਟ ਨੇ ਵੀ ਵਕੀਲਾਂ ਦੇ ਨਜ਼ਰੀਏ ਦੇ ਉੱਤੇ ਕੱਲ ਨਾਖੁਸ਼ੀ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਵਕੀਲ ਜਿਹੜੇ ਹੈਗੇ ਉਹਨਾਂ ਨੂੰ ਪਹਿਲਾਂ ਪੜ੍ਹ ਲੈਣਾ ਚਾਹੀਦਾ ਸੀ ਵਗੈਰਾ ਵਗੈਰਾ। ਪਰ ਜਿਵੇਂ ਕਿ ਸਿਆਣੇ ਬੰਦੇ ਕਹਿੰਦੇ ਹੁੰਦੇ ਹੈ ਕਿ ਅੱਗ ਉਦੋਂ ਹੀ ਲੱਗਦੀ ਹੈ ਜਦੋਂ ਧੂੰਆਂ ਉੱਠਦਾ ਹੁੰਦਾ ਹੈ। ਜੇ ਧੂੰਆਂ ਉੱਠਿਆ ਤਾਂ ਫੇਰ ਹੀ ਵਕੀਲਾਂ ਨੂੰ ਸ਼ੱਕ ਪ੍ਰਗਟ ਕਰਨਾ ਪਿਆ ਔਰ ਉਹਨਾਂ ਨੇ ਆਪਣੇ ਪ੍ਰਤੀਕਰਮ ਦਿੱਤੇ। ਬਿਲਕੁਲ ਢਿੱਲੋਂ ਵੀਰ ਜੀ ਵਾਕਿਆ ਤੁਸੀਂ ਕਿਹਾ ਜਿਹੜੀਆਂ ਸਾਡੀਆਂ ਉੱਥੇ ਅਦਾਲਤਾਂ ਆ ਇਹ ਅਦਾਰੇ ਨੇ ਤੇ ਬੜੇ ਬਵਾਤ ਫੈਸਲੇ ਪਿਛਲੇ ਸਮੇਂ 'ਚ ਹੋਏ ਆ ਜੀ। ਹੌਲੀ ਹੌਲੀ ਲੋਕਾਂ ਦਾ ਇਹਨਾਂ ਅਦਾਰਿਆਂ ਤੋਂ ਵਿਸ਼ਵਾਸ ਉੱਠੀ ਜਾਂਦਾ ਤੇ ਇਹਨਾਂ ਨੂੰ ਵਿਸ਼ਵਾਸ ਆਪਣਾ ਬਹਾਲ ਕਰਨਾ ਪੈਣਾ ਕਿਉਂਕਿ ਜੇ ਇਹ ਸਿਸਟਮ ਫੇਲ ਹੋ ਗਿਆ ਤੇ ਸਮਝ ਲਓ ਕੰਟਰੀਆਂ ਨੇ ਜਿਹੜਾ ਨਿਗਾਰ ਵੱਲ ਨੂੰ ਜਾਣਾ ਖਾਤਮੇ ਵੱਲ ਨੂੰ ਸ਼ੁਰੂਆਤ ਹੋ ਜਾਂਦੀ ਆ। ਸੋ ਢਿੱਲੋਂ ਵੀਰ ਜੀ ਆਪਾਂ ਵਾਪਸ ਪੰਜਾਬ 'ਚ ਆਈਏ ਜੀ ਮੁੜ ਕੇ ਬੜੇ ਮਸ਼ਹੂਰ ਰਹੇ ਆ ਜੀ ਚਰਚਿਤ ਰਹੇ ਮਨਪ੍ਰੀਤ ਬਾਦਲ ਦੋਨੇ ਚਚੇਰੇ ਭਰਾ ਸੁਖਵੀਰ ਬਾਦਲ ਜਦੋਂ ਉਹਨਾਂ ਦੀ ਸਰਕਾਰ 'ਚ ਹੁੰਦੇ ਸੀ ਇਹੋ ਮਹਿਕਮਾ ਉਹਦੇ ਕੋਲ ਉਦੋਂ ਸੀ ਤੇ ਕਾਂਗਰਸ ਦੇ ਟਾਈਮ ਵੀ ਮਹਿਕਮਾ ਹੋਈ ਆ ਪਰ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਉਹਨਾਂ ਨੇ ਪੀਪੀ ਆਪਣੀ ਇੱਕ ਪਾਰਟੀ ਵੀ ਬਣਾਈ ਸੀ ਪਰ ਉਹਦਾ ਤੁਹਾਨੂੰ ਪਤਾ ਕੀ ਅਸਰ ਹੋਇਆ ਤੇ ਉਹ ਪੀਪੀ ਦਾ ਜਿਹੜਾ ਇੱਕ ਅੰਗ ਭਗਵੰਤ ਮਾਨ ਸੀ ਤੇ ਭਗਵੰਤ ਮਾਨ ਪੀ ਕੇ ਫਿਰ ਝਾੜੂ ਵਾਲਿਆਂ ਕੋਲ ਚਲ ਗਿਆ ਤੇ ਝਾੜੂ ਦੇ ਤੀਲਾ ਕਿਵੇਂ ਉਹਨਾਂ ਨੇ ਖਿਲਾਰਿਆ ਜਦੋਂ ਕੈਪਟਨ ਦੀ ਸਰਕਾਰ ਬਣੀ ਕਾਂਗਰਸ ਜਿੱਤੀ ਆ ਉਹ ਵੀ ਤੁਹਾਨੂੰ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈਗਾ। ਸੋ ਅੱਜ ਕੱਲ੍ਹ ਮਨਪ੍ਰੀਤ ਬਾਦਲ ਖਫਿਆ ਪਿਆ ਜੀ ਅਫਸਰਾਂ ਦੇ ਕਹਿੰਦਾ ਜਾਂ ਤਾਂ ਸੰਵਿਧਾਨ ਬਦਲ ਦਿਓ ਵਰਨਾ ਚੁਣੇ ਹੋਏ ਨੁਮਾਇੰਦਿਆਂ ਦੇ ਥੱਲੇ ਲੱਗਣਾ ਪਵੇਗਾ। ਮਨਪ੍ਰੀਤ ਬਾਦਲ ਦੀ ਅਫਸਰਾਂ ਨੂੰ ਚੇਤਾਵਨੀ। ਬਿਲਕੁਲ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੀ ਕੈਬਨਿਟ ਦੇ ਵਿੱਚ ਬਹੁਤ ਸਿਆਣਾ ਬੰਦਾ ਸਮਝਿਆ ਜੀ। ਸਾਰੇ ਲੋਕਾਂ ਨੂੰ ਬਹੁਤ ਇਸ ਗੱਲ ਦਾ ਮਤਲਬ ਜਿਹੜਾ ਹੈਗਾ ਕਿ ਪੰਜਾਬ ਦੇ ਕੋਲੇ ਜਿਹੜਾ ਵਿੱਤ ਮੰਤਰੀ ਆ ਉਹ ਬੜਾ ਸਿਆਣਾ ਹੈ ਜੀ। ਮਨਪ੍ਰੀਤ ਬਾਦਲ ਜਦੋਂ ਬੋਲਦਾ ਉਹਨੇ ਆਪਣੀ ਕੋਈ ਵੀ ਗੱਲ ਕਹਿਣੀ ਹੁੰਦੀ ਹੈ ਤੇ ਆਪਣੀ ਗੱਲ ਨੂੰ ਬਲ ਦੇਣ ਵਾਸਤੇ ਜੀ ਉਹ ਸ਼ਾਇਰੀ ਦਾ ਬਹੁਤ ਇਸਤੇਮਾਲ ਕਰਦਾ ਹੈ ਜੀ। ਇੱਕ ਵਾਰੀ ਇਹ ਹੁੰਦੀ ਹੈ ਸਥਿਤੀ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਸ਼ੇਰ ਪੜ੍ਹਦਾ ਹੈ ਜੀ ਉਹ ਸ਼ੇਰ ਫਾਰਸੀ ਦੇ ਹੁੰਦੇ ਆ ਉਰਦੂ ਦੇ ਹੁੰਦੇ ਆ ਜੀ ਤੇ ਆਮ ਲੋਕਾਂ ਨੂੰ ਪੂਰਾ ਪਤਾ ਨਹੀਂ ਹੁੰਦਾ ਕਿ ਉਹ ਹੱਕ ਚ ਕੇ ਖਿਲਾਫ ਹੈ ਜੀ ਔਰ ਉਹ ਜਿਹੜਾ ਹੈਗਾ ਮਨਪ੍ਰੀਤ ਸਿੰਘ ਬਾਦਲ ਜਿਹੜਾ ਉਹਦੀ ਸ਼ਾਇਰੋ ਸ਼ਾਇਰੀ ਪੜ੍ਹ ਜਾਂਦਾ। ਮੈਂ ਹੁਣ ਤੁਹਾਨੂੰ ਇੱਕ ਕਿੱਸਾ ਸੁਣਾਉਣਾ। ਬਹੁਤ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖਬਰ ਲੱਗੀ ਸੀ ਉਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦਾ ਹਿੱਸਾ ਹੁੰਦਾ ਜੀ
ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਅਲਗੋ ਕੀ ਕੋਠੀ ਹੈ। ਜੀ ਅਲਗੋ ਕੀ ਕੋਠੀ ਦਾ ਇੱਕ ਸ਼ਖਸ ਹੁੰਦਾ ਸੀ ਜਿਹਦਾ ਨਾਮ ਸੀ ਗੁਰਦਿਆਲ ਸਿੰਘ। ਜੀ ਬਹੁਤ ਇਲਾਕੇ ਦਾ ਉਹ ਮੰਨਿਆ ਪਰਮੰਨਿਆ ਬੰਦਾ ਸੀ। ਉਹ ਅਕਾਲੀ ਦਲ ਨਾਲ ਸੰਬੰਧਿਤ ਜੀ ਪਰ ਉਹਦੀ ਜਿਹੜੇ ਉਹਦਾ ਕਤਲ ਹੋ ਗਿਆ ਸੀ, ਕੁਝ ਲੋਕ ਹੋਰ ਵੀ ਉਹਦੇ ਨਾਲ ਕਤਲ ਹੋ ਗਏ ਸੀ ਤੇ ਉਸ ਵੇਲੇ ਕਾਂਗਰਸ ਦੀ ਹੁਕੂਮਤ ਸੀ, ਜਦ ਕੈਪਟਨ ਅਮਰਿੰਦਰ ਸਿੰਘ ਦੀ ਹੁਕੂਮਤ ਸੀ ਜੀ ਤੇ ਉਹਨਾਂ ਨੂੰ ਜਿਹੜੀ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਸੀ ਹੋਈ। ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਟਕਾ ਚੌਕ ਦੇ ਵਿੱਚ ਇੱਕ ਧਰਨਾ ਰੱਖਤਾ ਸੀ ਕਿ ਜੀ ਆਪਾਂ ਅਕਾਲੀ ਦਲ ਵੱਲੋਂ ਇੱਕ ਧਰਨਾ ਕਰਨਾ ਤੇ ਤਰਨਤਾਰਨ ਦੇ ਲੋਕਾਂ ਨੂੰ ਲਾਮਬੰਦ ਕੀਤਾ ਕਿ ਆਓ ਆਪਾਂ ਪ੍ਰੋਟੈਸਟ ਤਿਆਰ ਕਰੀਏ। ਜੀ ਸਰਦਾਰ ਗੁਰਦਿਆਲ ਸਿੰਘ ਮਕਤੂਲ ਦੀ ਜਿਹੜੀ ਵਾਈਫ ਹੈ ਉਹ ਵੀ ਵਿਚਾਰੀ ਉਹਦੇ ਵਿੱਚ ਬੈਠੀ ਸੀ ਜੀ ਤੇ ਮਨਪ੍ਰੀਤ ਸਿੰਘ ਬਾਦਲ ਜਦੋਂ ਭਾਸ਼ਣ ਦੇ ਰਿਹਾ ਸੀ ਤੇ ਕੋਹ ਕਾਫਤੀਆਂ ਪਰੀਆਂ ਤੇ ਜੇ ਉਹ ਵੱਡੇ ਵੱਡੇ ਪਹਾੜਾਂ ਦੀਆਂ ਗੱਲਾਂ ਕਰਨ ਲੱਗਾ, ਮਤਲਬ ਜਿਹੜੀ ਹੈ ਹਿਮਾਲਿਆ ਪਰਬਤ ਤੋਂ ਪਾਰ ਦੀਆਂ ਦਲੀਲਾਂ ਦੇਣ ਲੱਗ ਗਿਆ। ਜੀ ਇੱਕ ਬਹੁਤ ਤਕੜਾ ਜਰਨਲਿਸਟ ਹੈ ਜਿਹਦਾ ਨਾਮ SP ਸਿੰਘ ਹੈ। ਜੀ ਅੱਜ ਕੱਲ ਦੇਖਿਆ ਉਹਨਾਂ ਪੰਜਾਬੀ ਟ੍ਰਿਬਿਊਨ ਚ ਉਹਦੇ ਆਰਟੀਕਲ ਆਉਂਦੇ ਹੁੰਦੇ ਆ ਬਾਦਲੀ ਜੀ ਤੇ PTC ਦੇ ਉੱਤੇ ਉਹ ਇੱਕ ਦਲੀਲ ਪ੍ਰੋਗਰਾਮ ਵੀ ਪੇਸ਼ ਕਰਦਾ ਰਿਹਾ। ਉਦੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੁੰਦਾ ਜੀ ਉਹਦੀ ਉਹ ਖਬਰ ਜਿਹਦਾ ਮੈਂ ਜ਼ਿਕਰ ਕਰਦਾ, ਖਬਰ ਉਹਨੇ ਲਿਖੀ ਸੀ ਤੇ ਉਹ ਬੰਦੇ ਨੇ ਜਾ ਕੇ ਇਹਦੇ ਭਾਸ਼ਣ ਵੀ ਸੁਣੀ ਗਿਆ ਮਨਪ੍ਰੀਤ ਸਿੰਘ ਬਾਦਲ ਦਾ ਜੀ ਤੇ PC ਬਿੱਟੋ ਸਰਦਾਰ ਗੁਰਦਿਆਲ ਸਿੰਘ ਦੀ ਉਹਦੇ ਕੋਲੇ ਵੀ ਚਲਾ ਗਿਆ। ਜੀ ਉਹ ਆ ਕੇ ਕਹਿੰਦਾ ਵੀ ਤੁਸੀਂ ਬੀਬੀ ਜੀ ਇੱਥੇ ਕੀ ਲੈਣ ਆਏ ਹੋ? ਜੀ ਉਹ ਕਹਿੰਦੀ ਵੀ ਤੁਸੀਂ ਤਾਂ ਬਾਦਲ ਸਾਹਿਬ ਲੈ ਕੇ ਆਏ ਸੀ ਕਿ ਤੇਰੇ ਘਰ ਵਾਲਾ ਮਰ ਗਿਆ ਤੇ ਤੁਹਾਨੂੰ ਇਨਸਾਫ ਦਵਾਵਾਂਗੇ, ਜੀ। ਉਹਦੀ ਖਾਤਰ ਹੈ ਜੀ ਤੇ ਉਹ ਪੱਤਰਕਾਰ ਨੇ ਪੁੱਛਿਆ ਕਿ ਮਨਪ੍ਰੀਤ ਬਾਦਲ ਕੀ ਕਹੀ ਜਾਂਦਾ, ਤੈਨੂੰ ਕੁਝ ਪਤਾ ਲੱਗਦਾ? ਉਹ ਕਹਿੰਦੀ ਭਾਈ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਵੀ ਇਹ ਕੀ ਕਰੀ ਜਾਂਦਾ, ਕਿਹੜੀਆਂ ਕੋਹ ਕਾਫਦੀਆਂ ਪਰੀਆਂ ਚ ਤੁਰਿਆ ਫਿਰਦਾ ਹੈ। ਜੀ ਜੀ ਮੈਨੂੰ ਤਾਂ ਕੁਝ ਪਤਾ ਨਹੀਂ, ਅਸੀਂ ਤਾਂ ਇਨਸਾਫ ਲੈਣ ਵਾਸਤੇ ਆਏ। ਹਾਂਜੀ ਇਹ ਕਈ ਵਾਰੀ ਜਦੋਂ ਸ਼ਹਿਰੋ ਸ਼ਹਿਰੀ ਚ ਗੱਲ ਕਰਦਾ ਉਦੋਂ ਪ੍ਰਭਾਵ ਤਾਂ ਇਹ ਦਿਨ ਦਾ ਯਤਨ ਕੀਤਾ ਜਾਂਦਾ ਕਿ ਬੰਦਾ ਸਿਆਣਾ, ਪਰ ਥੱਲੇ ਜਿਹੜੇ ਸੁਣਦੇ ਹੁੰਦੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ, ਉਹਨਾਂ ਨੂੰ ਉਦੋਂ ਦੀ ਗੱਲ ਟੱਪ ਜਾਂਦੀ ਹੈ ਕਿ ਬੰਦਾ ਕਹਿੰਦਾ। ਹਾਂਜੀ ਸਾਡੇ ਇੱਥੇ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਜੀ 50 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਦੇ ਇੱਥੇ ਬਹੁਮਤ ਨਹੀਂ ਸੀ ਮਿਲਿਆ। ਜੀ ਹੁਣ ਕਾਂਗਰਸ ਪਾਰਟੀ ਨੂੰ ਇੰਨਾ ਬਹੁਮਤ ਮਿਲ ਗਿਆ ਕਿ 50 ਸੀਟਾਂ ਦੇ ਵਿੱਚੋਂ 43 ਵਾਰਡਾਂ ਦੇ ਉੱਤੇ ਕਬਜ਼ਾ ਕਾਂਗਰਸ ਪਾਰਟੀ ਦਾ ਹੋ। ਜੀ ਜਦੋਂ ਮੇਅਰ ਦੀ ਚੋਣ ਹੋਈ ਤਾਂ ਲੱਗਦਾ ਇਹ ਸੀ ਕਿ ਸਰਦਾਰ ਜਗਰੂਪ ਸਿੰਘ ਗਿੱਲ ਇੱਕ ਕਾਂਗਰਸ ਦੇ ਬੜੇ ਪ੍ਰੋਮੀਨੈਂਟ ਲੀਡਰ ਹੈ ਜੀ ਔਰ ਉਹ ਬੰਦਾ 6ਵੀਂ ਵਾਰੀ ਕਾਉਂਸਲਰ ਬਣਿਆ। ਜੀ ਮਿਊਨਿਸਪਲ ਕਮੇਟੀ ਬਠਿੰਡਾ ਦਾ ਪ੍ਰਧਾਨ ਵੀ ਰਿਹਾ ਹੈ, ਨਗਰ ਸੁਧਾਰ ਟਰਸਟ ਦਾ ਚੇਅਰਮੈਨ ਵੀ ਰਿਹਾ ਹੈ, ਜੀ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਵੀ ਰਿਹਾ ਹੈ। ਉਹਨੇ ਅਸਤੀਫਾ ਦੇ ਕੇ ਚੋਣ ਲੜੀ ਸੀ। ਜੀ ਸਾਰੇ ਸ਼ਹਿਰ ਦੇ ਲੋਕਾਂ ਨੂੰ ਇਹ ਸੀ ਕਿ ਮੇਅਰ ਉਹਨੂੰ ਬਣਾਇਆ ਜਾਊਗਾ, ਜੀ ਲੇਕਿਨ ਐਨ ਆਖਰੀ ਸਮੇਂ ਦੇ ਉੱਤੇ ਉਹਨੂੰ ਮੇਅਰ ਬਣਾਉਣ ਦੀ ਥਾਂ ਤੇ ਮੇਅਰ ਕਿਹਨੂੰ ਬਣਾ ਦਿੱਤਾ? ਰਮਨ ਗੋਇਲ ਨਾਂ ਦੀ ਇੱਕ ਬੀਬੀ ਹੈ ਜੀ ਔਰ ਉਹਦੇ ਘਰ ਵਾਲੇ ਦਾ ਨਾਂ ਹੈਗਾ ਸੰਦੀਪ, ਉਹਨੂੰ ਦੀਪਾ ਕਹਿ ਦਿੰਦੇ ਆ। ਜੀ ਆਦੇ ਠੇਕੇਦਾਰੀ ਦਾ ਉਹ ਕੰਮ ਕਰਦਾ। ਚੱਡਾ ਕੰਪਨੀ ਹੈ ਜਿਹੜੀ ਤੁਹਾਨੂੰ ਪਤਾ ਇਹਨਾਂ ਦੇ ਕਰਨਿਆਂ ਦੇ ਰਿਸ਼ਤੇਦਾਰ ਹੈ, ਜੀ। ਪੌਂਟੀ ਚੱਡਾ। ਜੀ ਪੌਂਟੀ ਚੱਡਾ ਫੈਮਿਲੀ ਦਾ ਜਿਹੜਾ ਸ਼ਰਾਬ ਦਾ ਕਾਰੋਬਾਰ ਆ ਉਹਦੇ ਨਾਲ ਉਹ ਜੁੜੇ ਹੋਏ। ਜੀ ਦੇ ਲੋਕ ਕਦੇ ਉਹਨੂੰ ਸੰਦੀਪ ਕਹਿ ਕੇ ਨਹੀਂ ਬੁਲਾਉਂਦੇ, ਆਮ ਤੌਰ ਤੇ ਉਹਨੂੰ ਓਏ ਦੀਪਾ ਕਹਿ ਕੇ ਬੁਲਾਉਂਦੇ ਆ। ਜੀ ਸਾਡੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ, ਉਹਦਾ ਸੰਸਕਾਰ ਹੋਇਆ ਸੀ, ਮੈਂ ਵੀ ਉੱਥੇ ਗਿਆ ਸੀ। ਉਹ ਸਰਕਾਰੀ ਗੱਡੀ ਦੇ ਵਿੱਚ ਸੀ ਤੇ ਉਹਦੇ ਨਾਲ ਦੇ ਵੀ ਉਹਨੂੰ ਦੀਪਾ ਕਹਿ ਕੇ ਬੁਲਾ ਰਹੇ ਸੀ। ਜੀ। ਇਹ ਤੋਂ ਆਪਾਂ ਨਾਲ ਦੱਸ ਸਕਦੇ ਕਿ ਬੰਦੇ ਦਾ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਚ ਹੁੰਦਾ ਸੀ, ਉਹ ਅਕਾਲੀ ਦਲ ਜਿਹਦੇ ਨਾਲ ਹੁੰਦੇ ਸੀ। ਜੀ ਇਹ ਕਾਂਗਰਸ ਚ ਆ ਗਿਆ, ਉਹ ਕਾਂਗਰਸ ਦੇ ਵਿੱਚ ਇਹਨਾਂ ਦੇ ਨਾਲ ਆ ਗਏ। ਇਹਨਾਂ ਦੇ ਜਿਹੜੇ ਕੁਝ ਬੰਦੇ ਆ, ਇਹਨਾਂ ਦੇ ਆਪਣੇ ਜਿਹੜੇ ਵਰਕਰ ਹੈ, ਉਹਨਾਂ ਵਰਕਰਾਂ ਦਾ ਕਾਰੋਬਾਰ, ਸ਼ਰਾਬ ਦਾ ਕਾਰੋਬਾਰ ਵੀ ਉਹਨਾਂ ਦੇ ਨਾਲ ਸਾਂਝਾ ਹੈ। ਜੀ ਉਹਦੀ ਵਰਕ ਨੂੰ ਚੱਕ ਕੇ ਇਹਨਾਂ ਨੇ ਜੀ ਚੇਅਰਮੈਨ ਬਣਾਤਾ। ਜੀ ਵਿਰੋਧ ਬਹੁਤ ਜ਼ਿਆਦਾ ਹੋਇਆ। ਵਿਰੋਧ ਜਿਹੜਾ ਮੇਅਰ ਬਣਾਤਾ, ਸੌਰੀ ਮੈਂ ਚੇਅਰਮੈਨ ਕਹਿ ਗਿਆ ਸੀ, ਮੇਅਰ ਬਣਾਤਾ ਕਾਰਪੋਰੇਸ਼ਨ ਦਾ। ਵਿਰੋਧ ਬਹੁਤ ਜ਼ਿਆਦਾ ਹੋਇਆ, ਜੀ ਲੋਕਾਂ ਦੇ ਵਿੱਚ ਬੇਚੈਨੀ ਬੜੀ ਹੋਈ। ਜੀ ਕੱਲ ਫਿਰ ਉਹਨਾਂ ਨੂੰ ਉਹ ਜਿਹੜੀ ਹੈਗੀ ਆ ਉਸ ਬੀਬੀ ਨੂੰ ਇਹਨਾਂ ਨੇ ਮੇਅਰ ਦੇ ਹੱਥੇ ਬਿਠਾਇਆ, ਜੀ ਸੀਨੀਅਰ ਡਿਪਟੀ ਮੇਅਰ ਬਿਠਾਤਾ, ਡਿਪਟੀ ਮੇਅਰ ਬਿਠਾਤਾ। ਜੀ ਫਿਰ ਇਹਨਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਸਾਰੇ ਵੱਡੇ ਸੀਨੀਅਰ ਅਫਸਰ ਸੀਗੇ। ਜੀ ਤੇ ਉੱਥੇ ਜਦੋਂ ਬੋਲਣ ਲੱਗ ਗਿਆ ਮਨਪ੍ਰੀਤ ਸਿੰਘ ਬਾਦਲ, ਤੇ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਸੰਵਿਧਾਨ ਦੇ ਮੁਤਾਬਕ ਚੁਣੇ ਹੋਏ ਨੁਮਾਇੰਦਿਆਂ ਦੇ ਮੁਤਾਬਕ ਜੋ ਦਿਸ਼ਾ ਨਿਰਦੇਸ਼ ਚੁਣੇ ਹੋਏ ਤੁਹਾਨੂੰ ਜਿਹੜੇ ਹੈਗੇ ਪ੍ਰਤੀਨਿਧ ਦੇਣਗੇ, ਜੀ ਅਫਸਰਾਂ ਨੂੰ ਉਹ ਮੰਨਣਾ ਪੈਣਾ। ਸੰਵਿਧਾਨ ਇਹ ਗੱਲ ਕਹਿੰਦਾ ਹੈ। ਜੀ ਦਿਸ਼ਾ ਨਿਰਦੇਸ਼ ਦਾ ਮਤਲਬ ਹੈ ਕਿ ਜਿਹੜੀ ਉਹ ਪਾਲਿਸੀ ਬਣਾ ਦੇਣਗੇ ਕਿ ਤੁਸੀਂ ਇਹਦੇ ਮੁਤਾਬਕ ਚੱਲਣਾ ਹੈ। ਉਹ ਔਰ ਇਹ ਦਿਸ਼ਾ ਨਿਰਦੇਸ਼ ਉਹ ਕਹਿੰਦਾ ਵੀ ਚਾਹੇ ਮੇਅਰ ਹੋਵੇ ਚਾਹੇ MLA ਹੋਵੇ। ਜੀ ਇਹ ਸੰਵਿਧਾਨ ਨੇ ਗੱਲ ਦਿੱਤੀ ਹੋਈ ਹੈ। ਤੇ ਅਗਲੀ ਗੱਲ ਨਾਲ ਦੀ ਨਾਲ ਕਹਿ ਦਿੰਦੇ ਆ ਉਹਨਾਂ ਨੂੰ, ਅਫਸਰਾਂ ਨੂੰ, ਵੀ ਜਾਂ ਤਾਂ ਤੁਸੀਂ ਸੰਵਿਧਾਨ ਬਦਲ ਜੀ ਤੇ ਜੇ ਸੰਵਿਧਾਨ ਨਹੀਂ ਬਦਲਣਾ ਤਾਂ ਫਿਰ ਤੁਹਾਨੂੰ ਚੁਣੇ ਹੋਏ ਨੁਮਾਇੰਦਿਆਂ ਦੇ ਥੱਲੇ ਲੱਗਣਾ ਪੈਣਾ। ਜੀ ਸਭ ਥੱਲੇ ਲੱਗਣਾ ਜਿਹੜਾ ਬੜਾ ਚੁਭਿਆ। ਮੈਂ ਕਈ ਅਫਸਰਾਂ ਨਾਲ ਗੱਲ ਵੀ ਕੀਤੀ ਤੇ ਉਹਨਾਂ ਅਫਸਰਾਂ ਦੇ ਵਿੱਚ ਬੇਚੈਨੀ ਵੀ ਹੈ। ਜੀ ਮੈਨੂੰ ਮੈਂ ਸੀਨੀਅਰ IAS ਆਫੀਸਰ ਦੇ ਨਾਲ ਗੱਲ ਕੀਤੀ, ਮੈਨੂੰ ਪੁੱਛਿਆ ਵੀ ਇਹ ਵਸਤ ਦਾ ਮਕਸਦ, ਜੀ
ਉਹਨੇ ਕਿਹਾ ਕਿ ਸਾਡੇ ਵਾਸਤੇ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਹਾਕਮ ਉਹ ਲੋਕ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਿਸਟਮ ਚੱਲਦਾ ਕਿਵੇਂ ਜੀ। ਅਫਸਰਾਂ ਦਾ ਕੰਮ ਅਲੱਗ ਹੈ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦਾ ਕੰਮ ਅਲੱਗ ਹੈ ਜੀ। ਤੇ ਚੁਣੇ ਹੋਏ ਨੁਮਾਇੰਦੇ ਹੈ ਚਾਹੇ ਉਹ ਵਿਧਾਨ ਸਭਾਵਾਂ ਦੇ ਮੈਂਬਰ ਹੋਣ, ਚਾਹੇ ਉਹ ਲੋਕ ਸਭਾ ਦੇ ਮੈਂਬਰ ਹੋਣ, ਰਾਜ ਸਭਾ ਦੇ ਮੈਂਬਰ ਹੋਣ ਜੀ। ਇਹਨਾਂ ਦਾ ਕੰਮ ਹੈ ਕਿ ਇਹਨਾਂ ਨੇ ਕਾਨੂੰਨ ਬਣਾਉਣੇ ਹੈ ਜੀ। ਜਿਹੜੇ ਕਾਨੂੰਨ ਇਹ ਬਣਾਤੇ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਸਰਕਾਰੀ ਮਸ਼ੀਨਰੀ ਦੇ ਭਾਵ ਅਫਸਰਾਂ ਨੇ ਲਾਗੂ ਕਰਨਾ ਜੀ। ਅਫਸਰ ਤਾਂ ਕਾਨੂੰਨ ਬਣਾ ਹੀ ਨਹੀਂ ਸਕਦੇ। ਜੇ ਸੰਵਿਧਾਨ ਬਣਾਇਆ ਤਾਂ ਸੰਵਿਧਾਨ ਸਭਾ ਨੇ ਬਣਾਇਆ, ਅਫਸਰਾਂ ਨੇ ਥੋੜਾ ਬਣਾਇਆ। ਬਿਲਕੁਲ। ਜੇ ਉਹਦੇ ਵਿੱਚ ਤਬਦੀਲੀ ਹੁੰਦੀ ਹੈ, ਕੋਈ ਅਮੈਂਡਮੈਂਟ ਹੁੰਦੀ ਹੈ, ਘਾਟਾ ਵਾਧਾ ਹੁੰਦਾ ਤਾਂ ਉਹ ਪਾਰਲੀਮੈਂਟ ਕਰਦੀ ਹੈ, ਅਫਸਰ ਥੋੜਾ ਕਰ। ਜੇ ਹੁਣ ਸੰਵਿਧਾਨ ਬਦਲਣਾ ਹੀ ਹੈ ਸਾਰਾ ਤਾਂ ਉਹ ਤਾਂ ਕਹਿੰਦੇ ਮੈਨੂੰ ਅਫਸਰ ਹੱਸ ਕੇ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੰਮ ਤਾਂ RSS ਕਰਨ ਤੇ ਲੱਗੀ ਹੋਈ ਹੈ ਕਿ ਭਾਰਤ ਦਾ ਸੰਵਿਧਾਨ ਬਦਲ ਦਿਓ। ਜਿਹੜਾ ਕੰਮ RSS ਕਰਨ ਤੇ ਲੱਗੀ ਹੋਈ ਹੈ, ਸਰਦਾਰ ਮਨਪ੍ਰੀਤ ਸਿੰਘ ਬਾਦਲ ਆਪਣੇ ਅਫਸਰਾਂ ਨੂੰ ਕਹਿੰਦਾ ਵੀ ਜਾਂ ਤਾਂ ਤੁਸੀਂ ਥੱਲੇ ਲੱਗੋ, ਜੇ ਥੱਲੇ ਲੱਗੋਗੇ ਤਾਂ ਫਿਰ ਤੁਸੀਂ ਸੰਵਿਧਾਨ ਬਦਲ ਦਿਓ। ਇੱਕ ਕਿਸਮ ਦੀ ਕਹਿੰਦੇ ਪ੍ਰਵਾਨਗੀ ਦੇਤੀ RSS ਨੂੰ ਕਿ ਸੰਵਿਧਾਨ ਬਦਲ ਦਿਓ। ਹੁਣ ਉਹ ਕਹਿੰਦੇ ਸਾਡਾ ਕੰਮ ਅਲੱਗ ਹੈ ਤੇ ਉਹਦਾ ਅਲੱਗ ਹੈ। ਜੀ ਇੱਕ ਪੜ੍ਹਿਆ ਲਿਖਿਆ ਬੰਦਾ ਜਿਸ ਨੇ ਐਜੂਕੇਸ਼ਨ ਇੰਗਲੈਂਡ ਤੋਂ ਹਾਸਲ ਕੀਤੀ ਹੈ, ਉਹਦੇ ਕੋਲੇ ਪੰਜਾਬ ਦਾ ਵਿੱਤ ਵਿਭਾਗ ਹੈ ਔਰ ਉਹ ਇਸ ਢੰਗ ਦੇ ਨਾਲ ਲੋਕਾਂ ਦੀ ਵਾਹਵਾ ਖੱਟਣ ਵਾਸਤੇ ਕਿ ਲੋਕ ਕਹਿੰਦੇ ਜੀ ਵਜ਼ੀਰ ਸਾਹਿਬ ਤਾਂ ਪੈ ਗਏ ਅਫਸਰਾਂ ਨੂੰ, ਇਹ ਖੱਟਣ ਵਾਸਤੇ ਗੱਲ ਕਰਨਾ। ਵੈਸੇ ਆਪਾਂ ਨੂੰ ਇਹ ਠੀਕ ਹੈ ਕਿ ਆਪਾਂ ਇਸ ਗੱਲ ਨੂੰ ਨੋਟ ਕਰਦੇ ਹਾਂ ਕਿ ਅਫਸਰ ਕਈ ਵਾਰੀ ਚੁਣੇ ਹੋਏ ਨੁਮਾਇੰਦਿਆਂ ਦੀ ਪਰਵਾਹ ਨਹੀਂ ਕਰਦੇ, ਉਹ ਬੇਪਰਵਾਹ ਹੋ ਜਾਂਦੀ ਹੈ। ਪਰ ਇਹ ਗੱਲ ਵੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇੱਕ ਚੁਣੇ ਹੋਏ MLA ਦੀ ਜਿਹੜੀ ਹੈਗੀ ਹੈ ਸ਼ਖਸੀਅਤ ਪੰਜਾਬ ਦੇ ਚੀਫ ਸੈਕਟਰੀ ਤੋਂ ਵੀ ਵੱਡੀ ਜੀ। ਪੰਜਾਬ ਦੇ ਚੀਫ ਸੈਕਟਰੀ ਨੂੰ MLA ਮਿਲਣ ਵਾਸਤੇ ਜਾਵੇ ਤਾਂ ਉਹ ਚੀਫ ਸੈਕਟਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਖੜਾ ਹੋ ਕੇ ਉਹਨੂੰ ਮਤਲਬ ਵੈਲਕਮ ਕਰੇ ਜੀ। ਔਰ ਜਦੋਂ MLA ਜਾ ਕੇ ਬੈਠੂਗਾ ਤਾਂ ਚੀਫ ਸੈਕਟਰੀ ਆਪਦੀ ਚੇਅਰ ਤੇ ਨਹੀਂ ਬੈਠੂਗਾ, ਉਹ ਆਪਣੀ ਜਿਹੜੀ ਹੈ ਚੀਫ ਸੈਕਟਰੀ ਵਾਲੀ ਚੇਅਰ ਤੋਂ ਖੜਾ ਹੋਊਗਾ। ਸਾਈਡ ਦੇ ਉੱਤੇ ਜਿਹੜੇ ਲੱਗੇ ਹੁੰਦੇ ਆ ਸੋਫੇ ਉੱਤੇ ਬੈਠ ਕੇ ਬਰਾਬਰ ਬੈਠ ਕੇ ਉਹਦੇ ਨਾਲ ਗੱਲ ਕਰੂਗਾ ਕਿ ਸਰ ਮੇਰੇ ਵਾਸਤੇ ਹੁਕਮ ਦੱਸੋ ਕੀ ਹੈ ਜੀ। ਸੰਵਿਧਾਨ ਨੇ ਤਾਂ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ MLA ਨੂੰ, ਪਰ ਕਈ ਵਾਰ MLA ਪੁੱਠੇ ਪਾਸਿਆਂ 'ਚ ਪੈ ਜਾਂਦੇ ਆ। MLA ਰੇਤੇ ਬਜਰੀ ਦਾ ਕੰਮ ਸ਼ੁਰੂ ਕਰ ਦਿੰਦੇ ਆ, MLA ਸ਼ਰਾਬ ਦਾ ਧੰਦਾ ਸ਼ੁਰੂ ਕਰ ਦਿੰਦੇ ਆ, ਨਜਾਇਜ਼ ਸ਼ਰਾਬ ਵਿਕਦੀ ਹੈ ਜੀ। ਉਦੋਂ ਆਪਾਂ ਕਹਿੰਦੇ ਕਿ ਅਫਸਰ ਉਹਨਾਂ ਦੇ ਥੱਲੇ ਲੱਗਣ ਤਾਂ ਫਿਰ ਅਫਸਰਾਂ ਨੇ ਵੀ ਆਫਟਰ ਆਲ ਜਦੋਂ ਉਹਨਾਂ ਨੇ ਜੀ ਆਪਣੀ ਉਹ ਅਹੁਦੇ ਦੀ ਸਹੁੰ ਚੁੱਕਦੇ ਆ, ਉਹ ਵੀ ਕਹਿੰਦੇ ਅਸੀਂ ਭਾਰਤ ਦੇ ਸੰਵਿਧਾਨ ਮੁਤਾਬਕ ਚੱਲਾਂਗੇ ਜੀ। ਇੱਥੋਂ ਉਹਨੇ ਪਤਾ ਲੱਗ ਸਕਦਾ ਕਿ ਜੇ ਇੱਕ ਪੜ੍ਹੇ ਲਿਖੇ ਲੰਡਨ ਦੇ ਪੜ੍ਹੇ ਹੋਏ ਇੱਕ ਬੰਦੇ ਦੀ ਇਹ ਸਮਝ ਬਣਦੀ ਹੈ ਕਿ ਸੰਵਿਧਾਨ ਬਦਲ ਦਿਓ, ਜਿਹੜੇ ਬਦਲ ਹੀ ਨਹੀਂ ਸਕਦੇ ਉਹਨਾਂ ਨੂੰ ਕਹਿ ਰਹੇ ਬਦਲ ਦਿਓ, ਤਾਂ ਇਹਦਾ ਹੁਣ ਵੀ ਸਾਡੀ ਸਿਆਸਤ ਦਾ ਪੱਧਰ ਕਿੰਨਾ ਹੈ। ਅਸੀਂ ਬੜਾ ਪਿੱਛੇ ਜਾਂਦੇ ਹਾਂ ਕਿ ਸਾਡੀ ਸਰਕਾਰਾਂ ਆ ਨਹੀਂ ਕਰਦੀਆਂ। ਹੁਣ ਤੁਸੀਂ ਦੇਖੋ ਕਿ ਮਨਪ੍ਰੀਤ ਸਿੰਘ ਬਾਦਲ ਤਾਂ ਜੀ ਜਿਹੜੀ ਤੁਹਾਡੀ ਹਿਸਟਰੀ ਦਾ ਸਟੂਡੈਂਟ ਹੈ, ਕਿੰਨਾ ਪੜ੍ਹ ਕੇ ਆਇਆ ਉੱਥੋਂ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਹਿੰਦੇ ਹੈ ਜੀ ਵੀ ਜਨਤਕ ਤੌਰ ਤੇ ਤਾਂ ਕਹਿ ਬੈਠੇ ਇੱਕ ਵਾਰੀ ਕਿਤੇ TV ਡਿਬੇਟ ਦੇ ਵਿੱਚ TV ਚੈਨਲ ਦੇ ਉਹਨਾਂ ਦੀ ਇੰਟਰਵਿਊ ਚੱਲਦੀ ਸੀ, ਕਹਿੰਦੇ ਮੈਂ ਤਾਂ ਸਕੂਲ ਡਰਾਪ ਆਊਟ ਆ, ਭਾਵ ਸਕੂਲ ਚ ਪੜ੍ਹਨੋਂ ਹਟ ਗਿਆ ਸੀ ਜੀ। ਬਾਅਦ ਦੇ ਵਿੱਚ ਕਹਿ ਦਿੱਤਾ ਕਿ ਜੀ ਇਹ ਪੋਸਟ ਗ੍ਰੈਜੂਏਟ ਵੀ ਹੈਗੇ, ਉਹਨਾਂ ਨੇ ਇੱਕ ਡਿਗਰੀ ਵੀ ਪੇਸ਼ ਕਰ ਦਿੱਤੀ ਜੀ। ਪਰ ਲੋਕ ਮੰਨਦੇ ਨਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਇੰਨੇ ਪੜ੍ਹੇ ਲਿਖੇ ਹੋਏ ਜੀ। ਮਨਪ੍ਰੀਤ ਬਾਦਲ ਤਾਂ ਮੰਨਦੇ ਕਿ ਲੰਡਨ ਦਾ ਪੜ੍ਹਿਆ ਹੋਇਆ, ਜੇ ਲੰਡਨ ਦੇ ਪੜ੍ਹਿਆ ਹੋਇਆ ਬੰਦਾ ਇਸ ਤਰ੍ਹਾਂ ਕਰਦੇ ਤਾਂ ਫਿਰ ਆਪਾਂ ਨਰਿੰਦਰ ਮੋਦੀ ਤੋਂ ਆਸ ਕੀ ਕਰਾਂਗੇ ਜੀ। ਬਿਲਕੁਲ ਢਿੱਲੋਂ ਜੀ, ਤੁਸੀਂ ਮੋਦੀ ਦੀਆਂ ਡਿਗਰੀਆਂ ਦੀ ਗੱਲ ਕੀਤੀ ਆ, ਬੜੇ ਕੇਰੀ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਜੀ ਵਿਵਾਦ ਲੋਕ ਜਿਹੜੇ ਓਪੋਜੀਸ਼ਨ ਵਾਲੇ ਉਹ ਵੀ ਬਿਆਨ ਦਿੰਦੇ ਕੀ ਯਾਰੀ ਭਈ ਨਾ ਤਾਂ ਅੱਜ ਤੱਕ ਮੋਦੀ ਦਾ ਕੋਈ ਕਲਾਸ ਫੈਲੋ ਲੱਭਾ ਤੇ ਜਿਹੜੇ ਟਾਈਮ ਦੀਆਂ ਡਿਗਰੀਆਂ ਬਣੀਆਂ ਜਿਹਨੇ ਇਸ਼ੂ ਕੀਤੀਆਂ ਉਹ ਵੀ ਬੰਦੇ ਨਹੀਂ ਲੱਭੇ। ਪਰ ਡਿਗਰੀਆਂ ਉਦੋਂ ਕਹਿੰਦੇ ਪ੍ਰਿੰਟ ਹੁੰਦੀਆਂ ਸੀਗੀਆਂ, ਹੱਥਾਂ ਨਾਲ ਸਾਈਨ ਹੁੰਦੇ ਸੀ, ਪਰ ਡਿਗਰੀਆਂ ਕਹਿੰਦੇ ਮੋਦੀ ਦੀਆਂ ਕੰਪਿਊਟਰਾਈਜ਼ ਆ। ਇਹ ਹੁਣ ਪਤਾ ਨਹੀਂ ਕਿਉਂਕਿ ਕਿਸੇ ਨੇ ਕਈ ਵਾਰੀ ਪਾ ਕੇ ਡਿਗਰੀਆਂ ਮੰਗਣ ਦੀ ਕੋਸ਼ਿਸ਼ ਵੀ ਕੀਤੀ ਆ, ਪਰ ਪ੍ਰਧਾਨ ਮੰਤਰੀ ਦੀਆਂ ਡਿਗਰੀਆਂ ਉਹ ਪਬਲਿਕ ਨਹੀਂ ਕੀਤੀਆਂ ਗਈਆਂ। ਸੋ ਇਹ ਤਾਂ ਹੁਣ ਉਹ ਜਾਣਦੇ ਜੀ ਜਾਂ ਮੋਦੀ ਜੀ ਨੇ ਸਟੱਡੀ ਕੀਤੀ ਆ। ਬਾਕਿਆ ਜਿਵੇਂ ਤੁਸੀਂ ਕਿਹਾ ਮੈਂ ਵੀ ਉਹ ਕਲਿੱਪ ਵੀਡੀਓ ਦੇਖਿਆ ਸੀ ਸੋਸ਼ਲ ਮੀਡੀਆ 'ਤੇ ਜਿਹਦੇ ਵਿੱਚ ਕਹਿੰਦੇ ਸੀ ਵੀ ਮੈਂ ਇੰਨਾ ਪੜ੍ਹਿਆ ਨਹੀਂ ਹੈਗਾ, ਅਤੇ ਉਹ ਰੋਕ ਕੇ ਇੰਟਰਵਿਊ ਅਤੇ ਉਹ ਨਸ਼ਰ ਹੋ ਗਈ ਲਾਈਵ ਜੀ। ਪਾਣੀ ਵੀ ਮੰਗਿਆ ਸੀ ਉਹਦੇ ਤੋਂ, ਜਿਹੜਾ ਰਿਪੋਰਟਰ ਸੀਗਾ ਉਹਨੇ ਬੜਾ ਖਿੱਚਿਆ ਸੀ ਮੋਦੀ ਨੂੰ। ਸੋ ਢਿੱਲੋਂ ਵੀਰ ਜੀ ਤੁਸੀਂ ਮਨਪ੍ਰੀਤ ਬਾਦਲ ਦੀ ਗੱਲ ਕੀਤੀ ਆ, ਜਿਵੇਂ ਕਹਿੰਦਾ ਵੀ ਅਫਸਰਾਂ ਥੱਲੇ ਲੱਗਣਾ ਪਊਗਾ, ਇਵੇਂ ਤਾਂ ਭਗਵੰਤ ਮਾਨ ਆ ਉਹ ਕਹੂਗਾ ਅਫਸਰਾਂ ਨੂੰ ਚਲੋ ਵੀ ਲਾਓ ਭੰਡ ਅਖਾੜਾ ਲਾਓ। ਅਤੇ ਮੁਹੰਮਦ ਸਦੀਕ ਵੀ ਸਾਡਾ ਇਸ ਵੇਲੇ ਬਣਿਆ ਹੋਇਆ ਜੀ MLA MP, ਅਤੇ ਉਹ ਕਿਤੇ ਕਹਿ ਦੂਗਾ ਅਫਸਰਾਂ ਨੂੰ ਕੀਮਾ ਮਾਲਕੀ ਸੁਣਾਓ। ਫਿਰ ਇਸ ਤਰ੍ਹਾਂ ਤਾਂ ਥੱਲੇ ਲਾ ਕੇ ਅਫਸਰ ਸੰਵਿਧਾਨ ਤੋਂ ਉਲਟ, ਜਿਵੇਂ ਤੁਸੀਂ ਕਿਹਾ ਵੀ RSS ਅੱਗੇ ਚੇਂਜ ਕਰਨਾ ਚਾਹੁੰਦੀ ਸੰਵਿਧਾਨ, ਇਸ ਤਰ੍ਹਾਂ ਤਾਂ ਅਫਸਰਾਂ ਨੂੰ ਜਿਹੜੇ ਲੋਕ ਅਨਪੜ੍ਹ ਬਣੇ ਹੋਏ ਇਸ ਵੇਲੇ ਕੋਈ MP ਕੋਈ ਮਿਨਿਸਟਰ ਅਤੇ ਉਹ ਆਪ ਹੁਦਰੀਆਂ ਕਰਨਗੇ। ਸੋ ਇਸ ਕਰਕੇ ਬੜੇ ਸੋਚ ਸਮਝ ਕੇ
ਇਦਾਂ ਦੇ ਪੜ੍ਹੇ ਲਿਖੇ ਜਿਹੜਾ ਬੰਦਾ ਜਿਵੇਂ ਤੁਸੀਂ ਕਿਹਾ ਲੰਡਨ ਪੜ੍ਹਿਆ ਹੋਵੇ ਉਹਨੂੰ ਬੜੇ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਜਦੋਂ ਡੀਸੀ ਜਾਂ ਕੋਈ ਇਦਾਂ ਦੇ ਅਫਸਰ ਬਣਦੇ ਆ ਬੜੀ ਛਾਣਬੀਣ ਕਰਕੇ ਬੜੇ ਬਰੀਕ ਛਾਣੀ ਵਿੱਚੋਂ ਕੱਢ ਕੇ ਬੜੇ ਜਿਹੜੇ ਤੀਖਰ ਬੁੱਧੀ ਨਾਲ ਸਵਾਲ ਕਰਕੇ ਜਿਹੜਾ ਉਸ ਟੈਸਟ ਪਾਸ ਕਰਕੇ ਆਉਂਦੇ ਤਾਂ ਜਾ ਕੇ ਇਹੋ ਜਿਹੇ ਅਹੁਦਿਆਂ 'ਤੇ ਉਹ ਬਹਿੰਦੇ ਆ। ਉਹ ਵੱਖਰੀ ਗੱਲ ਆ ਕਿ ਜਿਹੜੇ ਜ਼ਿਆਦਾ ਜਿਹੜੇ ਅਫਸਰ ਨੇ ਉਹ ਜਿਹੜੀ ਵੀ ਉਸ ਵੇਲੇ ਸਰਕਾਰ ਹੁੰਦੀ ਆ ਉਹਦੇ ਮੁਤਾਬਕ ਉਹ ਚੱਲਦੇ ਨੇ। ਸੋ ਢਿੱਲੋਂ ਜੀ ਬੜੇ ਸਰ ਤੋਂ ਆਪਣੇ ਇੱਕ ਸਰੋਤੇ ਜਨ ਟੈਲੀਫੋਨ ਤੇ ਹੋਲਡ ਨੇ, ਆਪਾਂ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਜਗਰਾਜ ਗਿੱਲ ਆ ਗਿਆ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ? ਠੀਕ ਠਾਕ। ਢਿੱਲੋਂ ਸਾਹਿਬ ਦੇ ਆਪਣੇ ਸ਼ਹਿਰ ਦੀ ਗੱਲਬਾਤ ਹੋ ਰਹੀ ਤੇ ਮਨਪ੍ਰੀਤ ਬਾਦਲ ਦੀ ਗੱਲਬਾਤ ਹੋ ਰਹੀ ਤੇ ਮੇਰੀਆਂ ਅੱਖਾਂ ਅੱਗੇ ਬਠਿੰਡਾ ਘੁੰਮ ਗਿਆ ਜੀ। ਜੀ ਅਸ਼ੋਕ ਕੁਮਾਰ ਅੱਖਾਂ ਅੱਗੇ ਆ ਗਿਆ, ਜੂਲੂ ਗਿੱਲ ਆ ਗਿਆ, ਬਲਜੀਤ ਬੀਲ ਬਹਿਮਣ ਆ ਗਿਆ, ਹੁਕਮਚੰਦ ਸ਼ਰਮਾ ਤੋਂ ਬਾਅਦ ਉਹਦਾ ਮੁੰਡਾ ਐਮਸੀ ਆ ਗਿਆ, ਸੰਧੂ ਸੀਮੈਂਟ ਵਾਲੇ ਆ ਗਏ, ਸਰੂਪ ਸਿੰਗਲਾ ਆ ਗਿਆ, ਨਗੀਨਾ ਬੇਗਮ ਆ ਗਈ ਤੇ ਹੁਣ ਮਨਪ੍ਰੀਤ ਤੇ ਗੱਲ ਅਟਕ ਗਈ ਆਪਣੀ ਜੀ। ਤੇ ਉਹ ਜਦੋਂ ਨਵੇਂ ਆਏ ਤੇ ਉਦੋਂ ਮੈਂ ਲਿਖੀ ਸੀ ਇੱਕ ਵਿਅੰਗ ਛੋਟਾ ਜਿਹਾ, ਇਹ ਨਵੀਂ ਫੇਲ ਨੀਤੀ ਮਨਪ੍ਰੀਤ ਬਾਦਲ ਦੀ ਜੀ। ਨਵੀਂ ਨੀਤੀ ਘੜੀ ਮਨਪ੍ਰੀਤ ਬਾਦਲ ਤੇ ਪੁੱਛ ਕੇ ਨਵੇਂ ਨੀਤੀ ਘਾੜਿਆਂ ਵਾਹ। ਨਵੀਂ ਨੀਤੀ ਘੜੀ ਮਨਪ੍ਰੀਤ ਬਾਦਲ ਪੁੱਛ ਕੇ ਨਵੇਂ ਨੀਤੀ ਘਾੜਿਆਂ ਤੇ ਪਿੰਡੂ ਜੱਟਾਂ ਨੂੰ ਹੁਣ ਖੁਸ਼ਹਾਲ ਕਰ ਦੂੰ ਤੇ ਮੂੰਹ ਬੰਨ ਕੇ ਵੱਗਾਂ ਉਜਾੜੂਆਂ ਨੂੰ ਤੇ ਕੋਠੀ ਕੁਰਕ ਹੋਊ ਡਰੱਗ ਸਮਗਲਰਾਂ ਦੀ ਤੇ ਸੁੱਟ ਕੇ ਜੇਲ੍ਹਾਂ 'ਚ ਚਿੱਟਾ ਵਿਕਾੜੂਆਂ ਨੂੰ ਕੀ ਬਾਤ। ਤੇ ਲੋਟੂ ਏਜੰਟਾਂ ਦੀਆਂ ਮੁਸ਼ਕਾਂ ਬੰਨ ਕੇ ਫਿਰ ਵਿਦੇਸ਼ ਭੇਜਾਂਗੇ ਵਿਹਲੜ ਪਾੜੂਆਂ ਨੂੰ ਜੀ। ਤੇ ਹਲਕੇ ਇੰਚਾਰਜ ਜਥੇਦਾਰ ਕਰ ਪਾਸੇ, ਹਲਕੇ ਦੇ ਇੰਚਾਰਜ ਜਿਹੜੇ ਹਲਕੇ ਜੀ ਜੀ ਹਲਕੇ ਇੰਚਾਰਜ ਜਥੇਦਾਰ ਕਰ ਪਾਸੇ ਤੇ ਅੱਗੇ ਕਰਾਂਗੇ ਸੁਲਝੇ ਜੁਗਾੜੂਆਂ ਨੂੰ ਜੀ ਤੇ ਘਟੀਆ ਮਟੀਰੀਅਲ ਲਾ ਲੁੱਟਿਆ ਗਿੱਲ ਨੂੰ ਜਿਸ ਤੇ ਸਬਕ ਦੇਵਾਂਗੇ ਤੇ ਜੇਲ੍ਹ ਭੇਜੂਗਾ ਫਲੈਟ ਵਿਕਾੜੂਆਂ ਨੂੰ ਤੇ ਧੂਆਂ ਕੱਢੂਗਾ ਥਰਮਲ ਦੀਆਂ ਚਿਮਨੀਆਂ ਚੋਂ ਤੇ ਜੇਲ੍ਹ ਭੇਜੂਗਾ ਜੀ ਬਜਰੀ ਸੀਮੈਂਟ ਵਿਕਾੜੂਆਂ ਨੂੰ। ਇਹ ਉਦੋਂ ਇਹਨਾਂ ਦੀ ਨੀਤੀ ਇਹਨਾਂ ਨੇ ਕਹੀ ਸੀ ਤੇ ਹੁਣ ਇਹ ਵੇਖ ਲਓ ਵੀ ਢਿੱਲੋਂ ਸਾਹਿਬ ਨੂੰ ਬਾਹਲਾ ਪਤਾ ਵੀ ਇਹ ਨੀਤੀ ਕਿੰਨੇ ਕੁ ਅਸਰ ਹੋਈ ਤੇ ਕਿੰਨਾ ਕੁ ਲਾਗੂ ਹੋਈ। ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ। ਤੁਸੀਂ ਜਗਰਾਵੀ ਜੀ ਹਮੇਸ਼ਾ ਹੀ ਜਿਹੜੀ ਕਿਰਤਾ ਤੁਹਾਡੀ ਹੁੰਦੀ ਆ ਉਹ ਹਮੇਸ਼ਾ ਹੀ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਉਹਨਾਂ ਤੇ ਤੁਸੀਂ ਬਹੁਤ ਵਧੀਆ ਤੰਗ ਕੱਛਦੇ ਹੋ। ਜੋ ਕੁਝ ਹੋ ਰਿਹਾ ਵਾਕਿਆ ਬਿਲਕੁਲ ਇਹ ਜਿਹੜੀ ਸਾਡੀ ਰਾਜਨੀਤੀ ਬਹੁਤ ਗੰਧਲੀ ਹੋ ਗਈ ਹੈ ਜੀ। ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਢਿੱਲੋਂ ਵੀਰ ਜੀ ਆਪਾਂ ਅਗਲੀ ਖਬਰ ਤੇ ਚੱਲੀਏ। ਇੰਡੀਅਨ 에ਅਰ ਫੋਰਸ ਰਾਹੀਂ ਕੀਤੀ ਜਾਵੇਗੀ ਆਕਸੀਜਨ ਸਪਲਾਈ ਮੋਦੀ। ਬਿਲਕੁਲ ਜੀ, ਜਿਹੜੀ ਸਪਲਾਈ ਹੈ ਆਕਸੀਜਨ ਗੈਸ ਦੀ ਉਹਦੇ ਤੇ ਕਿੰਤੂ ਪਰੰਤੂ ਬਹੁਤ ਹੋ ਰਿਹਾ ਹੈ ਜੀ। ਕਹਿੰਦੇ ਵੀ ਕਿਉਂਕਿ ਸਪਲਾਈ ਜਿਹੜੀ ਹੈਗੀ ਹੈ ਉਹਨੂੰ ਸੁਚਾਰੂ ਬਣਾਇਆ ਜਾਵੇ ਜੀ। ਤੇ ਸੁਚਾਰੂ ਬਣਾਉਣ ਵਾਸਤੇ ਕਈ ਮੁੱਖ ਮੰਤਰੀਆਂ ਨੇ ਮੰਗ ਕੀਤੀ ਸੀ ਕਿ ਇਹ ਕੰਮ ਆਰਮੀ ਦੇ ਹਵਾਲੇ ਕਰਨ ਜੀ। ਹੁਣ ਇਹਨਾਂ ਨੇ ਇਹ ਗੱਲ ਕੀਤੀ ਹੈ ਕਿਉਂਕਿ 에ਅਰ ਫੋਰਸ ਦੇ ਕੋਲ ਬਹੁਤ ਵੱਡੇ ਵੱਡੇ ਜਹਾਜ਼ ਹੈ ਜੀ। ਕੱਲੇ ਆਪਾਂ ਲੜਾਕੂ ਜਹਾਜ਼ ਹੈ ਜਿਹੜੇ ਬੰਬ ਸੁੱਟਣ ਵਾਲੇ ਜਹਾਜ਼ ਆ ਉਹ ਨਹੀਂ, ਇਹਨਾਂ ਦੇ ਕੋਲ ਮਾਲ ਢੋਣ ਵਾਲੇ ਜਹਾਜ਼ ਵੀ ਹੁੰਦੇ ਜੀ। ਇਹਦੀ ਛੇਤੀ ਜਿਹੜੀ ਹੈਗੀ ਆ ਉਹ ਸਪਲਾਈ ਤੇਜ਼ੀ ਨਾਲ ਜਿਹੜੀ ਹੈਗੀ ਹੈ ਪਹੁੰਚਾਈ ਜਾਵੇ ਹਸਪਤਾਲਾਂ ਤੱਕ ਜੀ। ਤਾਂ ਹੁਣ ਜੀ ਸਾਹਿਬ ਨੇ ਇਹ ਗੱਲ ਕਹੀ ਹੈ ਜੀ ਅਸੀਂ 에ਅਰ ਫੋਰਸ ਦੀ ਡਿਊਟੀ ਲਾ ਦਿੱਤੀ ਹੈ ਜੀ। ਮਤਲਬ ਜੇ ਆਪਣੀਆਂ ਕੁਤਾਹੀਆਂ ਉਹਨਾਂ ਕੁਤਾਹੀਆਂ ਨੂੰ ਦੂਰ ਕਰਨ ਦੀ ਬਜਾਏ ਇਹ ਮੰਨਣ ਦੀ ਬਜਾਏ ਕਿ ਸਾਥੋਂ ਕੁਤਾਹੀਆਂ ਹੋਈਆਂ ਅਸੀਂ ਜਿਹੜੀਆਂ ਵਿਦੇਸ਼ਾਂ ਨੂੰ ਭੇਜੀ ਹੈ ਆਕਸੀਜਨ ਨਹੀਂ ਸੀ ਭੇਜਣੀ ਚਾਹੀਦੀ ਜੀ। ਜਿਹੜੀ ਆਕਸੀਜਨ ਅਸੀਂ ਇੰਡਸਟਰੀ ਨੂੰ ਦਿੰਦੇ ਆ ਉਹ ਨਹੀਂ ਦੇਣੀ ਚਾਹੀਦੀ। ਤੁਸੀਂ ਜ਼ਿਕਰ ਕੀਤਾ ਸੀ ਜੀ। ਤੁਸੀਂ ਬੇਨਤੀ ਕੀਤੀ ਸੀ ਕਾਰਪੋਰੇਟ ਘਰਾਣਿਆਂ ਨੂੰ ਖਾਸ ਕਰਕੇ ਅਦਾਨੀਆਂ ਅੰਬਾਨੀਆਂ ਨੂੰ ਕਿ ਜਿਹੜੀ ਉਹਨਾਂ ਨੂੰ ਜਾਂਦੀ ਹੈ ਸਪਲਾਈ ਆਕਸੀਜਨ ਦੀ ਉਹ ਬੰਦ ਕਰ ਦੇਣ ਜੀ ਤੇ ਲੋਕਾਂ ਨੂੰ ਬਚਾਉਣ ਜੀ। ਇੱਥੇ ਮੈਂ ਦੱਸ ਦੇਵਾਂ ਕਿ ਇੱਕੋ ਇੱਕ ਜਿਹੜਾ ਹੈਗਾ ਸਾਡੇ ਕਾਰਪੋਰੇਟ ਘਰਾਣਾ ਬਹੁਤ ਪੁਰਾਣਾ ਜਿਹਦੇ ਤੇ ਇਹ ਫਖਰ ਵੀ ਕੀਤਾ ਜਾ ਸਕਦਾ ਆਪਾਂ ਨੂੰ ਕਿ ਜੰਗੇ ਆਜ਼ਾਦੀ ਵੇਲੇ ਉਹ ਘਰਾਣਾ ਜਿਹੜਾ ਹੈਗਾ ਉਹ ਦੋ ਘਰਾਣੇ ਹੁੰਦੇ ਸੀ, ਇੱਕ ਬਿਰਲਾ ਤੇ ਇੱਕ ਟਾਟਾ ਜੀ। ਬਿਰਲਾ ਟਾਟਾ ਵੀ ਉਸ ਵੇਲੇ ਸਾਡੀ ਮਦਦ ਕਰਦੇ ਰਹੇ ਜੰਗੇ ਆਜ਼ਾਦੀ ਵੇਲੇ ਮੂਵਮੈਂਟ ਨੂੰ ਪੈਸੇ ਧੇਲੇ ਦਿੰਦੇ ਰਹੇ ਜੀ। ਤੇ ਹੁਣ ਉਹੀ ਜਿਹੜਾ ਹੈਗਾ ਆਪਣਾ ਕੀ ਕਵਾਂਗੇ ਇਹਨੂੰ ਆਪਾਂ ਟਾਟਾ ਜੀ। ਟਾਟਾ ਨੇ ਮਤਲਬ ਜਿਹੜਾ ਹੈਗਾ ਉਹਨਾਂ ਨੇ ਸਪਲਾਈ ਜਿਹੜੀ ਆ ਬੰਦ ਕਰਤੀ। ਉਹਨਾਂ ਨੇ ਕਿਹਾ ਜੀ ਅਸੀਂ ਇੰਡਸਟਰੀ ਵਾਸਤੇ ਸਪਲਾਈ ਨਹੀਂ ਲਵਾਂਗੇ, ਇਹ ਸਪਲਾਈ ਜਿਹੜੀ ਹੈਗੀ ਹੈ ਤੁਸੀਂ ਆਕਸੀਜਨ ਨਹੀਂ ਲੋਕਾਂ ਨੂੰ ਦੇ ਜੀ। ਤੋਂ ਇਹ ਚੀਜ਼ ਪਹਿਲਾਂ ਕਰਨੀ ਚਾਹੀਦੀ ਸੀ ਪ੍ਰਧਾਨ ਮੰਤਰੀ ਸਾਹਿਬ ਨੇ, ਪਰ ਫਿਰ ਵੀ ਅਸੀਂ ਵੈਲਕਮ ਕਰਦੇ ਹਾਂ ਕਿ ਲੋਕਾਂ ਨੂੰ ਬਚਾਉਣ ਵਾਸਤੇ, ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਜੇ 에ਅਰ ਫੋਰਸ ਦੀ ਵੀ ਮਦਦ ਲਈ ਜਾਂਦੀ ਹੈ ਤੇ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ ਜੀ। ਬਿਲਕੁਲ ਢਿੱਲੋਂ ਵੀਰ ਜੀ, ਜੇ ਤੁਹਾਡੇ ਕੋਲ 2 ਮਿੰਟ ਹੋ ਗਏ ਮੈਂ ਇੱਕ ਜ਼ਰੂਰ ਨਿਊਜ਼ ਤੁਹਾਡੇ ਨਾਲ ਚਾਹੁੰਦਾ ਵੀ ਤੁਸੀਂ ਸਰੋਤਿਆਂ ਸਾਂਝ ਪਾਓ। ਜਿੱਦਾਂ ਅਕਾਲੀ ਦਲ ਦੀ ਜਾਂ ਕਾਂਗਰਸ ਦੀ ਜੇ ਤੁਸੀਂ ਯਾਦ ਦਿੰਦੇ ਹੋ ਤਾਂ ਮੈਂ ਇੱਕ ਜ਼ਰੂਰ ਤੁਹਾਨੂੰ ਸਵਾਲ ਕਰਨਾ ਚਾਹੁੰਦਾ।
ਛੇਤੀ ਮੁਕਾਓ ਜੀ, ਕਿਉਂਕਿ ਮੈਂ ਜਾਣਾ ਦੂਜੇ ਪਾਸੇ। ਜੀ ਜੀ ਢਿੱਲੋਂ ਜੀ, ਜਿਵੇਂ ਸਾਡੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਕਾਮਾਗਾਟਾ ਮਾਰੂ ਦਾ ਜਿਹੜਾ ਜਹਾਜ਼ ਇੱਥੇ ਨਾ ਰੁਕਿਆ ਸੀ, ਜਿਹੜੀ ਇਹਨਾਂ ਤੋਂ ਗਲਤੀ ਹੋਈ ਸੀ, ਤੇ ਭਾਵੇਂ ਬਹੁਤ ਚਿਰ ਬਾਅਦ, ਪਰ ਜਿਹੜਾ ਜਿੱਥੇ ਸਾਡੇ ਪ੍ਰਧਾਨ ਮੰਤਰੀ ਜਿਹੜੇ ਸਤਿਕਾਰਯੋਗ ਜਸਟਿਨ ਟਰੂਡੋ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗ ਲਈ ਸੀਗੀ। ਸੋ ਮੈਂ ਕਹਿਣਾ ਚਾਹੁੰਦਾ ਵੀ ਭਾਵੇਂ ਅਦਾਲਤ ਦਾ ਕੋਈ ਵੀ ਫੈਸਲਾ ਆ ਬੇਅਦਬੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵਾਸਤੇ, ਚਾਹੇ 2 ਸਾਡੇ ਜਿਹੜੇ ਨੌਜਵਾਨ ਸ਼ਹੀਦ ਕਰ ਦਿੱਤੇ ਸੀਗੇ, ਤੇ ਕਈ ਜਿਹੜੇ ਸੰਗਤ ਦੇ ਵਿੱਚ ਸਿੱਖ ਸੀ ਸਾਡੇ ਫੱਟੜ ਕਰ ਦਿੱਤੇ ਸੀਗੇ, ਪਰ ਸਾਨੂੰ ਸਾਰਾ ਕੁਝ ਪਤਾ ਕੀ ਹੋਇਆ ਉਸ ਟਾਈਮ ਤੇ ਕੀ ਇਹਨਾਂ ਦੀ ਜਿਹੜੇ ਪੰਥਕ ਮਖੌਟਾ ਹੈ ਲੋਕਾਂ 'ਚ ਜਾਣ ਤੋਂ ਪਹਿਲਾਂ ਕਿ ਇਹ ਫਰਾਖਦਿਲੀ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਾਂਗੂ ਦਿਖਾਉਣਗੇ ਵੀ ਚਲੋ ਅਦਾਲਤਾਂ ਨੂੰ ਛੱਡ ਦਿਓ, ਜੋ ਕੁਛ ਹੋਣਾ, ਇਹ ਆਪਣੀ ਜ਼ਮੀਰ ਨੂੰ ਅੰਦਰ ਝਾਤੀ ਮਾਰਨ ਵੀ ਘੱਟੋ ਘੱਟ ਜਿਹੜੇ 2 ਸਿੱਖ ਸ਼ਹੀਦ ਹੋਏ ਆ ਜਾਂ ਫੱਟੜ ਹੋਏ ਆ ਜਾਂ ਲੋਕਾਂ ਤੇ ਲਾਠੀ ਚਾਰਜ ਕੀਤਾ, ਉਸ ਟਾਈਮ ਤੇ ਸਰਕਾਰ ਕਿਹਦੀ ਸੀਗੀ? ਉਸ ਟਾਈਮ ਤੇ ਪਾਵਰ ਸੁਖਬੀਰ ਬਾਦਲ ਕੋਲ ਸੀ, ਪ੍ਰਕਾਸ਼ ਸਿੰਘ ਬਾਦਲ ਕੋਲ ਸੀਗੀ। ਕੀ ਇਹ ਇਸ ਤਰ੍ਹਾਂ ਦੀ ਕੋਈ ਗੱਲ ਕਰਨਗੇ ਵੀ ਮਾਫੀ ਮੰਗਦੇ ਆ ਅਸੀਂ ਵੀ ਇਹ ਸਾਤੋਂ ਗਲਤੀ ਹੋਈ ਆ ਤੇ ਅਸੀਂ ਮੰਨਦੇ ਆਪਣੀ ਗਲਤੀ ਨੂੰ ਝੋਲੀ ਵਿੱਚ ਪਾਉਂਦੇ ਆ ਤਾਂ ਸਾਨੂੰ ਮਾਫ ਕਰ ਦਿੱਤਾ ਜਾਵੇ? ਕੀ ਇਹੋ ਜਿਹਾ ਕਰ ਸਕਦੇ? ਇਹ ਤਾਂ ਜੀ ਇਹਨਾਂ ਦੀ ਜ਼ਮੀਰ ਤੇ ਨਿਰਭਰ ਹੈ। ਮੈਂ ਇਹਨਾਂ ਦੀ ਜ਼ਮੀਰ ਨੂੰ ਨਹੀਂ ਨਾ ਟਟੋਲ ਸਕਦਾ ਕਿ ਇਹਨਾਂ ਦੀ ਜ਼ਮੀਰ ਕੀ ਕਹਿੰਦੀ ਹੈ। ਜੇ ਇਹ ਕੁਝ ਕਰਨਾ ਹੁੰਦਾ ਜੀ ਤਾਂ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜੀ, ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਟਰਵਿਊ ਵੇਖੀ ਹੋਣੀ ਹੈ ਨਿਧੜਕ ਸਿੰਘ ਬਰਾੜ ਜੀ। ਨਿਧੜਕ ਸਿੰਘ ਬਰਾੜ ਹੁਣ ਤਾਂ ਚਲੋ ਮੇਰੀ ਉਮਰ ਦਾ ਹੈ ਤੇ ਕਿਸੇ ਜ਼ਮਾਨੇ ਦੇ ਵਿੱਚ ਉਹ ਯੂਥ ਲੀਡਰ ਹੁੰਦਾ ਜੀ। ਇਹ ਤਾਂ ਲਈ ਆ ਬਾਗੇ ਪੁਰਾਣੇ ਕੋਲ ਹੀ ਉਹਦਾ ਪਿੰਡ ਹੈ, ਔਰ ਉਹ ਨਿਧੜਕ ਸਿੰਘ ਬਰਾੜ ਨੂੰ ਫਿਰ ਬਾਅਦ ਦੇ ਵਿੱਚ ਸੂਚਨਾ ਕਮਿਸ਼ਨਰ ਵੀ ਬਣਾ ਦਿੱਤਾ ਜੀ। ਆਪਣੀ ਇੰਟਰਵਿਊ ਰਾਹੀਂ ਉਹ ਦੱਸਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲੇ ਜਿਹੜੇ ਉਹ ਭਾਸ਼ਣ ਦਿੰਦਾ ਹੁੰਦਾ ਸੀ 1995 ਜਦੋਂ ਮਨਪ੍ਰੀਤ ਬਾਦਲ ਨੇ ਚੋਣ ਲੜੀ ਹੈ ਬਾਈ ਇਲੈਕਸ਼ਨ ਗਿੱਦੜਬਾਹਾ ਤੋਂ ਜੀ, ਉਹ ਕਹਿੰਦਾ ਵੀ ਮੈਂ ਤਿਆਰ ਕਰਵਾਉਂਦਾ ਹੁੰਦਾ ਸੀ, ਮੈਂ ਉਹਨੂੰ ਦਿੰਦਾ ਹੁੰਦਾ ਜੀ। ਤੇ ਉਹਨੇ ਕਿਹਾ ਕਹਿੰਦਾ ਵੀ ਜਦੋਂ ਇਹ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਮੈਂ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਗਿਆ ਸੀ, ਅਕਾਲੀ ਦਲ ਦੇ ਇਹ ਸਰਵਾ ਸੀ ਜੀ, ਤੇ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਉਹ ਕਹਿੰਦਾ ਕੀ ਕਰਨੀ ਹੈ? ਮਕਾ 1 ਮਿੰਟ ਚ ਗੱਲ, ਕਹਿੰਦਾ ਮੈਂ ਕਿਹਾ 1 ਮਿੰਟ ਦੀ ਮੁੱਖਣੀ ਆਪਾਂ ਅੰਦਰ ਚੱਲ ਗਏ ਜੀ। ਤਾਂ ਤੋਰਾ ਫੇਰਾ ਕਰਕੇ ਜੋ ਲੋਕਾਂ ਨੂੰ ਮੈਨੂੰ ਆ ਕਿ ਤੂੰ ਦੱਸ ਵੀ ਕੀ ਕਰੀਏ? ਕਹਿੰਦਾ ਮੈਂ ਕੋਈ ਗੱਲ ਕਹੀ ਸੀ ਜੀ, ਗੱਲ ਇਹ ਹੈ ਕਿ ਜੋ ਕੁਝ ਹੋ ਗਿਆ ਇਹ ਹੋ ਗਿਆ ਜੀ। ਤੇ ਇੱਥੇ ਕਾਮਰੇਡਾਂ ਦੀ ਹਕੂਮਤ ਵੀ ਹੁੰਦੀ ਤੇ ਮੁੱਖ ਮੰਤਰੀ ਕਾਮਰੇਡ ਹੁੰਦਾ ਜੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਘਟਨਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ ਤੇ ਕਾਮਰੇਡ ਮੁੱਖ ਮੰਤਰੀ ਵੀ ਮੌਕੇ ਤੇ ਜਾਂਦਾ ਜੀ। ਉਹ ਰੱਬ ਮੰਨੇ ਨਾ ਮੰਨੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਨਾ ਮੰਨੇ, ਲੇਕਿਨ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਸੀ ਤੇ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੀ। ਜਾ ਕੇ ਉਹਨੇ ਕਹਿਣਾ ਸੀਗਾ ਜੀ ਬਤੌਰ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਔਰ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਫੇਲ ਹੋਇਆ, ਮੈਂ ਇਹਦੀ ਮਾਫੀ ਮੰਗਦਾ ਜੀ। ਤਾਂ ਉਹਨੇ ਨਿਧੜਕ ਸਿੰਘ ਬਰਾੜ ਨੇ ਉਦੋਂ ਇਹ ਮਸ਼ਵਰਾ ਦਿੱਤਾ ਸੀ ਕਿ ਤੁਸੀਂ ਤੇ ਤੁਹਾਡੇ ਪਿਤਾ ਸ਼੍ਰੀ ਮੁੱਖ ਮੰਤਰੀ ਸਾਹਿਬ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਤੁਸੀਂ ਚੁੱਪ ਕਰਕੇ ਬਰਗਾੜੀ ਚਲੇ ਜਾਓ ਜੀ, ਔਰ ਉੱਥੇ ਜਾ ਕੇ ਪਬਲਿਕ ਗੱਲ ਦੇ ਵਿੱਚ ਪੱਲੂ ਪਾ ਕੇ ਪਬਲਿਕ ਨੂੰ ਕਹੋ ਕਿ ਬਤੌਰ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪ੍ਰੋਟੈਕਟ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ। ਜੇ ਇਹ ਪ੍ਰੋਟੈਕਸ਼ਨ ਨਹੀਂ ਹੋਈ ਤਾਂ ਇਹਦੀ ਨੈਤਿਕ ਜ਼ਿੰਮੇਵਾਰੀ ਅਸੀਂ ਆਪਣੇ ਤੇ ਲੈਣੀ ਹੈ ਤੇ ਲੋਕ ਸਾਨੂੰ ਮਾਫ ਕਰ ਦੇਣ ਜੀ। ਪਰ ਉਹ ਨਹੀਂ ਸੀ ਕੀਤਾ। ਜੇ ਉਸ ਵੇਲੇ ਨਹੀਂ ਸੀ ਕੀਤਾ ਹੁਣ ਕਰ ਲੈਣਗੇ, ਇਹ ਇਹਨਾਂ ਦੀ ਜ਼ਮੀਰ ਤੇ ਨਿਰਭਰ ਹੈ ਜੀ। ਮੈਂ ਉਹਨਾਂ ਦੀ ਜ਼ਮੀਰ ਬਾਰੇ ਆਪਣੇ ਵੱਲੋਂ ਕੁਝ ਨਹੀਂ ਕਹਿ ਸਕਦਾ। ਬਿਲਕੁਲ ਜੀ। ਢਿੱਲੋਂ ਜੀ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ, ਸੋ ਮਿਲਦੇ ਆ ਜੀ ਸੋਮਵਾਰ ਫਿਰ ਤੁਹਾਡੇ ਨਾਲ। ਸੋ ਧੰਨਵਾਦ ਜੀ ਸਰੋਤਿਓ, ਤੁਹਾਡਾ ਬਹੁਤ ਬਹੁਤ। 1-2 ਬੇਨਤੀਆਂ ਕਰਨੀਆਂ ਜੀ। ਇੱਕ ਤਾਂ ਜਿੱਦਾਂ ਹੁਣ ਢਿੱਲੋਂ ਜੀ ਨਾਲ ਗੱਲ ਕਰਦੇ ਸੀਗੇ, ਚਾਹੇ ਸੁਖਬੀਰ ਬਾਦਲ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ 'ਚ ਗੁਟਕਾ ਲੈ ਕੇ, ਗੁਰਬਾਣੀ ਹੱਥ 'ਚ ਲੈ ਕੇ ਕਸਮ ਖਾਧੀ ਸੀ ਵੀ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ। ਤੇ ਉਹਨੇ ਇੱਥੋਂ ਤੱਕ ਕਿਹਾ ਸੀਗਾ ਵੀ ਜਿਹੜਾ ਵਿਕਰਮ ਸਿੰਘ ਮਜੀਠੀਆ ਵਰਗੇ ਉਹ ਜੇਲ੍ਹ 'ਚ ਡੱਕੇ ਜਾਣਗੇ ਜਿਹੜੇ ਵੀ ਨਸ਼ੇ ਦੇ ਵਪਾਰੀ ਨੇ। ਪਰ ਵਿਕਰਮ ਸਿੰਘ ਮਜੀਠੀਆ ਦੀ ਵੀ ਹਾਲੇ ਇਨਕੁਆਇਰੀ ਵਿੱਚੇ ਲਟਕੀ ਹੋਈ ਆ ਜੀ, ਤੇ ਉੱਤੇ ਕੋਈ ਦੋਸ਼ ਆਇਤ ਨਹੀਂ ਹੋਏ। ਸੋ ਇਸ ਕਰਕੇ ਹਾਲੇ ਅਸੀਂ ਕੁਛ ਵੀ ਨਹੀਂ ਕਹਿ ਸਕਦੇ ਵੀ ਉਹ ਦੋਸ਼ੀ ਆ ਜਾਂ ਨਹੀਂ ਦੋਸ਼ੀ। ਪਰ ਕੀ ਕੈਪਟਨ ਅਮਰਿੰਦਰ ਸਿੰਘ ਤੇ ਕੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਢਿੱਲੋਂ ਜੀ ਦੇ ਨਾਲ, ਕੀ ਕਦੇ ਉਹਨਾਂ ਦੀ ਜ਼ਮੀਰ ਜਾਗੂਗੀ ਕਿ ਉਹ ਵੀ ਸਾਡੇ ਇੱਥੇ ਦੇ ਪ੍ਰਧਾਨ ਮੰਤਰੀ ਵਾਂਗੂ, ਜਸਟਿਨ ਟਰੂਡੋ ਵਾਂਗੂ ਖੜ ਕੇ ਲੋਕਾਂ ਦੇ ਵਿੱਚ ਮਾਫੀ ਮੰਗਣਗੇ ਵੀ ਅਸੀਂ, ਜਿਵੇਂ ਢਿੱਲੋਂ ਨੇ ਕਿਹਾ ਵੀ ਅਸੀਂ ਫੇਲ ਹੋਏ ਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰੋਟੈਕਸ਼ਨ ਕਰਨ ਦੇ ਵਿੱਚ, ਅਸੀਂ ਫੇਲ ਹੋਏ ਆ। ਅਸੀਂ ਹੱਥੀਂ ਜਿਹੜੇ ਅਸੀਂ ਪੰਥਕ ਮਖੌਟੇ ਪਾਏ ਹੋਏ ਆ, ਅਸੀਂ ਹੱਥੀਂ ਆਪਣੇ ਨੌਜਵਾਨਾਂ ਨੂੰ ਸ਼ਹੀਦ ਕੀਤਾ
ਅਸੀਂ ਖੁਦ ਨੌਜਵਾਨਾਂ ਨੂੰ ਥਾਣਿਆਂ ਵਿੱਚ ਫੜ ਕੇ ਟੌਰਚਰ ਕੀਤਾ ਤੇ ਝੂਠੇ ਕੇਸ ਪਾ ਕੇ ਅਸੀਂ ਜੇਲ੍ਹਾਂ 'ਚ ਸੱਟਿਆ। ਕੀ ਕੈਪਟਨ ਅਮਰਿੰਦਰ ਸਿੰਘ ਮਾਫੀ ਮੰਗੂਗਾ ਆਵਾਮ ਤੋਂ ਇਲੈਕਸ਼ਨ ਆਉਣ ਤੋਂ ਪਹਿਲਾਂ? ਭਾਵੇਂ ਵੋਟਾਂ ਲਈ ਹੀ ਮੰਗ ਲਵੇ ਵੀ ਮੈਂ ਝੂਠੀ ਸਹੁੰ ਖਾਧੀ ਸੀ ਗੁਟਕਾ ਫੜ ਕੇ ਹੱਥ ਦੇ ਵਿੱਚ, ਮੈਨੂੰ ਸੰਗਤ, ਮੈਨੂੰ ਸਿੱਖ ਕੌਮ ਮਾਫ ਕਰ ਦੇਵੇ, ਮੈਂ ਫੇਲ ਹੋਇਆ ਇਸ ਨਸ਼ਿਆਂ ਦੇ ਵਿੱਚ, ਮੈਂ ਫੇਲ ਹੋਇਆ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ। ਸਾਰਾ ਨੌਜਵਾਨ ਜਿਹੜਾ ਵੀ +2 ਕਰਦਾ, ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਥੇ ਆਏ ਆ ਤਾਂ ਦੂਜੇ ਨਾਲ ਆਓ ਜਮ ਕੇ ਆਓ ਤਰੱਕੀਆਂ ਕਰੋ, ਪਰ ਤੁਸੀਂ ਇਹ ਦੇਖੋ ਨਾ ਜਦੋਂ ਕਿਉਂ ਲੋਕ ਉੱਥੋਂ ਆਉਂਦੇ ਨੌਜਵਾਨ ਆ ਰਹੇ, ਕਿਉਂਕਿ ਉੱਥੇ ਸਿਸਟਮ ਹੀ ਹੈ ਨਹੀਂ, ਉੱਥੇ ਨੌਜਵਾਨਾਂ ਵਾਸਤੇ ਨੌਕਰੀ ਹੈ ਨਹੀਂ, ਉੱਥੇ ਨੌਜਵਾਨਾਂ ਵਾਸਤੇ ਰੁਜ਼ਗਾਰ ਹੈ ਨਹੀਂ। ਸੋ ਇਸ ਕਰਕੇ ਜਿਹੜੇ ਸਾਡੇ ਲੀਡਰ ਆ, ਅਸੀਂ ਮੈਂ ਫੇਰ ਕਹਿੰਦਾ ਅਸੀਂ ਭੇਡਾਂ ਬਣ ਜਾਂਦੇ ਆ, ਅਸੀਂ ਅੰਨ੍ਹੇਵਾਹ ਕਦੀ 500 ਰੁਪਏ ਲਈ ਵੋਟ ਵੇਚ ਦਿੰਦੇ ਆ, ਇੱਕ ਨਸ਼ੇ ਦੀ ਬੋਤਲ ਦੀ ਖਾਤਰ ਅਸੀਂ ਵਿਕ ਜਾਂਦੇ ਆ। ਸਾਡੀ ਬੜੀ ਤਰਾਸਦੀ ਆ, ਅਸੀਂ ਸਰਪੰਚ ਦੇ ਕਹਿਣ ਤੇ ਵੋਟਾਂ ਪਾ ਦਿੰਦੇ ਆ, ਅਸੀਂ ਜਥੇਦਾਰਾਂ ਦੇ ਕਹਿਣ ਤੇ ਵੋਟਾਂ ਪਾ ਦਿੰਦੇ ਆ। ਸਾਨੂੰ ਜਾਗਣਾ ਪੈਣਾ। ਜੇ ਅੱਜ ਤੁਸੀਂ 7-8 ਮਹੀਨਿਆਂ ਤੋਂ ਰੋਡਾਂ ਤੇ ਫਿਰਦੇ ਹੋ, ਇਹ ਤੁਹਾਡੀਆਂ ਹੀ ਗਲਤੀਆਂ ਨੇ। ਤੇ ਅੱਜ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਸੀਗਾ, ਸਾਡੇ ਸੋਸ਼ਲ ਮੀਡੀਆ ਕਈ ਜਿਹੜੇ ਚੈਨਲ ਆ ਉੱਥੇ ਦਿੱਲੀ ਦੇ ਵਿੱਚ ਕਵਰ ਕਰਦੇ ਆ, ਪਰ ਕਈ ਵਾਰੀ ਬਹੁਤ ਜ਼ਿਆਦਾ ਗੱਲ ਉਹ ਵੀ ਵਧਾ ਦਿੰਦੇ ਆ। ਅੱਜ ਜਿਹੜੇ ਸਾਡੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 32-33 ਉਹਨਾਂ ਦੀ ਮੀਟਿੰਗ ਸੀ, ਪਰ ਉਹ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕੇ। ਪਰ ਜਿਹੜੇ ਕਿਸਾਨ ਆ ਤੇ ਨੌਜਵਾਨ ਆ, ਉਹ ਅੱਕ ਗਏ ਆ ਕਿ ਜਦੋਂ ਅੰਦੋਲਨ ਲੰਮਾ ਹੋ ਜਾਂਦਾ, ਇਹ ਨੈਚੁਰਲੀ ਆ ਲੋਕ ਅੱਕ ਜਾਂਦੇ ਆ। ਸੋ ਉਹਨਾਂ ਨੇ ਸਵਾਲ ਕੀਤੇ ਰਾਜੇਵਾਲ ਨੂੰ, ਹੋਰ ਜਿਹੜੇ ਕਿਸਾਨ ਲੀਡਰ ਸੀਗੇ, ਤੇ ਉਹਨਾਂ ਨੂੰ ਜਦ ਸਵਾਲ ਕੀਤੇ ਤਾਂ ਉਹਨਾਂ ਸਵਾਲਾਂ ਦੇ ਜਵਾਬਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਆ। ਪਰ ਉਸ ਟਾਈਮ ਤੇ ਇੱਕ ਸੋਸ਼ਲ ਮੀਡੀਆ ਵਾਲਾ ਵੀਰ ਬੜਾ ਉਸ ਗੱਲ ਨੂੰ ਤੂਲ ਦੇ ਰਿਹਾ ਸੀਗਾ, ਪਰ ਇਹਦੇ ਵਿੱਚ ਸੱਚ ਆ ਜੀ, ਕਿਸਾਨ ਤੇ ਜਿਹੜੇ ਨੌਜਵਾਨ ਆ ਸੱਚੇ ਨੇ। ਕੋਈ ਨਿੱਘਰ ਪ੍ਰੋਗਰਾਮ ਜਥੇਬੰਦੀਆਂ ਨੂੰ ਦੇਣਾ ਪੈਣਾ। ਤੇ ਜਦੋਂ ਖੁੰਡੇ ਵਾਲੇ ਬਾਬੇ ਨੂੰ ਪੁੱਛਿਆ ਤੇ ਉਹਨੇ ਕਿਹਾ ਜੀ ਸਾਡੀ ਅੱਜ ਕਿਸੇ ਪ੍ਰੋਗਰਾਮ ਤੇ ਸਹਿਮਤੀ ਨਹੀਂ ਬਣੀ, ਤੇ ਅਸੀਂ ਹਰਿਆਣੇ ਵਾਲੇ ਕਿਸਾਨ ਲੀਡਰਾਂ ਨੂੰ ਕਿਹਾ ਵੀ ਸਾਨੂੰ ਇੱਕ ਹੋਰ ਮੌਕਾ ਦਿਓ, ਅਸੀਂ ਹੋਰ ਮੀਟਿੰਗ ਕਰਾਂਗੇ ਤਾਂ ਫਿਰ ਅਸੀਂ ਤੁਹਾਨੂੰ ਦੱਸਾਂਗੇ। ਪਰ ਹੁਣ ਮੀਟਿੰਗਾਂ ਦੇ ਨਾਲ ਫੈਸਲੇ ਨਹੀਂ ਹੋਣੇ। ਤੁਹਾਨੂੰ ਪਤਾ ਆ ਜਿਹੜਾ ਮੋਦੀ ਸਰਕਾਰ ਆ, ਉਹਨਾਂ ਤੇ ਕੋਈ ਵੀ ਅਸਰ ਨਹੀਂ ਹੈਗਾ। ਤੁਸੀਂ ਜੇ ਇਸੇ ਤਰ੍ਹਾਂ ਹੀ ਬੈਠੇ ਰਹਿ, ਤੁਸੀਂ ਇਹ ਅੰਦੋਲਨ ਹੰਭ ਜਾਊਗਾ, ਥੱਕ ਕੇ ਤੁਸੀਂ ਘਰਾਂ ਨੂੰ ਆ ਜਾਓਗੇ। ਪਰ ਤੁਹਾਨੂੰ ਹੁਣ ਕੋਈ ਨਿੱਘਰ ਫੈਸਲਾ ਦੇਣਾ ਪੈਣਾ, ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ ਆਪਣਾ ਧਨ ਵੀ ਬਰਬਾਦ ਕੀਤਾ, ਆਪਣੀ ਸ਼ਕਤੀ ਵੀ ਉੱਥੇ ਲਾਈ ਆ, ਜਾ ਕੇ ਉੱਥੇ ਬਹਿ ਗਏ ਆ। ਤੇ ਬਹੁਤ 400 ਦੇ ਕਰੀਬ ਨੌਜਵਾਨਾਂ ਨੇ ਕਿਸਾਨਾਂ ਦੇ ਉੱਥੇ ਸ਼ਹੀਦੀ ਵੀ ਹੋਈ ਆ। ਇਹ ਤੁਹਾਨੂੰ ਸਾਰੀਆਂ ਗੱਲਾਂ ਨਿਗਾਹ ਵਿੱਚ ਰੱਖਣੀਆਂ ਪੈਣੀਆਂ। ਤੁਹਾਨੂੰ ਵਿਵਾਦਤ ਮੁੱਦਿਆਂ ਤੋਂ ਪਾਸੇ ਰਹਿਣਾ ਪੈਣਾ। ਕੀ ਕੱਲ ਨੂੰ ਜੇ ਕੋਈ ਹੋਰ ਬੰਦਾ ਕੋਈ ਖਾੜਕੂ ਸਿੰਘ ਦੀ ਬਰਸੀ ਮਨਾਉਂਦਾ, ਤੁਸੀਂ ਉੱਥੇ ਫੋਟੋ ਲੱਗਦੀਆਂ, ਤੁਸੀਂ ਕੀ ਉੱਥੇ ਵੀ ਜਾਓਗੇ? ਇਹ ਵੀ ਸਵਾਲ ਬੜਾ ਵੱਡਾ ਖੜਾ ਹੁੰਦਾ। ਤੇ ਮੈਂ ਪੰਥਕ ਧਿਰਾਂ ਨੂੰ ਵੀ ਬੇਨਤੀ ਕਰਦਾ ਤੇ ਇਹ ਕਿਸਾਨ ਅੰਦੋਲਨ ਹੈ, ਆਪਾਂ ਰਲ ਮਿਲ ਕੇ ਇਸ ਕਿਸਾਨ ਅੰਦੋਲਨ ਨੂੰ ਜਿੱਤੀਏ। ਪਰ ਕਿਸਾਨ ਲੀਡਰਾਂ ਅੱਗੇ ਵੀ ਬੇਨਤੀ ਆ ਵੀ ਕੋਈ ਨਿੱਘਰ ਪ੍ਰੋਗਰਾਮ ਦੇਣਾ ਪੈਣਾ। ਪਰ ਦੇਖੋ ਜੀ, ਪ੍ਰਮਾਤਮਾ ਦੀ ਕਿੱਡੀ ਬਖਸ਼ਿਸ਼ ਹੈ। ਤੁਸੀਂ ਦੇਖੋ ਕਿੱਡੀ ਉੱਥੇ ਦਿੱਲੀ ਦੇ ਵਿੱਚ ਲੋਕ ਮਰ ਰਹੇ ਆ, 60 ਲਾਸ਼ਾਂ ਇਕੱਠੀਆਂ ਆ ਰਹੀਆਂ ਕਰੋਨਾ ਦੇ ਇਸ ਵਾਇਰਸ ਦੇ ਨਾਲ। ਗੁਜਰਾਤ ਦਾ ਬਹੁਤ ਮੰਦਾ ਹਾਲ ਹੈ ਜੀ, ਯੂਪੀ ਦਾ ਬਹੁਤ ਮੰਦਾ ਹਾਲ ਹੈ। ਪਰ ਦੇਖੋ ਪ੍ਰਮਾਤਮਾ ਵੀ ਇੱਕ ਸ਼ਕਤੀ ਹੁੰਦੀ ਆ। ਉਹਨਾਂ ਦੇਖਿਆ ਜਿਹੜਾ ਅੰਨਦਾਤਾ, ਕਿਉਂਕਿ ਦੂਜੇ ਦਾਤੇ ਨੂੰ ਤਾਂ ਅਸੀਂ ਇਮੈਜਨ ਕਰਦੇ ਹਾਂ, ਅੱਖਾਂ ਨਾਲ ਨਹੀਂ ਦੇਖ ਸਕਦੇ, ਉਸ ਗੈਬੀ ਸ਼ਕਤੀ ਨੂੰ ਅਸੀਂ ਅੱਖਾਂ ਨਾਲ ਨਹੀਂ ਦੇ ਸਕਦੇ। ਪਰ ਇੱਕ ਜਿਹੜੀ ਸ਼ਕਤੀ ਹੈ, ਕਿਸਾਨ ਜਿਹੜਾ ਲੋਕਾਂ ਦਾ ਢਿੱਡ ਭਰਦਾ ਭੁੱਖਿਆਂ ਦਾ, ਉਹ ਰੋਡਾਂ ਤੇ ਬੈਠਾ ਆ। ਚਾਹੇ ਠੰਡ ਕੋਰਾ ਪੈਂਦਾ ਸੀ, ਚਾਹੇ ਅੱਜ ਤਪਦੀਆਂ ਧੁੱਪਾਂ ਨੇ, ਤਾਂ ਕਿਰਪਾ ਅਸੀਂ ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਬਣਾਈ ਰੱਖੇ। ਉੱਥੇ ਕੋਈ ਕਰੋਨਾ ਦਾ ਕੇਸ ਅਜੇ ਤੱਕ ਨਹੀਂ ਸੁਣਿਆ, ਤੇ ਨਾ ਹੀ ਵਾਹਿਗੁਰੂ ਇਸ ਮਹਾਮਾਰੀ ਤੋਂ ਕਿਸਾਨਾਂ ਨੂੰ ਬਚਾ ਕੇ ਰੱਖੇ, ਕਿਉਂਕਿ ਬੜਾ ਸਟਰਗਲ ਕਰ ਰਹੇ ਆ, ਬੜਾ ਯੁੱਧ ਕਰ ਰਹੇ ਆ। ਸੋ ਦੂਸਰੀ ਗੱਲ ਜੀ, ਮੈਂ ਇੱਕ ਜ਼ਰੂਰ ਸੋਚਿਆ ਸਾਂਝੀ ਕਰਨਾ ਚਾਹੁੰਦਾ। ਦੇਖੋ ਜੀ, ਜਿਹੜੇ ਬਿਜ਼ਨਸ ਕਾਫੀ, ਚਾਹੇ ਕੈਨੇਡਾ ਦੀ ਗੱਲ ਲੈ ਲਈਏ, ਚਾਹੇ ਕਿਸੇ ਹੋਰ ਕੰਟਰੀ ਦੀ ਗੱਲ ਲੈ ਲਈਏ, ਜਿਹੜੇ ਬਿਜ਼ਨਸਮੈਨ ਇਸ ਵੇਲੇ ਕਾਫੀ ਸਟਰਗਲ ਕਰ ਰਹੇ ਆ। ਤੁਹਾਨੂੰ ਪਤਾ ਜਿਹੜੇ ਛੋਟੇ ਬਿਜ਼ਨਸ ਆਲਮੋਸਟ ਝਾਟੀ ਲਾਕਡਾਊਨ ਹੋ ਜਾਂਦਾ, ਥਰਡ ਵੇਵ ਚੱਲ ਰਹੀ ਆ। ਸੋ ਇਸ ਵੇਲੇ ਕਾਫੀ ਜਿਹੜੇ ਸਾਡੇ ਲੋਕਲ ਬਿਜ਼ਨਸ ਵੀ ਆ, ਉਹ ਸਾਡੇ ਬਿਜ਼ਨਸ ਵੀਰ ਭਰਾ ਬੜੇ ਸਟਰਗਲ ਕਰ ਰਹੇ ਆ। ਕਾਫੀ ਜਿਹੜੇ ਬਿਜ਼ਨਸ ਬੰਦ ਆ ਤੇ ਬਹੁਤ ਸਲੋ ਚੱਲ ਰਹੇ ਆ। ਸੋ ਅਸੀਂ ਜਿਹੜਾ ਰੇਡੀਓ ਤੇ ਪ੍ਰੋਗਰਾਮ ਕਰ ਰਹੇ ਹਾਂ ਜੀ, 9:30 ਤੋਂ 11, ਵੈਸੇ 9 ਵਜੇ ਤੋਂ ਸ਼ੁਰੂ ਹੋ ਜਾਂਦਾ, ਪਰ 9 ਵਜੇ ਤੋਂ ਜਿਹੜਾ 9:30 ਵਜੇ ਤੱਕ ਸੋਸ਼ਲ ਮੀਡੀਆ ਤੇ ਟੀਵੀ ਤੇ ਹੁੰਦਾ। ਸੋ ਪ੍ਰੋਗਰਾਮ ਸਾਡਾ ਜਿਹੜਾ ਉਹ ਚੱਲਦਾ ਜੀ, ਸਿਰਫ ਬਿਜ਼ਨਸ ਵੀਰ ਭਰਾ ਜਿਹੜੇ ਸਪਾਂਸਰ ਕਰਦੇ ਨੇ, ਆਪਣੀਆਂ ਐਡਾਂ ਦਿੰਦੇ, ਉਹਦੇ ਤੇ ਬਦੌਲਤ ਚੱਲਦਾ। ਪਰ ਇਸ ਵੇਲੇ ਸਾਡੇ ਬਿਜ਼ਨਸ ਵੀਰ ਭਰਾ ਬੜੀ ਸਟਰਗਲ ਕਰ ਰਹੇ ਆ। ਸਾਡੀ ਹਿੰਮਤ ਹੀ ਨਹੀਂ ਪੈਂਦੀ ਉਹਨਾਂ ਨੂੰ ਕਹਿਣ ਦੀ ਵੀ ਭਾਈ ਸਾਡੀ ਸਪੋਰਟ ਕਰੋ, ਭਾਈ ਤੁਸੀਂ ਮਦਦ ਕਰੋ।
ਸੋ ਇਸ ਕਰਕੇ ਅਸੀਂ ਵੀ ਸਟਰਗਲ ਕਰ ਰਹੇ ਹਾਂ, ਕਿਉਂਕਿ ਤੁਹਾਨੂੰ ਪਤਾ ਜਿਹੜੇ ਰੇਡੀਓ ਪ੍ਰੋਗਰਾਮ ਬਹੁਤ ਮਹਿੰਗੇ ਹੁੰਦੇ ਆ। ਆਪਣੇ ਬਲਬੂਤੇ ਤੇ ਅਸੀਂ ਸਵਾ ਸਾਲ ਚਲਾਇਆ ਜੀ। ਬਹੁਤ ਮਹਿੰਗਾ ਜੀ ਪ੍ਰੋਗਰਾਮ ਹੁੰਦਾ ਉਹ। ਜੇ ਕਿਤੇ ਬੈਠ ਕੇ ਤਬਸਰਾ ਕਰਾਂਗੇ ਤਾਂ ਦੱਸਾਂਗੇ ਵੀ ਕਿੰਨਾ ਪੈਸਾ ਉੱਤੇ ਰੋਜ਼ ਜਿਹੜਾ ਉਸ 1.5 ਘੰਟੇ ਤੇ ਲੱਗਦਾ। ਸੋ ਅਸੀਂ ਬੜੀ ਸੋਚ ਸਮਝ ਕੇ ਸਾਰੀ ਟੀਮ ਨੇ ਸੋਚਿਆ ਵੀ ਅਸੀਂ ਬਿਜ਼ਨਸ ਭਰਾਵਾਂ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰ ਸਕਦੇ। ਕਿਉਂ ਨਾ ਜਿੰਨਾ ਚਿਰ ਇਹ ਮਹਾਂਮਾਰੀ ਚੱਲਦੀ ਆ ਉਸ ਪ੍ਰੋਗਰਾਮ ਨੂੰ ਅਸੀਂ ਰੇਡੀਓ ਤੋਂ ਬਦਲ ਕੇ ਉਸੇ ਪ੍ਰੋਗਰਾਮ ਨੂੰ ਅਸੀਂ 9 ਤੋਂ 11 ਟੀਵੀ 'ਤੇ ਕਿਉਂ ਨਾ ਕੀਤਾ ਜਾਵੇ, ਕਿਉਂਕਿ ਅਸੀਂ ਸਾਨੂੰ ਵੀ ਪਤਾ ਸਾਡੇ ਜਿਹੜੇ ਬਿਜ਼ਨਸ ਵੀ ਭਰਾ ਜਿਹੜੇ ਸਾਡੇ ਨਾਲ ਪੱਕੀ ਟੀਮ ਜੁੜੀ ਹੋਈ ਆ ਸਾਰੇ ਸਟਰਗਲ ਕਰ ਰਹੇ ਆ। ਸੋ ਅਸੀਂ ਬੇਨਤੀ ਕਰਦੇ ਸਰੋਤਿਆਂ ਨੂੰ, ਤੁਸੀਂ ਜਿਹੜਾ PTN 24 ਦਾ ਐਪ ਡਾਊਨਲੋਡ ਕਰੋ ਤਾਂ ਫੇਸਬੁੱਕ ਤੇ ਤੁਸੀਂ ਵੱਧ ਤੋਂ ਵੱਧ ਇਸ ਨੂੰ ਤੁਸੀਂ ਲਾਈਕ ਕਰੋ ਤੇ ਆਪਣੇ ਤੁਸੀਂ ਇਸ ਨੂੰ ਜਿਹੜਾ ਲੋਕਲ ਟੀਵੀ ਤੇ ਚੱਲਦਾ ਉਹ ਵੀ ਸੁਣੋ ਤੇ ਤੁਸੀਂ ਐਪ ਡਾਊਨਲੋਡ ਕਰ ਲਓ। ਕਿਤੇ ਵੀ ਜਾਣੇ, ਤੁਹਾਨੂੰ ਪਤਾ ਅੱਜ ਕੱਲ੍ਹ ਸਾਰਿਆਂ ਕੋਲ ਡਾਟਾ ਅਨਲਿਮਿਟਿਡ ਹੁੰਦਾ ਲੋਕਲ ਵੀਰਾਂ ਦੇ ਕੋਲ, ਤੇ ਜਿਹੜੇ ਬਾਹਰ ਵੀ ਵੀਰ ਟਰੱਕ ਵੀ ਚਲਾਉਂਦੇ ਆ। ਸੋ ਤੁਸੀਂ ਵੱਧ ਤੋਂ ਵੱਧ ਸਾਡੇ PTN 20 ਐਪ ਨੂੰ ਡਾਊਨਲੋਡ ਕਰਕੇ ਉਹਦੇ ਨਾਲ ਜੁੜੋ, ਫੇਸਬੁੱਕ ਸੋਸ਼ਲ ਮੀਡੀਆ ਨਾਲ ਜੁੜੋ। ਸੋ ਅਸੀਂ ਕੋਸ਼ਿਸ਼ ਕਰਾਂਗੇ ਜੀ ਉਹੀ ਪ੍ਰੋਗਰਾਮ ਉਸੇ ਤਰ੍ਹਾਂ ਹੀ ਲੋਕਲ ਨਿਊਜ਼ਾਂ ਵੀ ਉਸੇ ਤਰ੍ਹਾਂ ਹੀ ਅਰਸ਼ਦੀਪ ਤੁਹਾਨੂੰ ਪਤਾ ਬੜਾ ਜੰਗ ਨੌਜਵਾਨ ਬੜੀਆਂ ਨਿਰਪੱਖ ਨਿਊਜ਼ਾਂ ਲੈ ਕੇ ਆਉਂਦਾ। ਕੋਸ਼ਿਸ਼ ਕਰਾਂਗੇ ਉਹੀ ਪ੍ਰੋਗਰਾਮ ਅਸੀਂ ਜੀ 9 ਤੋਂ 11 ਹੋ ਸਕਦਾ, ਮਤਲਬ ਕਿ ਹਲੇ ਪੱਕਾ ਨਹੀਂ ਪਰ ਸਾਡੀ ਕੋਸ਼ਿਸ਼ ਹੈ ਜੀ ਉਹੀ ਪ੍ਰੋਗਰਾਮ ਜਿਹੜਾ 9 ਤੋਂ 11 ਅਸੀਂ ਸ਼ਾਇਦ ਟੀਵੀ ਤੇ ਚਲਾਵਾਂਗੇ। ਤਾਂ ਤੁਸੀਂ ਇਸੇ ਤਰ੍ਹਾਂ ਹੀ ਸਾਥ ਦੇਣਾ, ਤੁਸੀਂ ਇਸੇ ਤਰ੍ਹਾਂ ਹੀ ਕਾਲਾਂ ਕਰਨੀਆਂ। ਸੋ ਆਉਣ ਵਾਲੇ ਸਮੇਂ 'ਚ ਤਾਂ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਇਹ ਪ੍ਰੋਗਰਾਮ ਟੀਵੀ ਤੇ ਕਰਨਾ ਜਾਂ ਅਸੀਂ ਇਸ ਪ੍ਰੋਗਰਾਮ ਨੂੰ ਬਦਲ ਕੇ ਟੀਵੀ ਤੇ ਲਿਆਵਾਂਗੇ। ਸੋ ਤੁਹਾਡੇ ਨਾਲ ਹਰ ਗੱਲ ਜੀ ਸਾਂਝੀ ਕਰਦੇ ਆ ਪਹਿਲਾਂ ਕੁਛ ਕਰਨ ਤੋਂ। ਸੋ ਇਸੇ ਅਸੀਂ ਸਰੋਤਿਆਂ ਨਾਲ ਸਾਂਝ ਕੀਤੀ ਆ, ਗੱਲ ਪਾਈ ਆ। ਤੁਸੀਂ ਇਸ ਬਦਲੇ 'ਚ ਵੀ ਤੁਸੀਂ ਸੁਝਾਅ ਦੇਣਾ ਜੀ। ਸਾਡੇ ਨਾਲ ਇੱਕ ਸਰੋਤੇ ਜੁੜ ਗਿਆ, ਦੇਖਦੇ ਆ ਵੀਰ ਕੀ ਕਹਿਣਾ ਚਾਹੁੰਦੇ ਆ। ਹੈਲੋ ਹੈਲੋ, ਹਾਂਜੀ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਵੀਰ ਜੀ? ਭਾਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ ਵੀ ਆਪਣੇ ਬਾਈ ਜੀ ਜਿਹੜੀਆਂ ਗੱਲਾਂ ਕਰਦੇ ਆ ਨਾ ਵੀ ਆਪਣਾ ਕੈਪਟਨ ਕਹਿੰਦਾ ਵੀ ਨਸ਼ੇ ਦਾ ਆਪਣਾ ਲੱਕ ਤੋੜ ਦੂੰਗਾ, ਤਾਂ ਮੇਰੇ ਹਿਸਾਬ ਦੇ ਨਾਲ ਬਾਈ ਜੀ ਨਾ ਜਿਹੜੇ ਗੱਲਾਂ ਕਰਦੇ ਆ ਇਹ ਮੇਰੇ ਹਿਸਾਬ ਨਾਲ ਕੈਪਟਨ ਦੇ ਬੰਦੇ ਹੀ ਹੈਗੇ। ਉਸ ਟਾਈਮ ਦੇ ਉੱਤੇ ਉਹਨੇ ਕਿਹਾ ਸੀ ਵੀ ਮੈਂ 4 ਹਫ਼ਤਿਆਂ ਦੇ ਵਿੱਚ ਕਿ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰੂੰਗਾ ਜੀ। ਤੇ ਹੁਣ ਇਹ ਜਿਹੜੇ ਬਾਈ ਜੀ ਨਾ ਜਿਹੜੇ ਕੈਪਟਨ ਦੀ ਬੋਲੀ ਬੋਲਦੇ ਆ ਲੱਕ ਤੋੜੂ, ਜਿਹੜੀ ਸੱਚਾਈ ਹੈ ਉਹਨੂੰ ਇਹ ਭੁੱਲ ਗਏ। ਵੀਰ ਜੀ ਤੁਸੀਂ ਸੁਣੀ ਨਹੀਂ ਪੂਰੀ ਖਬਰ, ਮੈਂ ਹੀ ਬੋਲ ਰਿਹਾ, ਕੋਈ ਹੋਰ ਨਹੀਂ ਬੋਲ ਰਿਹਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਮੈਂ ਕਹਿੰਦਾ ਵੀ ਗੁਟਕਾ ਹੱਥ 'ਚ ਫੜ ਕੇ ਗੁਰਬਾਣੀ ਦੀ ਝੂਠੀ ਸਹੁੰ ਖਾਧੀ ਸੀ ਉਹਨੇ ਤੇ ਉਹਨੂੰ ਲੋਕਾਂ ਤੋਂ ਖਾਧੀ ਉਦੋਂ ਕਹਿੰਦਾ ਸੀ ਮੈਂ ਨਸ਼ਾ ਖਤਮ ਕਰੂੰਗਾ। ਤਾਂ ਮੈਂ ਇਹ ਤਾਂ ਹੀ ਕਹਿ ਰਿਹਾ ਵੀ ਉਹਨੂੰ ਮਾਫੀ ਮੰਗਣੀ ਚਾਹੀਦੀ ਲੋਕਾਂ ਤੋਂ, ਉਹਨੇ ਸਹੁੰ ਪਗਾਈ ਨਹੀਂ ਆਪਣੀ। ਹਾਂਜੀ ਵੀਰ ਮੇਰਾ, ਮੈਂ ਵੀ ਨਾ ਸ਼ੁਰੂ ਤੋਂ ਲਾ ਕੇ ਮੈਂ ਜਣੇ ਤੁਹਾਡਾ ਵੀ ਪ੍ਰੋਗਰਾਮ ਸੁਣਦਾ, ਮੈਂ ਜਣੇ ਕੱਲਾ ਪ੍ਰੋਗਰਾਮ ਸੁਣਦਾ। ਨਹੀਂ ਤੁਸੀਂ ਐਵੇਂ ਕਹੇ ਵੀਰ ਜੀ, ਤੁਸੀਂ ਵੀਰ ਜੀ ਵੀਰ ਮੇਰਾ ਸੱਚੀ ਗੱਲ ਕਹੀ, ਜਣੇ ਸੱਚੀ ਗੱਲ ਕਹੀਦੀ ਹੁੰਦੀ ਆ ਵੀ ਭਾਈ ਵੀ ਉਸ ਟਾਈਮ ਦੇ ਉੱਤੇ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਵੀਰ ਜੀ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰੂੰਗਾ। ਵੀਰ ਜੀ ਤੂੰ ਗੱਲ ਸੁਣੀ ਨਹੀਂ, ਮੈਂ ਤਾਂ ਕਿਹਾ ਵੀ ਉਹਨੇ ਗਲਤ ਕੀਤਾ ਸਹੁੰ ਖਾ ਕੇ, ਝੂਠ ਬੋਲਿਆ ਉਹਨੇ, ਉਹਨੂੰ ਮਾਫੀ ਮੰਗਣੀ ਚਾਹੀਦੀ ਆ। ਤਾਂ ਤੁਸੀਂ ਕਿਵੇਂ ਕਹਿੰਦੇ ਹੋ ਤੇ ਫਿਰ ਤੁਸੀਂ ਕਿਵੇਂ ਕਹਤਾ ਕੈਪਟਨ ਦਾ ਬੰਦਾ? ਹਾਂਜੀ ਨਹੀਂ ਤੁਸੀਂ ਕਿਹਾ ਕਿਵੇਂ ਆ? ਗੱਲ ਸੁਣਿਆ ਕਰੋ ਧਿਆਨ ਨਾਲ। ਮੈਂ ਨੈਤੀ ਖਬਰਾਂ ਸੁਣਦਾ। ਉਹਨੇ ਨਹੀਂ ਵੀਰ ਜੀ, ਤੁਸੀਂ ਮੈਂ ਅੱਜ ਦੀ ਗੱਲ ਕਰਦਾ, ਮੈਂ ਕਿਹਾ ਸੀ ਵੀ ਕੈਪਟਨ ਨੂੰ ਮਾਫੀ ਮੰਗਣੀ ਚਾਹੀਦੀ ਆ ਮੇਰੇ ਵੀਰੇ। ਮੰਗਣੀ ਨਹੀਂ ਚਾਹੀਦੀ ਵੀਰ ਮੇਰਾ, ਤੈਨੂੰ ਇਹ ਗੱਲ ਕਹਿਣੀ ਚਾਹੀਦੀ ਸੀ। ਪਹਿਲਾਂ ਕੈਪਟਨ ਕਹਿੰਦਾ ਸੀ ਮੈਂ 4 ਹਫ਼ਤਿਆਂ ਦੇ ਵਿੱਚ ਜਾਂ 4 ਮਹੀਨਿਆਂ ਦੇ ਵਿੱਚ ਨਸ਼ੇ ਨੂੰ ਖਤਮ ਕਰੂੰਗਾ। ਵੀਰ ਜੀ ਵੀ ਤੁਸੀਂ ਸੁਣਿਆ ਨਹੀਂ ਉਹ ਗੱਲ ਕਹੀ ਆ ਵੀਰ ਜੀ, ਗੱਲ ਬਦਲ ਲਈ, ਉਹੀ ਗੱਲ ਮੈਂ ਨਸ਼ੇ ਦਾ ਲੱਕ ਤੋੜੂੰਗਾ। ਵੀਰ ਜੀ ਤੁਸੀਂ ਉਹਨੇ ਇਹੀ ਕਿਹਾ ਸੀਗਾ ਤੇ ਮੈਂ ਕਹਿੰਦਾ ਉਹ ਫੇਲ ਹੋਇਆ, ਝੂਠੀ ਸਹੁੰ ਖਾਧੀ ਆ। ਤੁਸੀਂ ਸੁਖਬੀਰ ਬਾਦਲ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜਿਹਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, 2 ਸਿੰਘ ਸ਼ਹੀਦ ਕੀਤੇ, ਉਹਦੇ ਬਾਰੇ ਵੀ 2 ਬੋਲ ਦੱਸੋ ਪਲੀਜ਼। ਵੀਰ ਮੇਰਾ ਮੈਂ ਇਹ ਮੇਰੀ ਆਦਤ ਆ, ਮੈਂ ਜਣੇ ਗਲਤ ਟਿੱਪਣੀ ਕਰਨਾ ਨਹੀਂ ਚਾਹੁੰਦਾ। ਨਹੀਂ ਦੱਸੋ ਤੁਸੀਂ ਫਿਰ ਤੁਸੀਂ ਬਾਦਲ ਦੇ ਬੰਦੇ ਹੋ ਵੀਰ ਜੀ, ਫਿਰ ਤੁਸੀਂ ਬਾਦਲ ਦੇ ਬੰਦੇ, ਤੁਸੀਂ ਬਾਦਲ ਦੇ ਬਰਖਲ ਬੋਲਣਾ ਨਹੀਂ ਚਾਹੁੰਦੇ। ਮੈਂ ਸਮਝ ਗਿਆ ਤੁਹਾਡੀ ਗੱਲ ਨੂੰ ਜੀ। ਸੋ ਸਰੋਤਿਓ ਦੇਖ ਲਓ, ਜਦੋਂ ਤਾਂ ਅਸਲ 'ਚ ਵੀਰ ਸਾਡੇ ਪੂਰੀ ਖਬਰ ਨਹੀਂ ਸੁਣਦੇ। ਮੈਂ ਅਸਲ 'ਚ ਕਿਹਾ ਸੀ ਵੀ ਕੈਪਟਨ ਨੇ ਗੁਰੂਆਂ ਸਾਹਿਬ ਗੁਟਕਾ ਸਾਹਿਬ ਫੜ ਕੇ ਝੂਠ ਬੋਲਿਆ ਤੇ ਉਹਨੇ ਕਿਹਾ ਸੀ ਨਸ਼ਾ ਵਾਕਿਆ, ਜਿੱਦਾਂ ਵੀਰ ਨੇ ਕਿਹਾ ਵੀ 4 ਹਫ਼ਤਿਆਂ 'ਚ ਖਤਮ ਕਰ ਦੂੰਗਾ।
ਤੇ ਪਰ ਨਸ਼ਾ ਤੋਂ ਖਤਮ ਨਹੀਂ ਹੋਇਆ। ਤੇ ਜਿਹੜੇ ਉੱਦਾਂ ਦੇ ਬੰਦੇ ਜਿਨ੍ਹਾਂ ਤੇ ਉਹਨਾਂ ਨੇ ਸਵਾਲ ਚੁੱਕਿਆ ਸੀਗਾ ਮਜੀਠੀਆ ਵਰਗਿਆਂ ਤੇ, ਉਹ ਉੱਦਾਂ ਹੀ ਦੰਦ ਨਾਉਂਦੇ ਫਿਰਦੇ ਆ। ਤੇ ਜਦੋਂ ਵੀਰ ਨੂੰ ਮੈਂ ਸਵਾਲ ਪੁੱਛਿਆ ਵੀ ਸੁਖਵੀਰ ਬਾਦਲ ਦੇ ਟਾਈਮ 2 ਸਿੰਘ ਸ਼ਹੀਦ ਹੋਏ ਤੇ ਗੁਰੂ ਦੇ ਬੇਅਦਬੀਆਂ ਹੋਈਆਂ, ਤੇ ਉਦੋਂ ਕਹਿੰਦਾ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ। ਵੀਰ ਨਿਰਪੱਖ ਰਿਹਾ ਕਰੋ, ਤੁਹਾਡਾ ਵੀ ਇਹ ਤਾਂ ਪਤਾ ਲੱਗ ਜਾਂਦਾ ਵੀ ਤੁਸੀਂ ਕਿਸ ਪਾਰਟੀ ਨਾਲ ਜੁੜੇ ਆ। ਸੋ ਸਰੋਤਿਓ, ਸਾਡੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਸੋ ਜਰੂਰ ਸੁਝਾਅ ਦਿਓ ਜਿਹੜੀ ਮੈਂ ਗੱਲ ਕੀਤੀ ਸੀ। ਜਿਹੜਾ ਪ੍ਰੋਗਰਾਮ ਹੈ ਵੀਰ ਨੂੰ ਪਤਾ ਨਹੀਂ ਅਸੀਂ ਕਿੱਥੋਂ ਆਏ ਆ, ਤਾਂ ਕੀ ਕੁਛ ਅਸੀਂ ਝੱਲ ਕੇ ਆਏ ਆ, ਤਾਂ ਕਿਹੜੀ ਮੂਵਮੈਂਟ ਨਾਲ ਅਸੀਂ ਜੁੜੇ ਸੀਗੇ। ਤਾਂ ਵੀਰ ਨੇ ਉੱਠ ਕੇ ਕਿਉਂਕਿ ਫਤਵੇ ਪੋਛੇ ਦੀ ਦੇ ਦਿੰਦੇ ਆ, ਚੱਕ ਕੇ ਕੈਪਟਨ ਨਾਲ ਜੋੜ ਦਿੱਤਾ। ਵੀਰ ਕਿਤੇ ਬੈਠੂਗਾ, ਕਿਤੇ ਗੱਲ ਖੁੱਲ੍ਹ ਕੇ ਕਰਾਂਗੇ, ਫਿਰ ਤੈਨੂੰ ਪਤਾ ਲੱਗੂਗਾ। ਅਸੀਂ ਇੱਥੇ ਜਦੋਂ ਮੈਕ ਤੇ ਬਹਿੰਦੇ ਆ, ਨਾ ਅਸੀਂ ਕੈਪਟਨ ਦੇ ਸਕੇ ਆ, ਨਾ ਅਸੀਂ ਬਾਦਲ ਦੇ ਸਕੇ ਆ, ਤਾਂ ਨਾ ਅਸੀਂ ਝਾੜੂ ਵਾਲੇ ਸਕੇ ਆ, ਤੇ ਨਾ ਅਸੀਂ ਕਮਲ ਵਾਲੇ ਦੇ ਸਕੇ ਆ। ਪੁਰਾਣੇ ਪ੍ਰੋਗਰਾਮ ਕੱਢ ਕੇ ਜ਼ਰੂਰ ਵੀਰ ਪਹਿਲਾਂ ਸੁਣੀ, ਪੁਰਾਣੇ ਪ੍ਰੋਗਰਾਮ ਸੁਣ ਕੇ ਫਿਰ ਜ਼ਰੂਰ ਕਿਤੇ ਕਾਲ ਕਰੀ, ਆਪਾਂ ਬਹੁਤ ਪਿਆਰ ਨਾਲ ਤੁਹਾਡੇ ਨਾਲ ਗੱਲ ਕਰਾਂਗੇ। ਸੋ ਧੰਨਵਾਦ ਤੇਰਾ ਕਾਲ ਕਰਨ ਦਾ ਫਿਰ ਵੀ, ਪਰ ਧਿਆਨ ਨਾਲ ਵੀਰ ਜ਼ਰੂਰ ਸੁਣਿਆ ਕਰੋ, ਤੇ ਜਦੋਂ ਟਿੱਪਣੀ ਕਰਨੀ ਹੁੰਦੀ ਆ ਫਿਰ ਨਿਰਪੱਖ ਹੋ ਕੇ ਕਰਿਆ ਕਰੋ। ਸੋ ਸਰੋਤਿਓ, ਮਾਫ ਕਰਨਾ ਜੀ, ਕੋਈ ਵੀ ਲਫ਼ਜ਼ ਤੁਹਾਡੀ ਸ਼ਾਨ ਵਿਰੁੱਧ ਕਿਹਾ ਗਿਆ ਹੋਵੇ, ਤੇ ਦਾਸ ਤੁਹਾਡਾ ਸਟੂਡੈਂਟ ਲਰਨ ਕਰਦਾ, ਹਮੇਸ਼ਾ ਹੀ ਮੈਂ ਕਹਿੰਦਾ ਤੁਹਾਡੇ ਤੋਂ ਸਿੱਖ ਹੀ ਇਸ ਮੈਕ ਤੇ ਬੈਠਾ ਆ। ਸੋ ਇਸੇ ਤਰ੍ਹਾਂ ਪਿਆਰ ਦਿਓ ਜੀ, ਤੇ ਸੁਝਾਅ ਜ਼ਰੂਰ ਦਿਓ ਜੀ। ਸਾਨੂੰ ਪਰਸਨਲ ਕਾਲ ਕਰਕੇ ਵੀ, ਮੇਰਾ ਪਰਸਨਲ ਨੰਬਰ ਹੀ 6479642929। ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਟੀਵੀ ਤੇ ਦੱਸਣ ਚਾਹੁੰਦਾ ਵੀ ਅਸੀਂ ਕਰਨਾ ਚਾਹੁੰਦੇ ਆ, ਜ਼ਰੂਰ ਆਪਣੇ ਕਾਲਾਂ ਕਰਕੇ ਸੁਝਾਅ ਦਿਓ ਜੀ। ਮਿਲਦੇ ਜੀ ਸੋਮਵਾਰ ਨੂੰ, ਫਿਰ ਦਿਓ ਇੱਥੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।